ਚੱਲ ਪਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਨੂਰ ਰੇਡੀਓ ਦੇ ਪਰਿਵਾਰ ਵਿੱਚ ਦਾਸ ਮਲਕੀਤ ਸਿੰਘ ਆਪ ਸਾਰੇ ਗੁਰਸਿੱਖਾਂ ਦਾ ਤਹਿ ਦਿਲ ਤੋਂ ਸਵਾਗਤ ਕਰਦਾ ਹੈ ਜੀ। ਪਹਿਲਾਂ ਮੈਂ ਥੋੜ੍ਹੀ ਜਿਹੀ ਖਿਮਾ ਵੀ ਚਾਹੁੰਦਾ ਜੀ, ਕਿਉਂਕਿ ਆਪਾਂ ਜਿਹੜਾ ਟਾਈਮ ਦੱਸਿਆ ਉਦੋਂ 10-15 ਮਿੰਟ ਲੇਟ ਹੀ ਹੋ ਗਏ ਹਾਂ ਜੀ। ਉਹਦੇ ਲਈ ਉਮੀਦ ਕਰਦਾ ਵੀ ਤੁਸੀਂ ਖਿਮਾ ਦਾ ਦਾਨ ਬਖਸ਼ੋਗੇ। ਸੋ ਅੱਜ ਆਪਾਂ ਜਿਹੜਾ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਜੀ, ਜਿਹੜਾ ਹੈ ਸਿੱਖੀ ਅਤੇ ਸੇਵਾ। ਕਿਉਂਕਿ ਸਿੱਖੀ ਆਪਣੇ ਜਿਹੜੇ ਮੂਲ ਸਿਧਾਂਤ ਨੇ ਉਹਨਾਂ ਦੇ ਲਈ ਜਾਣੀ ਜਾਂਦੀ ਆ। ਆਪਾਂ ਉਹਨਾਂ ਵਿੱਚੋਂ ਬਹੁਤ ਸਾਰੇ ਸਿੱਖੀ ਦੇ ਐਸੇ ਸਿਧਾਂਤ ਨੇ ਜਿਹਨਾਂ ਦੇ ਵਿੱਚ ਆਪਾਂ ਜਿਹੜੀ ਸਿੱਖੀ ਆ ਉਹਨੂੰ ਕਾਇਨਾਤ ਵਿੱਚ ਸਰਮੂਰਤਾ ਜਿਹੜੀ ਉਹ ਹਾਸਲ ਹੈ, ਅਤੇ ਉਹਦੇ ਵਿੱਚ ਜਿਹੜੀ ਸੇਵਾ ਭਾਵਨਾ ਹੈ ਸਾਡੀ, ਉਹ ਹਮੇਸ਼ਾ ਜਿਹੜੀ ਆ ਉਹ ਇੰਨੀ ਕੁ ਦ੍ਰਿੜ ਰਹੀ ਆ ਕਿ ਜਦੋਂ ਦੁਸ਼ਮਣ ਦੇ ਨਾਲ ਵੀ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਯੁੱਧ ਦੇ ਵਿੱਚ ਜਿਹੜੇ ਹੈ ਉਹ ਅਸੀਂ ਦੁਸ਼ਮਣ ਦੇ ਕੋਲੋਂ ਫੱਟ ਖਾਂਦੇ ਹਾਂ ਅਤੇ ਲਾਉਂਦਾ ਹੈ ਯੋਧਾ ਆਪ ਜ਼ਖਮਾਂ ਦੀ ਮਾਰ ਝੱਲਦਾ ਹੈ ਅਤੇ ਦੁਸ਼ਮਣ ਦੇ ਲਾਉਂਦਾ ਹੈ। ਉਸ ਸਮੇਂ ਦੇ ਵਿੱਚ ਵੀ ਜਿਹੜੇ ਗੁਰੂ ਦੇ ਪਿਆਰੇ ਨੇ ਉਹ ਲੰਗਰ ਪ੍ਰਸ਼ਾਦਾ ਲੈ ਕੇ ਪਹੁੰਚਦੇ ਨੇ, ਅਤੇ ਉਸ ਸਮੇਂ ਜਲ ਦੀ ਜਿਹੜੀ ਆ ਸੇਵਾ ਜਿੱਥੇ ਆਪਣਿਆਂ ਨੂੰ ਕਰ ਰਹੇ ਉੱਥੇ ਦੁਸ਼ਮਣ ਨੂੰ ਵੀ ਕਰ ਰਹੇ ਨੇ। ਅਤੇ ਗੁਰੂ ਸਾਹਿਬ ਜੀ ਐਸੀ ਰਹਿਮਤ ਬਰਸਾ ਰਹੇ ਨੇ ਕਿ ਨਾਲ ਦੀ ਨਾਲ ਸੱਚੇ ਪਾਤਸ਼ਾਹੀ ਭਾਈ ਘਨੱਈਆ ਜੀ ਨੂੰ ਜਿਹੜੀ ਹੈ ਉਹ ਨਾਲ ਦੀ ਨਾਲ ਇਹ ਵੀ ਹੁਕਮ ਕਰਦੇ ਨੇ ਕਿ ਭਾਈ ਤੁਸੀਂ ਜਿਹੜੀ ਮਲਮ ਪੱਟੀ ਵੀ ਲੈ ਕੇ ਜਾਓ। ਉਹ ਉਸ ਸੇਵਾ ਨੂੰ ਦੇਖ ਕੇ ਜਿਹੜਾ ਦੁਸ਼ਮਣ ਹੈ ਉਹ ਵੀ ਹੈਰਾਨ ਰਹਿ ਜਾਂਦਾ ਵੀ ਸਵੇਰ ਨੂੰ ਇਹ ਜਿਹੜੇ ਲੋਕ ਨੇ ਇਹ ਮਗਰਮੱਛ ਦੀ ਤਰ੍ਹਾਂ, ਜਿਵੇਂ ਜੰਗਲ ਦੇ ਵਿੱਚ ਪਾਣੀ ਦੇ ਵਿੱਚ ਮਗਰਮੱਛ ਲੜਦਾ, ਇਸ ਤਰੀਕੇ ਨਾਲ ਦੁਸ਼ਮਣ ਦੇ ਆਹੂ ਲਾਉਂਦੇ ਨੇ। ਅਤੇ ਜਦੋਂ ਰਾਤ ਪੈ ਜਾਂਦੀ ਹੈ, ਸ਼ਾਮ ਪੈ ਜਾਂਦੀ ਹੈ, ਅਤੇ ਇਹ ਲੋਕ ਜਿਹੜੇ ਹੈ ਉਹ ਸੇਵਾ ਕਰਨ ਪਹੁੰਚ ਜਾਂਦੇ ਨੇ। ਸੋ ਇਹ ਐਸੇ ਸਿਧਾਂਤ ਨੇ ਜੋ ਖਾਲਸੇ ਨੂੰ ਦੁਨੀਆ ਦੇ ਨਾਲੋਂ ਵੱਖਰਾ ਅਤੇ ਸਰਮੋਰ ਜਣਾਉਂਦੇ ਨੇ। ਸੋ ਉਹਨਾਂ ਵਿੱਚੋਂ ਇੱਕ ਬਹੁਤ ਪਿਆਰਾ ਸਾਡੀ ਜਿਹੜਾ ਸਿਧਾਂਤ ਹੈ ਉਹ ਹੈ ਲੰਗਰ ਪ੍ਰਸ਼ਾਦਿਆਂ ਦੀ ਸੇਵਾ ਦਾ, ਜੋ ਹਮੇਸ਼ਾ ਹੀ ਆਪਾਂ ਦੇਖਦੇ ਹਾਂ ਵੀ ਕਿਤੇ ਵੀ ਕੋਈ ਦੁਨੀਆ ਦੇ ਉੱਤੇ ਭੀੜ ਬਣਦੀ ਆ ਅਤੇ ਜਿਹੜੇ ਗਰੀਬ ਨੇ ਜਿਨ੍ਹਾਂ ਦੇ ਕੋਲ ਲੰਗਰ ਪ੍ਰਸ਼ਾਦਾ ਨਹੀਂ, ਉਹਨਾਂ ਦੀ ਪਹਿਲੇ ਨੰਬਰ 'ਤੇ ਜਿਹੜੀ ਹੈ ਉਹ ਟਕਟਕੀ ਸਿੱਖਾਂ ਵੱਲ ਹੁੰਦੀ ਆ ਵੀ ਕਦੋਂ ਕੋਈ ਗੁਰੂ ਦਾ ਸਿੱਖ ਇੱਥੋਂ ਦੀ ਗੁਜ਼ਰੇ ਅਤੇ ਉਹ ਸਾਡੇ ਜੋ ਹੈ ਉਹ ਪੇਟ ਦੀ ਭੁੱਖ ਨੂੰ ਵੀ ਮਿਟਾਵੇ ਅਤੇ ਉਹ ਨਾਮ ਜਪਾ ਕੇ ਸਾਡੇ ਰੂਹ ਦੀ ਜਿਹੜੀ ਭੁੱਖ ਹੈ ਉਹ ਵੀ ਮਿਟਾਵੇ। ਸੋ ਆਪਾਂ ਦੇਖਦੇ ਹਾਂ ਵੀ ਨਿਹੰਗ ਸਿੰਘਾਂ ਦੇ ਵਿੱਚ ਵੀ ਇੱਕ ਜਿਹੜੀ ਪ੍ਰਥਾ ਉਹ ਪ੍ਰਚਲਿਤ ਹੈ ਵੀ ਜਿੰਨਾ ਚੱਕਰ ਉਹ ਬੇਸ਼ੱਕ ਕਿਵੇਂ ਦਾ ਵੀ ਪ੍ਰਸ਼ਾਦਾ ਤਿਆਰ ਕਰ ਲੈਣ, ਭਾਵੇਂ ਕਿੰਨਾ ਵੀ ਸੁੰਦਰ ਤਰੀਕੇ ਨਾਲ ਪ੍ਰਸ਼ਾਦਾ ਤਿਆਰ ਕਰਕੇ ਬੈਠ ਜਾਣ, ਪਰ ਜਿੰਨਾ ਚੱਕਰ ਕੋਈ ਰਾਹੀ ਉਹਨਾਂ ਦੇ ਕੋਲੋਂ ਪ੍ਰਸ਼ਾਦਾ ਨਹੀਂ ਛਕ ਲੈਂਦਾ ਓਨਾ ਟਾਈਮ ਜਿਹੜਾ ਹੈਗਾ ਉਹ ਪ੍ਰਸ਼ਾਦਾ ਨਹੀਂ ਛਕਦੇ। ਸੋ ਇਹ ਗੁਰੂ ਸਾਹਿਬ ਜੀ ਨੇ ਬਹੁਤ ਸਾਨੂੰ ਪਿਆਰੇ ਸਿਧਾਂਤ ਬਖਸ਼ੇ ਨੇ। ਸੋ ਅੱਜ ਇਹਨਾਂ ਸਿਧਾਂਤਾਂ ਦਾ ਕਰਕੇ ਜਿਹੜੀ ਦੁਨੀਆ ਹੈ, ਦੁਨੀਆ ਦੇ ਆਪਾਂ ਵੱਡੇ ਵੱਡੇ ਅਗਾਂਹ ਵਧੂ ਦੇਸ਼ ਦੇਖਦੇ ਹਾਂ, ਉਹ ਵੀ ਸਿੱਖਾਂ ਦੀ ਸਲੋਤ ਕਰਦੇ ਥੱਕਦੇ ਨਹੀਂ ਹੈਗੇ। ਡੋਨਲਡ ਟਰੰਪ ਇਹ ਗੱਲ ਕਹਿੰਦਾ ਆ ਵੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਹਰੇਕ ਕੰਟਰੀ ਦੇ ਵਿੱਚ ਗੁਰੂ ਘਰ ਹੋਣੇ ਚਾਹੀਦੇ ਨੇ। ਉਸ ਤੋਂ ਇਲਾਵਾ ਕੈਨੇਡਾ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਆ ਬਈ ਅਸੀਂ ਹਰ ਇੱਕ ਬੰਦੇ ਤੱਕ ਜਿਹੜਾ ਹੈ ਉਹ ਲੰਗਰ ਪ੍ਰਸ਼ਾਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ, ਫੂਡ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਜੇ ਫਿਰ ਵੀ ਕੋਈ ਸਾਡੀ ਕੰਟਰੀ 'ਚ ਭੁੱਖਾ ਰਹਿ ਜਾਵੇ ਅਤੇ ਉਹ ਝੂਲਦੇ ਨਿਸ਼ਾਨ ਸਾਹਿਬ ਜੀ ਨੂੰ ਦੇਖ ਕੇ ਅਤੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਜਾ ਕੇ ਜਦੋਂ ਮਰਜ਼ੀ ਲੰਗਰ ਪ੍ਰਸ਼ਾਦਾ ਛਕ ਸਕਦਾ ਆ। ਇੰਗਲੈਂਡ ਦਾ ਪ੍ਰਧਾਨ ਮੰਤਰੀ ਵੀ ਇਹ ਗੱਲ ਕਹਿੰਦਾ ਆ ਵੀ ਸਿੱਖਾਂ ਨੂੰ ਵੀ ਮੈਨੂੰ ਤੁਹਾਡੀ ਹੈਲਪ ਦੀ ਲੋੜ ਆ ਅਤੇ ਜਿੱਥੇ ਤੱਕ ਹੋ ਸਕੇ ਲੰਗਰ ਪ੍ਰਸ਼ਾਦੇ ਦੀ ਸੇਵਾ ਕਰੋ। ਇਟਲੀ ਦੇ ਵਿੱਚ ਵੀ ਜਿਹੜਾ ਹੈ ਉਹ ਇਸੇ ਤਰੀਕੇ ਦੇ ਨਾਲ ਘਰ ਘਰ ਤੱਕ ਫੂਡ ਪਹੁੰਚਾਇਆ ਜਾ ਰਿਹਾ। ਸੋ ਜਿੱਥੇ ਦੁਨੀਆ ਦੇ ਵਿੱਚ ਸਲੋਤ ਹੋ ਰਹੀ ਆ ਉੱਥੇ ਹੀ ਇੱਕ ਦੂਸਰਾ ਪੱਖ ਵੀ ਹੈ ਜਿਹਦੇ ਵਿੱਚ ਪਹਿਲਾਂ ਤਾਂ ਸਾਡੇ ਕੁਝ ਅਖੌਤੀ ਜਿਹੜੇ ਵਿਦਵਾਨ ਬਣੇ ਹੋਏ ਨੇ। ਸੋ ਮੈਂ ਅੱਜ ਉਹਨਾਂ 'ਤੇ ਜ਼ਿਆਦਾ ਗੱਲ ਲਿਜਾਵਾਂਗਾ ਨਹੀਂ, ਕਿਉਂਕਿ ਉਹਨਾਂ ਨੂੰ ਹਰ ਗੱਲ ਦੇ ਵਿੱਚ ਉਹ ਸ਼ਾਇਦ ਬਕਵਾਸਬਾਜ਼ੀ ਇੱਦਾਂ ਕਰਦੇ ਨੇ ਕਿ ਉਹਨਾਂ ਦੇ ਵਿੱਚ ਗੱਲ ਕੀਤੀ ਜਾਵੇ। ਅਤੇ ਸੋ ਇੱਥੇ ਕੀ ਕਹਿ ਕੇ ਮੈਂ ਖਿਮਾ ਦਾ ਜਾਚਕ ਹੋ ਜਾਵਾਂਗਾ ਕਿ ਉਹ ਲੋਕ ਜਿਹੜੇ ਇੱਕ ਦਰਵਾਜ਼ੇ ਨੂੰ ਜਿੰਦਾ ਬਾਹਰਲੇ ਪਾਸੇ ਲਾ ਕੇ ਬੈਠੇ ਨੇ, ਇੱਕ ਅੰਦਰਲੇ ਪਾਸੇ ਲਾ ਕੇ ਬੈਠੇ ਨੇ, ਉਹ ਵੀ ਅੱਜ ਕਹਿ ਰਹੇ ਨੇ ਵੀ ਲੰਗਰ ਪ੍ਰਸ਼ਾਦ ਦੇ ਕੇ ਫੋਟੋ ਨਾ ਜੀ ਖਿੱਚਿਆ ਕਰੋ। ਸੋ ਇਹ ਲੋਕ ਵੀ ਹਨ। ਪਰ ਨਾਲ ਦੀ ਨਾਲ ਕੁਝ ਜਿਹੜੇ ਆਪਾਂ ਜਿੱਥੇ ਜਿੱਥੇ ਵੀ ਖਾਲਸਾ ਸੇਵਾ ਕਰਨ ਗਿਆ ਉੱਥੋਂ ਆਪਾਂ ਕੁਝ ਦੇਖਿਆ ਵੀਡੀਓਜ਼ ਐਸੀਆਂ, ਕੋਈ ਕਹਿ ਰਿਹਾ ਵੀ ਸਾਨੂੰ ਪਨੀਰ ਦੇ ਦਿਆ ਕਰੋ, ਕੋਈ ਕਹਿੰਦਾ ਲੰਗਰ ਪ੍ਰਸ਼ਾਦਾ ਜਿਹੜਾ ਸੀ ਉਹ ਕੱਚਾ ਰਹਿ ਗਿਆ, ਕੋਈ ਇੱਥੋਂ ਤੱਕ ਵੀ ਇਹ ਕ੍ਰਿਤਕਣ ਲੋਕ ਜਿਹੜੇ ਨੇ ਕਹਿਣਾ ਸ਼ੁਰੂ ਕਰਤਾ ਬਈ ਸਾਨੂੰ ਆਂਡਿਆਂ ਦੀ ਟਰੇ ਦੇ ਦਿਆ ਕਰੋ ਜੀ। ਇੱਥੋਂ ਤੱਕ ਜਿਹੜੀ ਸੀ ਉਹ ਸ਼ੁਰੂ ਹੋ ਗਈ। ਨਾਲ ਦੀ ਨਾਲ ਮੈਂ ਇੱਕ ਫੋਟੋ ਵੀ ਦੇਖੀ ਸੀ, ਉਹਦਾ ਜ਼ਿਕਰ ਕਰਦਾ ਜਾਵਾਂ, ਉਹ ਸ਼ਾਇਦ ਯੂਪੀ ਬਿਹਾਰ ਦੇ ਕਿਸੇ ਸਟੇਟ ਦੀ ਸੀ ਵੀ ਇੱਕ ਬੀਬੀ ਨੇ ਆਪਣੇ ਬੱਚਿਆਂ ਸਮੇਤ ਭੁੱਖ ਤੋਂ ਦੁਖੀ ਹੋ ਕੇ ਜਿਹੜੀ ਸੀ ਖੁਦਕੁਸ਼ੀ ਕਰ ਲਈ। ਅਤੇ ਮੈਂ ਸੋਚਦਾ ਸੀ ਵੀ ਦੀਨ ਦਿਆਲ ਕਾਸ਼ ਉੱਥੇ ਲਾਗੇ ਕੋਈ ਇੱਕ ਅੱਧਾ ਗੁਰਸਿੱਖ ਪਰਿਵਾਰ ਹੁੰਦਾ ਅਤੇ ਸੱਚੇ ਪਾਤਸ਼ਾਹ ਇਹਨਾਂ ਨੂੰ ਅੱਜ ਜਿਹੜਾ ਸੀ ਇਸ ਤਰੀਕੇ ਨਾਲ ਦੁਨੀਆ ਤੋਂ ਜਾਣਾ ਨਾ ਪੈਂਦਾ। ਸੋ ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਉਦਾਹਰਨਾਂ ਆਪਣੇ ਸਾਹਮਣੇ ਨੇ। ਸੋ ਆਪਾਂ ਇਹਨਾਂ ਉਦਾਹਰਨਾਂ ਨੂੰ ਜਿਹੜਾ ਹੈ ਉਹ ਨਾਲ ਲੈ ਕੇ ਚੱਲਦੇ ਹੋਏ ਅੱਜ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਖੰਡੇਵਾਲਾ ਇਟਲੀ ਤੋਂ
ਉਹਨਾਂ ਨੂੰ ਚਰਨਾਂ ਦੇ ਵਿੱਚ ਰਾਤੀ ਦਾਸ ਨੇ ਬੇਨਤੀ ਕੀਤੀ ਸੀ ਕਿ ਭਾਈ ਸਾਹਿਬ ਜੀ ਅਸੀਂ ਇਸ ਫਤਿਹ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ ਅਤੇ ਆਪ ਜੀ ਜ਼ਰੂਰ ਹਾਜ਼ਰੀ ਭਰਿਓ। ਅਤੇ ਉਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਹੀ ਜਿਹੜਾ ਸੀਗਾ ਉਹ ਆਪਣੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਇਆਂ ਆਪਣੇ ਰੁਝੇਵਿਆਂ ਵਿੱਚੋਂ ਟਾਈਮ ਕੱਢਿਆ ਜੀ। ਸੋ ਆਪਾਂ ਉਹਨਾਂ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਕਾਲ ਦੇ ਉੱਤੇ ਨਾਲ ਲੈ ਕੇ ਅਗਲੀਆਂ ਵਿਚਾਰਾਂ ਆਪਾਂ ਉਹਨਾਂ ਤੋਂ ਲਵਾਂਗੇ। ਮੇਰੀ ਸਾਰੇ ਗੁਰਸਿੱਖਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਹਾਡੀਆਂ ਕਾਲਸ ਸਾਡੇ ਲਈ ਬਹੁਤ ਜ਼ਰੂਰੀ ਨੇ, ਪਰ ਵਿਸ਼ੇ ਦੇ ਮੁਤਾਬਕ ਹੀ ਜਿਹੜੀ ਪਹਿਲੇ ਨੰਬਰ 'ਤੇ ਕਾਲ ਕੀਤੀ ਜਾਵੇ ਅਤੇ ਉਹ ਵੀ ਆਪਾਂ ਥੋੜ੍ਹੀ ਦੇਰ ਬਾਅਦ ਜਿਹੜੀ ਹੈ ਉਹ ਲੈਣੀ ਸ਼ੁਰੂ ਕਰਾਂਗੇ। ਅਖੀਰਲੇ ਆਪਾਂ 5-10 ਮਿੰਟ ਜਿਹੜੀਆਂ ਕਾਲਾਂ ਲੈ ਲਾਂਗੇ, ਪਹਿਲੋਂ ਕਿਰਪਾ ਕਰਕੇ ਕਾਲ ਨਾ ਕੀਤੀ ਜਾਵੇ। ਅਤੇ ਜਿਹੜੇ ਵੀਰ ਕਾਲ ਕਰਦੇ ਨੇ ਉਹਨਾਂ ਦੇ ਮੇਰੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਬੇਨਤੀ ਹੈ ਵੀ ਟਾਈਮ ਦਾ ਜਿਹੜਾ ਉਹ ਖਿਆਲ ਰੱਖਿਆ ਜਾਵੇ, ਕਿਉਂਕਿ ਜੇ 15-15 ਮਿੰਟ ਆਪਾਂ ਇੱਕ ਕਾਲ 'ਤੇ ਲਾਵਾਂਗੇ ਤਾਂ ਫਿਰ ਪ੍ਰੋਗਰਾਮ ਬਹੁਤ ਲੰਬਾ ਹੋ ਜਾਂਦਾ ਅਤੇ ਇੰਨਾ ਲੰਬਾ ਪ੍ਰੋਗਰਾਮ ਸੰਗਤਾਂ ਲਈ ਸੁਣਨਾ ਔਖਾ ਹੋ ਜਾਂਦਾ। ਆਪਾਂ ਤਕਰੀਬਨ 1 ਘੰਟੇ ਦੇ ਵਿੱਚ ਪ੍ਰੋਗਰਾਮ ਨੂੰ ਫਿਨਿਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਕਾਲ ਜਿਹੜੀ ਹੈ ਉਹ 2-4 ਮਿੰਟ ਦੇ ਵਿੱਚ ਹੀ ਆਪਣੀ ਗੱਲ ਨੂੰ ਸੰਕੋਚਣ ਦੇ ਲਈ ਕੀਤੀ ਜਾਵੇ ਅਤੇ ਟੂ ਦਾ ਪੁਆਇੰਟ ਹੀ ਜਿਹੜੀ ਗੱਲ ਉਹ ਕੀਤੀ ਜਾਵੇ। ਭਾਈ ਪਿਆਰਾ ਸਿੰਘ ਜੀ ਨਾਲ ਜੁੜ ਰਹੇ ਨੇ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਨਾ। ਗੁਰਸਿੱਖਾਂ ਦਾ ਬਹੁਤ ਪਿਆਰ ਵਾਲੀ ਰੂਹ ਨੇ, ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਹੋਰ ਵੀ ਜਿੰਨੇ ਗੁਰਮੁਖ ਪਿਆਰੇ ਜੁੜ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਆਓ ਭਾਈ ਸਾਹਿਬ ਜੀ ਨੂੰ ਆਪਾਂ ਜਿਹੜਾ ਹੈ ਉਹ ਕਾਲ 'ਤੇ ਲੈਂਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਇੱਕ ਨੂੰ ਰੇਡੀਓ 'ਤੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਲਕੀਤ ਸਿੰਘ ਜੀ, ਆਪ ਜੀ ਦਾ ਧੰਨਵਾਦ ਜੀ। ਵਾਹਿਗੁਰੂ ਕਿਰਪਾ ਕਰਨ ਦੀ ਗਿਆਨੀ ਜੀ, ਆਪ ਜੀ ਨੂੰ ਅਸੀਂ ਜਦੋਂ ਮਰਜ਼ੀ ਬੇਨਤੀ ਕਰ ਲਈਦੀ ਆ ਅਤੇ ਆਪ ਜੀ ਐਸੀ ਪਿਆਰੀ ਰੂਹ ਹੋ ਕਿ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋ। ਸੋ ਇਹ ਗੁਰਸਿੱਖਾਂ ਦਾ ਪਿਆਰ ਹੈ ਜੀ। ਅਤੇ ਬਾਬਾ ਜੀ, ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ ਉਹ ਆਪ ਜੀ ਜਾਣਦੇ ਹੋ, ਸਿੱਖੀ ਅਤੇ ਸੇਵਾ। ਸੋ ਮੈਂ ਇਹ ਬੇਨਤੀ ਕਰਾਂਗਾ ਵੀ ਪਹਿਲਾਂ ਤਾਂ ਆਪਾਂ ਇਸ ਪ੍ਰਤੀ ਥੋੜ੍ਹੀ ਜਿਹੀ ਆਪਣੇ ਵਿਚਾਰ ਜ਼ਰੂਰ ਰੱਖੋ, ਕਿਉਂਕਿ ਆਪ ਜੀ ਨੇ ਗੁਰਬਾਣੀ ਅਤੇ ਇਤਿਹਾਸ ਨੂੰ ਮਿਲਾ ਕੇ ਵਿਚਾਰ ਰੱਖਣੇ ਨੇ। ਸੋ ਇਸ ਬਾਰੇ ਥੋੜ੍ਹੀ ਜਿਹੀ ਭੂਮਿਕਾ ਰੂਪੀ ਵਿਚਾਰ ਜ਼ਰੂਰ ਜੀ ਬਾਬਾ ਜੀ। ਭਾਈ ਮਲਕੀਤ ਸਿੰਘ ਜੀ, ਆਪ ਜੀ ਦਾ ਧੰਨਵਾਦ ਆ, ਕਿਉਂਕਿ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਵਾਹਿਗੁਰੂ ਜੀ। ਤੇ ਵਿਚਾਰ ਸਾਰੇ ਗੁਰੂ ਦੇ ਹੁੰਦੇ ਨੇ। ਆਪਾਂ ਤੇ ਰਲ ਮਿਲ ਕੇ ਮਹਾਰਾਜ ਸਾਹਿਬ ਜੀ ਦੇ ਜਸ ਨੂੰ ਗਾ ਕੇ ਤੇ ਆਪਾਂ ਖੁਸ਼ੀਆਂ ਪ੍ਰਾਪਤ ਕਰਨੀ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਜੀ। ਤੇ ਬਾਕੀ ਬੜਾ ਸੋਹਣਾ ਵਿਸ਼ਾ ਤੁਸੀਂ ਰੱਖਿਆ, ਬੜਾ ਜ਼ਰੂਰੀ ਆ ਜੀ। ਤੇ ਜਿੰਨੇ ਵੀ ਗੁਰਮੁਖ ਤੁਹਾਡੇ ਰਾਹੀਂ ਇਸ ਇੱਕ ਨੂੰ ਰੇਡੀਓ ਰਾਹੀਂ ਸਾਰੇ ਗੁਰਮੁਖ ਸੁਣ ਰਹੇ ਆ, ਉਹਨਾਂ ਨੂੰ ਮੈਂ ਬੜੀ ਨਿਮਰਤਾ ਸਹਿਤ ਦਾਸ ਫਤਿਹ ਅੱਜ ਕਰਦਾ ਤੇ ਆਪਾਂ ਪ੍ਰਾਰੰਭ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਸੰਸਾਰ ਤੇ ਜਿਸ ਵੇਲੇ ਉਤਾਰ ਲਿਆ ਨਾ ਜੀ, ਪਹਿਲਾਂ ਤਾਂ ਦੇਖੋ ਆਵਾਜ਼ ਠੀਕ ਆ, ਜ਼ਿਆਦਾ ਨਾ ਹੋਵੇ ਨਾ ਘੱਟ। ਬਹੁਤ ਵਧੀਆ ਆ ਰਹੀ ਹੈ ਜੀ ਆਵਾਜ਼। ਮੈਂ ਬਾਕੀ ਵੀਰਾਂ ਨੂੰ ਬੇਨਤੀ ਕਰਦਾ ਕਿ ਕਮੈਂਟ 'ਚ ਜ਼ਰੂਰ ਦੱਸ ਦਿਓ। ਹਾਂਜੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਤੋਂ ਪਹਿਲਾਂ ਸੰਸਾਰ ਦੀ ਹਾਲਤ ਇਹ ਸੀ ਵੀ ਇੱਕ ਦੂਜੇ ਤੋਂ ਖੋਇਆ ਤੇ ਜਾਂਦਾ ਸੀ, ਪਰ ਕਿਸੇ ਨੂੰ ਖਵਾਇਆ ਨਹੀਂ ਸੀ ਜਾਂਦਾ। ਵਾਹਿਗੁਰੂ ਜੀ, ਬਿਲਕੁਲ। ਖਵਾਉਂਦਾ ਨਹੀਂ ਸੀ ਕੋਈ, ਕਿਸੇ ਨੂੰ ਖੋਇਆ ਜਾਂਦਾ ਸੀ, ਮਾਰਿਆ ਜਾਂਦਾ ਸੀ, ਲਤਾੜਿਆ ਜਾਂਦਾ ਸੀ। ਤੇ ਜੇ ਆਪਾਂ ਕਹਿ ਲਈਏ ਭਾਈ ਗੁਰਦਾਸ ਸਾਹਿਬ ਜੀ ਦੀ ਉਹ ਰਚਨਾ ਜਿਹੜੀ ਉਹਨਾਂ ਦਾ ਕਾਵਿ ਆ ਭਾਈ ਗੁਰਦਾਸ ਸਾਹਿਬ ਜੀ ਦਾ, ਉਹਨਾਂ ਸਪਸ਼ਟ ਕਿਹਾ ਵੀ ਕੱਲ ਆਈ ਕੁੱਤੇ ਮੂੰਹੀ ਖਾਜ ਹੋਏ ਮਰਦਾਰ ਗੁਸਾਈ, ਰਾਜੇ ਪਾਪ ਕਮਾਨ ਦੇ ਉਲਟੀ ਵਾੜ ਖੇਤ ਕੋ ਕਾਈ। ਵਾਹਿਗੁਰੂ ਜੀ। ਖਾਧਾ ਤੇ ਜਾ ਰਿਹਾ ਸੀ ਪਰ ਕਿਸੇ ਨੂੰ ਖਵਾਇਆ ਨਹੀਂ ਸੀ ਜਾ ਰਿਹਾ। ਇੱਕ ਲੰਗਰ ਚੱਲਦਾ ਸੀਗਾ, ਉਹ ਵੀ ਸਿਰਫ ਉੱਚ ਸ਼੍ਰੇਣੀਆਂ ਵਾਸਤੇ ਸੀਗਾ। ਜਿਹੜਾ ਭਜਨ ਦਾ ਲੰਗਰ ਸੀ ਉਹ ਵੀ ਸਾਰੀਆਂ ਸ਼੍ਰੇਣੀਆਂ ਨਹੀਂ ਸੀ ਲੈ ਸਕਦੀਆਂ। ਬਿਲਕੁਲ ਬਿਲਕੁਲ ਜੀ। ਕੇਵਲ ਇੱਕ ਲੰਗਰ ਸੀਗਾ, ਉਹ ਵੀ ਉੱਚ ਸ਼੍ਰੇਣੀਆਂ ਵਾਸਤੇ ਸੀ। ਬਾਕੀ 3 ਸ਼੍ਰੇਣੀਆਂ ਉਹਨਾਂ ਦੀ ਵਰਨ ਵੰਡ ਦੇ ਮੁਤਾਬਕ ਖਾਲੀ ਕਰ ਦਿੱਤੀਆਂ ਗਈਆਂ ਸੀ ਜੀ। ਉਹਨਾਂ ਨੂੰ ਕੋਈ ਹੱਕ ਹੀ ਨਹੀਂ ਸੀ ਕਿ ਉਹ ਭਜਨ ਦਾ ਲੰਗਰ ਛਕ ਲੈਣ ਜਾਂ ਭੋਜਨ ਦਾ ਲੰਗਰ ਛਕ ਲੈਣ। ਉਹਨਾਂ ਨੂੰ ਇਸ ਗੱਲ ਤੋਂ ਬਿਲਕੁਲ ਵਾਂਝਾ ਕਰ ਦਿੱਤਾ ਗਿਆ ਸੀ, ਬਲਕਿ ਲੋਕਾਂ ਕੋ ਖੋ ਕੇ ਤੇ ਆਪਣੇ ਢਿੱਡ ਭਰੇ ਜਾਂਦੇ ਸੀ, ਆਪਣੇ ਘਰ ਭਰੇ ਜਾਂਦੇ ਸੀ। ਖਵਾ ਕੇ ਖੁਸ਼ੀ ਨਹੀਂ ਸੀ ਮਿਲਦੀ ਤੇ ਖੋ ਕੇ ਖੁਸ਼ੀ ਮਿਲਦੀ ਸੀ। ਖੋ ਕੇ ਖੁਸ਼ੀ ਮਿਲਦੀ, ਬਿਲਕੁਲ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਮਾਜ ਦੀ ਹਾਲਤ ਨੂੰ ਤੱਕਿਆ ਜੀ। ਮਹਾਰਾਜ ਨੇ ਤੱਕਿਆ ਕਿ ਇੱਥੇ ਇਸ ਵੇਲੇ ਦੁਨੀਆ ਅੰਦਰ ਜਿਹੜੀ ਆਪਸ ਵਿੱਚ ਖਹਿ ਕੇ ਲੋਕੀ ਮਰ ਰਹੇ ਨੇ ਤੇ ਖਿੱਚੋ ਤਾਣ ਬਣਿਆ ਹੋਇਆ ਵਾ। ਮਹਾਰਾਜ ਸਾਹਿਬ ਜੀ ਨੇ ਦੇਖਿਆ ਵੀ ਇਹਨਾਂ ਨੂੰ ਭਜਨ ਦੇ ਲੰਗਰ ਦੀ ਵੀ ਲੋੜ ਹੈ ਤੇ ਭੋਜਨ ਦੇ ਲੰਗਰ ਦੀ ਵੀ ਲੋੜ ਹੈ। ਬਿਲਕੁਲ ਜੀ। ਜੇ ਇਹਨਾਂ ਨੂੰ ਸਿੱਧਾ ਭਜਨ ਦਾ ਲੰਗਰ ਦਿੱਤਾ, ਇਹਨਾਂ ਨਹੀਂ ਲੈਣਾ ਜੀ। ਪਹਿਲਾਂ ਇਹਨਾਂ ਨੂੰ, ਜਿਵੇਂ ਆਪਾਂ ਪ੍ਰਾਇਮਰੀ ਸਕੂਲੇ ਪੜ੍ਹਦੇ ਹੁੰਦੇ ਸੀ ਤੇ
ਸਰਕਾਰ ਉਦੋਂ ਦਲੀਆ ਦਿੰਦੀ ਹੁੰਦੀ ਸੀ, ਆਪਾਂ ਦਲੀਏ ਦੇ ਚਾਅ ਨਾਲ ਸਕੂਲੇ ਚੱਲ ਜਾਂਦੇ ਹੁੰਦੇ ਸੀ ਜੀ ਤੇ ਇਹਨਾਂ ਨੂੰ ਪਹਿਲਾਂ ਭਜਨ ਦੇ ਨਾਲ ਦੇਣ ਨਾਲੋਂ ਪਹਿਲਾਂ ਭੋਜਨ ਦਾ ਲੰਗਰ ਵੀ ਦਈਏ ਜੀ ਤੇ ਇਸ ਪ੍ਰਕਾਰ ਇਹਨਾਂ ਦੇ ਪੇਟ ਦੀ ਪੂਰਤੀ ਹੋ ਸਕੇ। ਜਦੋਂ ਪੇਟ ਦੀ ਪੂਰਤੀ ਹੋਵੇ ਤੇ ਫਿਰ ਭਜਨ ਦਾ ਲੰਗਰ ਗੁਰੂ ਨਾਨਕ ਸਾਹਿਬ ਨੇ ਵਿਚਾਰਿਆ ਵੀ ਭਜਨ ਦਾ ਲੰਗਰ ਵੀ ਵੰਡੀਏ। ਜਿੱਥੇ ਇਹਨਾਂ ਦਾ ਪੇਟ ਤ੍ਰਿਪਤ ਹੁੰਦਾ ਉੱਥੇ ਇਹਨਾਂ ਦਾ ਮਨ ਵੀ ਤ੍ਰਿਪਤ ਹੋ ਜਾਂਦਾ। ਵਾਹਿਗੁਰੂ ਜੀ। ਸੱਚੇ ਪਾਤਸ਼ਾਹ ਜੀ ਨੇ ਉਹ ਮਨ ਨੂੰ ਤ੍ਰਿਪਤ ਕਰਨ ਵਾਸਤੇ ਗਰੀਬ ਨਿਵਾਸ ਸਾਹਿਬ ਨੇ ਲੰਗਰ ਦੀ ਪ੍ਰਪਾਟੀ, ਭਜਨ ਦੇ ਲੰਗਰ ਦੀ ਪ੍ਰਪਾਟੀ ਤੇ ਭੋਜਨ ਦੇ ਲੰਗਰ ਦੀ ਪ੍ਰਪਾਟੀ ਚਲਾਈ ਜੀ। ਭਾਵੇਂ ਕਿ ਮਹਾਰਾਜ ਨੂੰ ਇਹ ਚਲਾਉਣ ਵਾਸਤੇ ਮੈਂ ਵਿੱਚੋਂ ਵਿੱਚੋਂ ਬੇਨਤੀਆਂ ਕਰਨੀਆਂ, ਕਿਉਂਕਿ ਆਪਾਂ ਅੱਜ ਦੇ ਵਿਸ਼ੇ ਤੇ ਆਉਣਾ ਹੈ। ਮੈਂ ਜੀ ਭੂਮਿਕਾ ਹੀ ਕਹਿ ਰਿਹਾ ਜੀ। ਭਾਵੇਂ ਕਿ ਮਹਾਰਾਜ ਨੂੰ ਇਹ ਲੰਗਰ ਚਲਾਉਣ ਲਈ ਆਪਣੇ ਬਾਪੂ ਦੀਆਂ ਝਿੜਕਾਂ ਵੀ ਖਾਣੀਆਂ ਪਈਆਂ ਜੀ। ਝਿੜਕਾਂ ਵੀ ਖਾਧੀਆਂ, ਬਾਪੂ ਨੇ ਮਾਰਿਆ ਵੀ ਮਹਾਰਾਜ ਸਾਹਿਬ ਜੀ ਨੂੰ। ਵਾਹਿਗੁਰੂ। ਤੇ ਇੱਥੋਂ ਤੱਕ ਕਿ ਮਾਤਾ ਨਾਨਕੀ ਜੀ ਆਏ ਹੋਏ ਸੀ ਘਰੇ, ਮਾਤਾ ਜੀ ਭੱਜ ਕੇ ਚਲ ਗਏ ਸਨ ਉਸ ਗੁਰਦੁਆਰਾ ਸਾਹਿਬ, ਜਿਹੜਾ ਉਹ ਤੰਬੂ ਸਾਹਿਬ ਗੁਰਦੁਆਰਾ, ਇੱਥੇ ਸਾਰੀ ਰਾਤ ਬੈਠੇ ਰਹੇ ਸੀ ਮਹਾਰਾਜ। ਜਦੋਂ ਭੋਜਨ ਛਕਾ ਕੇ ਆਏ ਸੀਗੇ ਉਸ ਵੇਲੇ ਭੁੱਖੇ ਸਾਧੂਆਂ ਨੂੰ ਜੀ, ਤੇ ਉਸ ਵੇਲੇ ਬਾਲੇ ਨੂੰ ਮਹਾਰਾਜ ਨੇ ਪੁੱਛਿਆ, ਮਹਾਰਾਜ ਦੇ ਪਿਤਾ ਜੀ ਨੇ ਵੀ ਗੁਰੂ ਨਾਨਕ ਤੋਂ ਕਹਿੰਦੇ ਜੀ ਉਹ ਤਾਂ ਉੱਥੇ ਬੈਠੇ ਹੋਏ ਆ ਤੇ ਪੈਸੇ ਕਹਿੰਦੇ ਜੀ ਉਹ ਖਵਾਉਂਦੇ ਆ, ਤੇ ਗੁੱਸੇ 'ਚ ਆ ਗਏ। ਹੁਣ 20 ਰੁਪਏ ਬਹੁਤ ਸੀ ਉਸ ਸਮੇਂ। ਬਿਲਕੁਲ ਬਿਲਕੁਲ ਜੀ, ਜੇ ਆਪਾਂ ਉਸ ਹਿਸਾਬ ਨਾਲ ਦੇਖਦੇ ਹਾਂ ਤਾਂ ਬਹੁਤ ਵੱਡੀ ਰਕਮ ਸੀ। ਬਹੁਤ ਸੀਗੇ ਤੇ ਨਾਲੇ ਉਹ ਹੁਣ ਪਟਵਾਰੀ ਸਾਨੂੰ ਚਾਹੁੰਦੇ ਸਨ ਮੇਰਾ ਪੁੱਤਰ ਜਦ ਵੱਡਾ ਵਪਾਰ ਕਰੇ, ਤਹਿਸੀਲਦਾਰ ਕਾਨੂੰਗੋ ਲੱਗੇ। ਹਰ ਮਾਂ ਪਿਓ ਦੀ ਇੱਛਾ ਇਸ ਤਰ੍ਹਾਂ ਦੀ ਹੁੰਦੀ ਆ ਕਿ ਜਿਸ ਅਹੁਦੇ ਤੇ ਮੈਂ ਨਹੀਂ ਵੀ ਕਿਸੇ ਅਹੁਦੇ ਤੇ ਬੰਦਾ ਆਪਣੇ ਧੀਆਂ ਪੁੱਤਾਂ ਨੂੰ ਡਾਕਟਰ, ਵਕੀਲ, ਜੱਜ ਰਾਹੀਂ ਵੇਖਦਾ ਹੀ ਆ, ਇਹੋ ਜਿਹੇ ਸੁਪਨੇ ਸਜਾਉਂਦਾ ਹੀ ਆ। ਜੀ 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 ਜੀ। ਮਾਤਾ ਨਾਨਕੀ ਜੀ ਜਾ ਕੇ ਗਏ, ਬਾਪੂ ਜੀ ਗੁੱਸੇ 'ਚ ਮਹਾਰਾਜ ਸਾਹਿਬ ਜੀ ਨੇ ਇੱਕ ਮਾਰ ਦਿੱਤੀ ਸੀ ਉਹਨਾਂ ਨੇ ਚਪੇੜ, ਤੇ ਮਾਤਾ ਨਾਨਕੀ ਜੀ ਬੜੇ ਪਿਆਰ ਨਾਲ ਬਾਪੂ ਦਾ ਹੱਥ ਫੜ ਕੇ ਕਿਹਾ, ਬਾਪੂ ਕਿਉਂ ਮਾਰਦਾ ਮੇਰੇ ਵੀਰ ਨੂੰ ਜੀ? ਤੇ ਉਹ ਕਹਿਣ ਲੱਗੇ ਇਹ ਮੈਂ ਇਸ ਕਰਕੇ ਮਾਰਦਾ ਆ ਵੀ ਦੇਖ ਤੂੰ ਆਪਣੇ ਘਰ ਚਲ ਗਈ ਆ ਤੇ ਅਸੀਂ ਆਪਣੇ ਘਰ ਚਲ ਜਾਣਾ, ਨਦੀ ਕਿਨਾਰੇ ਰੁਖੜਾ ਆ ਜੀ, ਤੇ ਇਹ ਕਿੱਥੋਂ ਖਾਵੇਗਾ? ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਇਹ ਖਾਵੇਗਾ ਕਿੱਥੋਂ। ਤੇ ਬੇਬੇ ਨੇ ਬੜੀ ਪਿਆਰੀ ਗੱਲ ਕਹੀ, ਕਹਿਣ ਲੱਗੀ ਬਾਪੂ ਤੂੰ ਕਿਸੇ ਭੁਲੇਖੇ 'ਚ ਜੀ ਰਿਹਾ ਹੈ, ਜਿਹਨੂੰ ਤੂੰ ਕਹਿ ਰਿਹਾ ਕਿੱਥੋਂ ਖਾਵੇਗਾ ਇਹਦੇ ਨਾਂ ਤੇ ਸਾਰਾ ਸੰਸਾਰ ਖਾਇਆ ਕਰੇ। ਜੀ ਜੀ। ਤੂੰ ਬਾਪੂ ਜਿਸ ਨੂੰ ਕਹਿ ਰਿਹਾ ਨਾ, ਜਿਸ ਨੂੰ ਮਾਰਿਆ ਵਾ ਤੂੰ, ਇਹ ਕਿੱਥੋਂ ਖਾਵੇਗਾ? ਸਭ ਜਾਣੀ ਬਾਪੂ ਇਹਦੇ ਨਾਂ ਤੇ ਸਾਰਾ ਸੰਸਾਰ ਖਾਵੇਗਾ। ਵਾਹਿਗੁਰੂ ਵਾਹਿਗੁਰੂ। ਬਿਲਕੁਲ ਜੀ, ਅੱਜ ਸਾਰਾ ਸੰਸਾਰ ਖਾ ਰਿਹਾ ਜੀ। ਤੋ ਮਹਾਰਾਜ ਸਾਹਿਬ ਦੇ ਨਾਮ ਤੇ ਅੱਜ ਜਿਹੜਾ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਰਿਹਾ ਭੁੱਖਾ ਕਦੇ ਨਹੀਂ ਰਹੇਗਾ। ਬਿਲਕੁਲ ਜੀ। ਮਹਾਰਾਜ ਸਾਹਿਬ ਨੇ ਲੰਗਰ ਦੀ ਪ੍ਰਪਾਟੀ ਸ਼ੁਰੂ ਕਰ ਦਿੱਤੀ ਨਾਲ ਇਹ ਭਜਨ ਦੇ ਲੰਗਰ ਦੀ, ਨਾਲ ਭੋਜਨ ਦੇ ਲੰਗਰ ਦੀ ਜੀ। ਔਰ ਆਪਣੇ ਮੁਖ ਚੋਂ ਬਚਨ ਕਿਹਾ ਮਹਾਰਾਜ ਨੇ ਸਪਸ਼ਟ ਰੂਪ ਵਿੱਚ ਵੀ ਭਾਈ ਜਿਹੜਾ ਸਾਡਾ ਗੁਰਸਿੱਖ ਹੋਵੇਗਾ ਉਹ ਦੋਵੇਂ ਲੰਗਰ ਛਕੇਗਾ। ਉਹ ਦਾਤਾ ਆ, ਛਕਾ ਕੇ ਉਹਨੂੰ ਖੁਸ਼ੀ ਮਿਲੇਗੀ, ਖੋ ਕੇ ਖੁਸ਼ੀ ਨਹੀਂ ਮਿਲੇਗੀ। ਔਰ ਜਿਹੜਾ ਮੰਗੇਗਾ ਗੁਰ ਪੀਰ ਸਦਾਏ ਤਾਂ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਏ ਪਾਏ। ਵਾਹਿਗੁਰੂ। ਮਹਾਰਾਜ ਕਹਿੰਦੇ ਨਹੀਂ ਮੈਂ ਇਹੋ ਜਿਹਾ ਸਿੱਖ ਨਹੀਂ ਬਣਾਉਂਦਾ, ਮੇਰਾ ਸਿੱਖ ਇਹੋ ਜਿਹਾ ਹੋਗਾ ਘਾਲ ਖਾਏ ਹੱਥੋਂ ਦੇ, ਨਾਨਕ ਰਾਹ ਪਛਾਣੇ ਛੇ। ਕਹਿੰਦੇ ਉਹ ਘਾਲ ਕਮਾਈ ਕਰੇਗਾ, ਕੁਛ ਹੱਥੋਂ ਵੰਡ ਕੇ ਖੁਸ਼ੀ ਪ੍ਰਤੀਤ ਕਰੇਗਾ, ਖੁਸ਼ ਹੋਵੇਗਾ ਉਹ ਹੱਥੋਂ ਦੇ ਕੇ। ਉਹ ਦਸਾਂ ਨੂੰ ਛਕਾਉਣ ਵਾਲਾ ਹੋਵੇਗਾ, ਹਜ਼ਾਰਾਂ ਤੋਂ ਖੋਣ ਵਾਲਾ ਨਹੀਂ ਹੋਵੇਗਾ। ਵਾਹਿਗੁਰੂ ਵਾਹਿਗੁਰੂ ਜੀ। ਭਾਈ ਗੁਰਦਾਸ ਸਾਹਿਬ ਨੇ ਇਹਦੇ ਨਾਲ ਇੱਕ ਪੰਕਤੀ ਕਹਿਤੀ, ਭਾਈ ਸਾਹਿਬ ਕਹਿੰਦੇ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ ਜੀ, ਉਹ ਭਲਾ ਮਨਾਵੇਗਾ ਜੀ। ਇਸ ਪ੍ਰਕਾਰ ਇਹ ਪ੍ਰਪਾਟੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਲੰਗਰਾਂ ਦੀ ਤੇ ਸੇਵਾ ਦੀ ਪ੍ਰਾਰੰਭ ਕਰਤੀ। ਇਹ ਆਪ ਬਾਨੀ ਗੁਰੂ ਨਾਨਕ ਸਾਹਿਬ ਨੇ ਸੇਵਾ ਕੀਤੀ। ਪਹਿਲਾਂ ਸੇਵਾ ਦਾ ਮੁੱਢ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਸ਼ੁਰੂ ਕੀਤਾ ਜੀ। ਤੇ ਫਿਰ ਸਿੱਖਾਂ ਨੂੰ ਕਿਹਾ ਭਾਈ ਸੇਵਾ ਕਰਨੀ ਆ ਲੁਕਾਈ ਦੀ, ਆਪਣੇ ਕੋਲੋਂ ਜੋ ਹੈ ਉਸਨੂੰ ਵੰਡ ਕੇ ਖਾਣਾ ਆ। ਇਹ ਸਾਡੇ ਧਰਮ ਦੇ ਮੂਲ ਸਿਧਾਂਤ ਆ ਵੀ ਨਾਮ ਜਪਣਾ, ਇਸ ਪ੍ਰਕਾਰ ਕਿਰਤ ਕਰਨੀ ਤੇ ਵੰਡ ਕੇ ਛਕਣਾ, ਇਹ ਸਾਡੇ ਮੂਲ ਸਿਧਾਂਤ ਆ ਸਿੱਖੀ ਦੇ। ਵਾਹਿਗੁਰੂ ਜੀ। ਬਿਲਕੁਲ। ਸਾਰ ਕਿਤਾਬ ਦੇ ਵਿੱਚ ਨਾ ਪੰਡਤ ਹਰਦਿਆਲ ਸਿੰਘ ਹੁਣਾਂ ਨੇ 2 ਸਤਰਾਂ ਕਹੀਆਂ। ਪੰਡਤ ਹਰਦਿਆਲ ਸਿੰਘ ਜੀ ਕਹਿੰਦੇ ਆ ਵੀ ਜਦੋਂ ਬੱਦਲ ਪਾਣੀ ਨਾਲ ਭਰ ਕੇ ਆਉਂਦਾ ਹੈ ਨਾ ਜੀ, ਖਾਲਸਾ ਕਹਿੰਦੇ ਕਿਵੇਂ ਆ? ਖਾਲਸੇ ਦੀ ਸੇਵਾ ਇੰਜ ਸਮਝੋ ਜਿਵੇਂ ਬੱਦਲ ਪਾਣੀ ਨਾਲ ਭਰਿਆ ਹੋਵੇ ਤੇ ਉਹ ਖੇਤੀਆਂ ਤੇ ਆ ਕੇ ਪੈਂਦਾ ਆ
ਪਰ ਉਹ ਕਦੀ ਨਹੀਂ ਦੇਖਦਾ ਵੀ ਖੇਤੀ ਆਸਤਕ ਦੀ ਆ ਕਿ ਖੇਤੀ ਨਾਸਤਕ ਦੀ ਆ। ਬਿਲਕੁਲ ਜੀ। ਉਹ ਸਾਰਿਆਂ ਨੂੰ ਹਰਿਆ ਭਰਿਆ ਕਰ ਜਾਂਦਾ ਆ ਜੀ। ਤੇ ਨਦੀਆਂ ਜਦੋਂ ਵਗਦੀਆਂ ਨੇ, ਨਦੀਆਂ ਲੋਕਾਂ ਵਾਸਤੇ ਹੁੰਦੀਆਂ, ਨਦੀਆਂ ਆਪਣੇ ਆਪ ਨੂੰ ਨਹੀਂ ਪੀਂਦੀਆਂ। ਜੀ। ਰੁੱਖਾਂ ਨੂੰ ਫਲ ਲੱਗਦਾ ਆ, ਉਹ ਫਲ ਬ੍ਰਿਖ ਨਹੀਂ ਖਾਂਦੇ ਬਲਕਿ ਲੋਕਾਂ ਵਾਸਤੇ ਹੁੰਦਾ ਆ। ਤੇ ਖਾਲਸਾ ਇਸੇ ਪ੍ਰਕਾਰ ਹੀ, ਖਾਲਸਾ ਪਰਉਪਕਾਰੀ ਆ ਜੀ। ਪਰਉਪਕਾਰੀ ਦਾ ਭਾਵ ਪਰ ਉਪਕਾਰ ਕਰਨਾ, ਆਪਣੇ ਲਈ ਕੁਝ ਵੀ ਨਹੀਂ, ਦੂਸਰੇ ਲਈ ਆਪਣੀ ਜਿੰਦ ਜਾਨ ਵੀ ਲਾ ਦੇਣੀ ਆ। ਇਸ ਨੂੰ ਪਰਉਪਕਾਰ ਕਹਿੰਦੇ ਆ ਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਹੈ। ਵਾਹਿਗੁਰੂ ਵਾਹਿਗੁਰੂ। ਬਿਲਕੁਲ ਜੀ। ਇਹਦੇ ਨਾਲ ਇੱਕ ਵਚਨ ਵੀ ਗੁਰਬਾਣੀ ਦਾ ਚੇਤੇ ਆ ਗਿਆ ਵੀ ਮਹਾਰਾਜ ਕਹਿੰਦੇ ਉਪਦੇਸ਼ ਕਰੇ ਗੁਰ ਸਤਿਗੁਰੂ ਪੂਰਾ, ਜੀ। ਗੁਰ ਸਤਿਗੁਰੂ ਪਰਉਪਕਾਰੀ ਜੀਓ। ਵਾਹਿਗੁਰੂ ਜੀ। ਜਦ ਪ੍ਰਭ ਕੋ ਸਿਮਰੇ ਸੇ ਪਰਉਪਕਾਰੀ। ਜੀ। ਤੇ ਫਿਰ ਖਾਲਸੇ ਦਾ ਸੁਭਾਅ ਆ ਵੀ ਉਹ ਕਿਸੇ ਦਾ ਔਗਣ ਨਹੀਂ ਦੇਖਦਾ, ਔਗਣ ਸਭੇ ਮਟਾਏ ਕੇ ਪਰਉਪਕਾਰ ਕਰੇ। ਵਾਹਿਗੁਰੂ। ਔਗਣ ਨਹੀਂ ਕਿਸੇ ਦਾ ਦੇਖਦਾ। ਬਿਲਕੁਲ ਬਿਲਕੁਲ ਜੀ। ਇਸ ਪ੍ਰਕਾਰ ਇਹ ਸਾਨੂੰ ਮਹਾਰਾਜ ਨੇ ਸੇਵਾ ਦਿੱਤੀ ਜੀ। ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਪਰਪਾਟੀ ਤੇ ਪੂਰਨ ਤੌਰ ਤੇ ਮੋਹਰ ਲਾ ਕੇ ਇੱਕ ਥਾਂ ਤੇ ਪੰਗਤ ਤੇ ਸੰਗਤ ਦੀ ਜਿਹੜੀ ਸਾਂਝ ਹੈ ਉਹ ਗੁਰੂ ਅਮਰਦਾਸ ਨੇ ਪੂਰਨ ਰੂਪ ਵਿੱਚ ਉਹ ਸੰਸਾਰ ਦੇ ਸਾਹਮਣੇ ਲਿਆ ਕੇ ਗੋਂਦਵਾਲ ਸਾਹਿਬ ਉਹ ਸਪਸ਼ਟ ਕਰ ਦਿੱਤਾ। ਇੱਥੇ ਨਾ ਕੋਈ ਜਾਤ ਵਰਨ ਹੈ, ਨਾ ਕੋਈ ਆਸ਼ਰਮ ਵਰਨ ਹੈ, ਨਾ ਕੋਈ ਵਹਿਮ ਤੇ ਭਰਮ ਹੈ। ਇੱਕੋ ਹੀ ਬੌਲੀ ਵਿੱਚ ਇਸ਼ਨਾਨ ਕਰਾਓ ਤੇ ਇੱਕੋ ਪੰਗਤ ਵਿੱਚੋਂ ਬੈਠ ਕੇ ਗੁਰੂ ਦਾ ਲੰਗਰ ਛਕੋ। ਵਾਹਿਗੁਰੂ ਵਾਹਿਗੁਰੂ। ਬਿਲਕੁਲ ਜੀ। ਇਹ ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਦਾਤ ਬਖਸ਼ ਦਿੱਤੀ। ਜੀ ਜੀ ਜੀ। ਹੈਰਾਨਗੀ ਦੀ ਗੱਲ ਇਹ ਆ ਵੀ ਹਿੰਦੁਸਤਾਨ ਦਾ ਜਿੱਦਣ ਬਾਦਸ਼ਾਹ ਵੀ ਆਇਆ ਜੀ, ਉਸ ਨੂੰ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪਿਆ। ਉਹੋ ਹੀ ਛਕਣਾ ਪਿਆ ਜੋ ਉਹ ਸੰਗਤਾਂ ਉੱਥੇ ਵਰਤਾ ਰਹੀਆਂ ਸੀ, ਜੋ ਤਿਆਰ ਸੀ। ਇਹ ਕੋਈ ਮੰਗ ਨਹੀਂ ਸੀ ਵੀ ਸਾਨੂੰ ਤਾਂ ਦਾਲ ਚੰਗੀ ਨਹੀਂ ਲੱਗਦੀ ਜੀ, ਸਾਡੇ ਵਾਸਤੇ ਤਾਂ ਤੁਸੀਂ ਕੋਈ ਮੀਟ ਮੱਛੀ ਫਰਾਈ ਕਰੋ, ਸਾਨੂੰ ਉਹ ਦਿਓ ਲਿਆ ਕੇ। ਉਹ ਰਾਜਾ ਸੀ, ਕੋਈ ਮੰਗ ਕਰ ਸਕਦਾ ਸੀ, ਪਰ ਉਹਨੇ ਕੋਈ ਮੰਗ ਨਹੀਂ ਕੀਤੀ, ਨਾ ਉਹਨੂੰ ਕੁਝ ਦਿੱਤਾ ਗਿਆ। ਜੀ ਬਿਲਕੁਲ। ਜੋ ਬਣਿਆ ਹੋਇਆ ਸੀ ਉਹਨੇ ਸਤ ਕਰਤਾਰ ਕਰਕੇ ਛਕਿਆ ਅਤੇ ਸਗੋਂ ਇਤਿਹਾਸ ਇਹ ਕਹਿੰਦਾ ਬਹੁਤ ਖੁਸ਼ ਹੋਇਆ। ਉਹਨੇ ਖੁਸ਼ ਹੋ ਕੇ ਕਿਹਾ, ਗੁਰੂ ਅਮਰਦਾਸ ਪਾਤਸ਼ਾਹ ਮੇਰੀ ਰਸੋਈ ਵਿੱਚ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਕਬਾਬ ਪੱਕਦੇ ਹੋਣਗੇ, ਜੋ ਆਨੰਦ ਤੇਰੇ ਟੱਪੜਾਂ ਤੇ ਬਹਿ ਕੇ ਆਇਆ ਮੈਨੂੰ ਆਪਣੇ ਜੀਵਨ ਚ ਕਦੀ ਵੀ ਨਹੀਂ ਆਇਆ। ਵਾਹਿਗੁਰੂ ਵਾਹਿਗੁਰੂ ਜੀ। ਇਹ ਲੰਗਰ ਸੀ ਮਹਾਰਾਜ ਨੇ, ਪਰ ਉਸਨੇ ਇੱਥੇ ਇੱਕ ਗੱਲ ਕਹਿ ਕੇ ਮੈਂ ਆਪਣੇ ਵਿਸ਼ੇ ਨਾਲ ਜੁੜ ਜਾਣਾ ਜੀ। ਇੱਥੇ ਉਹ ਹੈਰਾਨ ਹੋ ਕੇ ਉਸਨੇ ਕੁਝ ਦੇਣਾ ਵੀ ਚਾਹਿਆ ਸੀ ਕਿ ਚਲੋ ਮੈਂ ਜਗੀਰ ਦਿਆਂ ਕਿ ਲੰਗਰ ਚੱਲਦੇ ਰਹਿਣ, ਤੇ ਮਹਾਰਾਜ ਨੇ ਲੈਣ ਤੋਂ ਇਨਕਾਰ ਕਰਤਾ ਸੀ। ਕਿਹਾ ਭਾਈ ਇਹ ਲੰਗਰ ਗੁਰੂ ਨਾਨਕ ਸਾਹਿਬ ਜੀ ਦੇ ਇਹ ਜਗੀਰਦਾਰਾਂ ਦੀ ਜਿਹੜੀ ਆ, ਉਹ ਜਗੀਰਦਾਰਾਂ ਦੀ ਆਪਾਂ ਕਹਿ ਸਕਦੇ ਜਗੀਰਦਾਰਾਂ ਦੀ ਭੇਟਾ ਨਹੀਂ ਆ ਲੰਗਰ ਜੀ। ਇਹ ਤਾਂ ਗੁਰਸਿੱਖ ਹੋਣਗੇ, ਉਹ ਆਇਆ ਕਰਨਗੇ। ਜਿੱਦਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਨਾ ਵੀ ਸ਼ੰਕਾ ਮਨੋਂ ਮਟਾਏ ਕੇ ਗੁਰਸਿੱਖਾਂ ਦੀ ਸੇਵ ਕਰਨ ਦਾ, ਕਿਰਤ ਵਿਰਤ ਕਰ ਧਰਮ ਦੀ, ਲਿਆ ਪ੍ਰਸ਼ਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇਖ ਕੇ ਪਿੱਛੋਂ ਬਚਿਆ ਆਪ ਸ਼ਿਕਨ ਖਵੰਦਾ। ਵਾਹਿਗੁਰੂ ਵਾਹਿਗੁਰੂ ਜੀ। ਇਹ ਤੇ ਗੁਰਸਿੱਖਾਂ ਲਈ ਹੈ, ਉਹ ਆਪੇ ਲਿਆਉਣਗੇ ਤੇ ਚਲਾਉਣਗੇ। ਇਹ ਜਿਹੜੇ ਵੱਡੇ ਕੋਈ ਬਾਦਸ਼ਾਹ ਦੀ ਜਗੀਰ ਨਹੀਂ ਹੈ ਗੁਰੂ ਕਾ ਲੰਗਰ। ਬਿਲਕੁਲ ਜੀ। ਇਹ ਸੱਚੇ ਪਾਤਸ਼ਾਹ ਦੀ ਜਗੀਰ ਹੈ। ਬਿਲਕੁਲ ਬਿਲਕੁਲ ਜੀ। ਆਪਾਂ ਉਹ ਵੀ ਸਮੇਂ ਦੇਖੇ ਜਦੋਂ ਛੋਲੇ ਖਾਧੇ ਤੇ ਛੋਲੇ ਵਰਤਾਏ ਗਏ ਆ ਜੀ। ਇਸ ਕਰਕੇ ਇਸ ਪ੍ਰਕਾਰ ਗੁਰੂ ਕਾ ਲੰਗਰ ਚੱਲਦਾ ਤੇ ਜੀ ਜੀ ਜੀ। ਸੱਚੇ ਪਾਤਸ਼ਾਹ ਦੇ ਘਰੇ ਭਜਨ ਦਾ ਲੰਗਰ ਵੀ ਮਿਲਦਾ ਤੇ ਭੋਜਨ ਦਾ ਲੰਗਰ ਵੀ ਮਿਲਦਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਔਰ ਭਗਤਾਂ ਨੇ ਸਮਝਿਆ ਸੀ। ਭਗਤਾਂ ਨੇ ਤੇ ਇੱਥੋਂ ਤੱਕ ਕਹਿਤਾ ਹੈ ਮਹਾਰਾਜ ਉਹ ਭਜਨ ਦਾ ਲੰਗਰ ਵੀ ਤਾਂ ਅਸੀਂ ਕਰ ਸਕਦੇ ਹਾਂ, ਗਾ ਸਕਦੇ ਹਾਂ ਜਿਹਨੂੰ ਸਾਨੂੰ ਮਿਲੂਗਾ। ਬਿਲਕੁਲ ਜੀ। ਜੇ ਭੋਜਨ ਨਹੀਂ ਮਿਲਦਾ ਤੇ ਪ੍ਰਮਾਤਮਾ ਤੇਰੀ ਭਗਤੀ ਵੀ ਨਹੀਂ ਹੋਣੀ। ਭੁੱਖੇ ਭਗਤ ਨਾ ਕੀਜੈ, ਜੈ ਮਾਲਾ ਆਪਣੀ ਨੀਚੇ। ਵਾਹਿਗੁਰੂ ਜੀ। ਬਿਲਕੁਲ। ਸਾਡੇ ਕੋਲ ਭੁੱਖਿਆਂ ਤੋਂ ਮਾਲਾ ਵੀ ਨਹੀਂ ਫਿਰਦੀ। ਭੁੱਖਿਆਂ ਤੋਂ ਦੇਖੋ, ਮੌਤ ਤਾਂ ਜੀਵਨ ਵਿੱਚ ਬੰਦੇ ਨੂੰ ਇੱਕ ਵਾਰੀ ਹੁੰਦੀ ਆ, ਪਰ ਭੁੱਖ ਵਾਰ-ਵਾਰ ਸਤਾਉਂਦੀ ਆ। ਤੁਸੀਂ ਮੈਨੂੰ ਆ ਜ਼ਿਕਰ ਕਰ ਰਹੇ ਸੀ ਨਾ ਜੀ। ਯੂਪੀ ਦੇ ਵਿੱਚ ਵਿਚਾਰੇ ਭੁੱਖ ਨਾਲ ਹੀ ਮਰ ਗਏ, ਜਾਂ ਆਪਣੇ ਆਪ ਉਹਨਾਂ ਆਤਮ ਹੱਤਿਆ ਕਰ ਲਈ, ਭੁੱਖਿਆਂ ਨੇ ਕਰ ਲਈ ਵਿਚਾਰਿਆਂ ਨੇ। ਬਿਲਕੁਲ ਬਿਲਕੁਲ ਜੀ। ਦੇਖੋ ਆਪਾਂ ਨਾ ਇੱਕ ਗੱਲ ਭਾਈ ਸਾਹਿਬ ਸੋਚਦੇ ਹਾਂ, ਕਹਿਣਾ ਵੀ ਮਰਦਾਂ ਦੀ ਅੱਖਾਂ ਦੇ ਵਿੱਚ ਹੰਝੂ ਨਹੀਂ ਆਉਂਦੇ। ਮੈਂ ਇੱਕ ਵੀਰ ਦੀ ਵੀਡੀਓ ਦੇਖ ਰਿਹਾ ਸੀ, ਉਹ ਰਾਤ ਨੂੰ 2 ਵਜੇ ਤਹਈਆ ਕਰ ਰਿਹਾ ਸੀ, ਰੋ ਰਿਹਾ ਸੀ, ਕਹਿੰਦਾ ਸੀ ਭੁੱਖ ਆ ਤੇ ਮੈਂ ਤੇ ਮੇਰਾ ਪਰਿਵਾਰ ਭੁੱਖੇ ਬੈਠੇ ਆ।
ਸੋ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸਿੱਖ ਹੈ ਕਿ ਉਹ ਇੱਥੇ ਬੈਠਿਆਂ ਦੇ ਦਿਲ ਤੜਫ ਰਹੇ ਸੀ ਵੀ ਕਿਹੜੇ ਤਰੀਕੇ ਨਾਲ ਇਹਨਾਂ ਤੱਕ ਪਹੁੰਚ ਕਰਕੇ ਇਹਨਾਂ ਤੱਕ ਲੰਗਰ ਪ੍ਰਸ਼ਾਦਾ ਪਹੁੰਚਾਇਆ ਜਾਵੇ। ਹਾਂ ਬਿਲਕੁਲ ਬਿਲਕੁਲ। ਜੀ ਜੀ, ਉਹ ਕੋਈ ਦਾਸ ਦੀ ਜਾਂ ਕਿਸੇ ਇੱਕ ਗੁਰਸਿੱਖ ਦੀ ਵਡਿਆਈ ਨਹੀਂ, ਕੋਈ ਵੀ ਗੁਰੂ ਦਾ ਸਿੱਖ ਜਦੋਂ ਸੁਣਦਾ ਹੈ ਤਾਂ ਉਹਦੇ ਮਨ 'ਚ ਤੜਫ ਜ਼ਰੂਰ ਉੱਠਦੀ ਹੈ। ਔਰ ਇਹ ਗੁਰੂ ਨਾਨਕ ਪਾਤਸ਼ਾਹ ਦੀ ਹੀ ਦਿੱਤੀ ਹੋਈ ਹੈ, ਕਿਉਂਕਿ ਇਕੱਲੇ ਸਿੱਖਾਂ ਦੇ ਮਨ ਦੇ ਵਿੱਚ ਇਹ ਤੜਫ ਕਿਉਂ ਉੱਠਦੀ ਹੈ? ਇਸੇ ਲਈ ਉੱਠਦੀ ਹੈ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਸਾਡੇ 'ਚ ਸਿਧਾਂਤ ਭਰੇ ਹੋਏ ਨੇ। ਇਹ ਹਾਂ, ਮਹਾਰਾਜ ਨੇ ਭਜਨ ਦਾ ਲੰਗਰ ਇੰਨਾ ਬਲਵਾਨ ਕੀਤਾ ਉੱਥੇ, ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਗੁਰਬਾਣੀ 'ਚ ਰੱਖਿਆ ਮਾਤਾ ਖੀਵੀ ਜੀ ਦੇ ਰਾਹੀਂ। ਜੀ ਜੀ ਬਿਲਕੁਲ। ਜਿੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਵੀ ਕੜਛਾ ਵਰਤਾਇਆ ਵਾ। ਗੁਰੂ ਅੰਗਦ ਸਾਹਿਬ ਜੀ ਨੇ, ਮਾਤਾ ਜੀ ਨੇ ਕਹਿ ਹੀ ਦਿੱਤਾ ਸੀ ਇੱਕ ਵਾਰੀ ਵੀ ਤੁਸੀਂ ਤਾਂ ਬਰਕਤਾਂ ਲੈ ਆਏ ਪਰ ਮੈਂ ਤਾਂ ਖਾਲੀ ਰਹਿ ਗਈ ਨਾ। ਵਾਹਿਗੁਰੂ ਜੀ। ਮਹਾਰਾਜ ਨੇ ਬੜੇ ਪਿਆਰ ਨਾਲ ਕਿਹਾ ਸੀ, ਕਹਿਣ ਲੱਗੇ ਨਹੀਂ ਮਾਤਾ ਖੀਵੀ ਜੀ ਨੂੰ, ਕਹਿੰਦੇ ਤੁਸੀਂ ਖਾਲੀ ਨਹੀਂ ਰਹੇ, ਤੁਹਾਨੂੰ ਵੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕੜਛਾ ਬਖਸ਼ਿਆ, ਮੈਨੂੰ ਵੀ ਇੱਕ ਕੜਛਾ ਦਿੱਤਾ ਜੀ। ਮੈਂ ਕੜਛਾ ਸ਼ਬਦ ਦਾ ਲੈ ਕੇ ਆਇਆ, ਮੈਂ ਸ਼ਬਦ ਦਾ ਕੜਛਾ ਵਰਤਾਵਾਂਗਾ। ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਲੰਗਰ ਦਾ ਕੜਛਾ ਦਿੱਤਾ ਹੈ, ਤੁਸੀਂ ਲੰਗਰ ਵਰਤਾਉਣਾ ਹੈ। ਐਸਾ ਕੜਛਾ ਮਾਤਾ ਖੀਵੀ ਜੀ ਨੇ ਵਰਤਾਇਆ। ਦਾਤਾ ਜੀ ਨੇ ਤਰਕਾਲ ਦਾਸੀ ਬਾਣੀ ਵਿੱਚ ਮਾਤਾ ਖੀਵੀ ਜੀ ਦਾ ਨਾਮ ਦਰਜ ਕੀਤਾ। ਵਾਹਿਗੁਰੂ ਜੀ। ਉਹ ਮੁੱਖੋਂ ਬਚਨ ਕਿਹਾ, ਕੈਸਾ ਲੰਗਰ ਹੋਵੇਗਾ। ਉਹ ਵਿਦਵਾਨਾਂ ਨੇ ਜਿੱਥੇ ਉਹਨਾਂ ਦਾ ਇਤਿਹਾਸ ਲਿਖਿਆ ਉੱਥੇ ਲਿਖਿਆ ਹੈ, ਮਾਤਾ ਕੋਲ ਜਿਹੜਾ ਇੱਕ ਵਾਰੀ ਮਾਂ ਕੋਲ ਜਾਂਦਾ ਸੀ, ਮਾਂ ਐਸਾ ਲੰਗਰ ਛਕਾਉਂਦੀ ਸੀ, ਇੰਨਾ ਪਿਆਰ ਦਿੰਦੀ ਸੀ, ਮੁੜ ਕੇ ਕਦ ਉਹਨੂੰ ਮਾਂ ਦਾ ਪਿਆਰ ਨਹੀਂ ਸੀ ਭੁੱਲਦਾ। ਵਾਹਿਗੁਰੂ ਜੀ। ਬਚਨ ਕਿਹਾ ਮਹਾਰਾਜ ਸਾਹਿਬ ਜੀ ਨੇ ਗੁਰੂ ਕੀ ਬਾਣੀ 'ਚ ਕਿ ਬਲਵੰਡ ਖੀਵੀ ਨੇਤ ਜਨ, ਜਿਸ ਬਹੁਤੀ ਸੌਪਤ ਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਪਿਆਈ। ਵਾਹਿਗੁਰੂ ਜੀ। ਮਾਤਾ ਜੀ ਦੌਲਤ ਵੀ ਦਿੰਦੇ ਸਨ। ਜਿਹਦੇ ਕੋਈ ਸਿੱਖ ਦਾ ਜੋੜਾ ਟੁੱਟਾ ਹੋਣਾ ਜਾਂ ਚੋਲਾ ਹੋਣਾ, ਬਸਤਰ ਫਟੇ ਹੋਣੇ, ਮਾਤਾ ਜੀ ਨੇ ਉਹਦੇ ਕੀਸੇ ਵਿੱਚ ਕੁਝ ਪੈਸੇ ਪਾ ਦੇਣੇ। ਵਾਹਿਗੁਰੂ ਵਾਹਿਗੁਰੂ ਜੀ। ਇਹ ਸਾਰੀ ਪਰਉਪਕਾਰੀ ਸਾਨੂੰ ਗੁਰੂ ਨਾਨਕ ਦੇ ਘਰੋਂ ਪ੍ਰਾਪਤ ਹੋਈ ਆ। ਇਹ ਉਹ ਪ੍ਰਪਾਤੀ ਆ, ਇਹ ਉਹ ਮਰਜ਼ਾਦਾ ਆ ਜਿਹਦੀ ਤਰਜਮਾਨੀ ਗੁਰੂ ਕਾ ਖਾਲਸਾ ਕਰਦਾ ਰਹੇਗਾ, ਆਉਣ ਵਾਲੇ ਸਮੇਂ ਤੱਕ ਕਰਦਾ ਹੀ ਰਹੇਗਾ। ਵਾਹਿਗੁਰੂ ਬਿਲਕੁਲ ਬਿਲਕੁਲ ਜੀ। ਤੋ ਦੂਸਰੀ ਨਾਲ ਬੇਨਤੀ ਕਰਦੇ ਹਾਂ, ਫਿਰ ਸਤਿਗੁਰੂ ਜੀ ਨੇ ਆਪ ਆਪਣੇ ਜੀਵਨ ਕਾਲ ਅੰਦਰ ਸੇਵਾ ਕੀਤੀ ਜੀ। ਸੇਵਾ ਆਪ ਕਰਦੇ ਰਹੇ ਔਰ ਲੰਗਰ ਦਾ ਮਹਾਰਾਜ ਨੇ ਬੜਾ ਖਿਆਲ ਰੱਖਦੇ ਸਨ ਕਿ ਲੰਗਰ ਦਾ ਕਿਸੇ ਪ੍ਰਕਾਰ ਵੀ ਕੋਈ ਨਿਰਾਦਰ ਨਾ ਕਰੇ ਜੀ। ਜੇ ਕੋਈ ਲੰਗਰ ਦਾ ਨਿਰਾਦਰ ਕਰਦਾ ਸੀ ਤਾਂ ਮਹਾਰਾਜ ਸਾਹਿਬ ਉਹਨੂੰ ਬਖਸ਼ਦੇ ਨਹੀਂ ਸੀ। ਬਿਲਕੁਲ ਜੀ ਜੀ। ਬਹੁਤ ਧਿਆਨ ਰੱਖਦੇ ਸੀ ਕਿ ਲੰਗਰ ਜਿਹੜਾ ਆ ਉਹ ਬੜੇ ਸੁਚੱਜੇ ਢੰਗ ਨਾਲ ਬਣਾ ਕੇ ਛਕਾਇਆ ਜਾਵੇ। ਇਸ ਲੰਗਰ ਤੋਂ ਕੋਈ ਵੀ ਭੁੱਖਾ ਨਾ ਰਹੇ। ਉਹ ਕਿਸੇ ਜਾਤੀ ਨਾਲ ਸੰਬੰਧਿਤ ਹੋਵੇ, ਕਿਸੇ ਵਰਨ ਨਾਲ ਸੰਬੰਧਿਤ ਹੋਵੇ, ਉਹ ਜਦੋਂ ਗੁਰੂ ਨਾਨਕ ਦੇ ਘਰ ਆਵੇ ਉਹਨੂੰ ਰੱਜ ਕੇ ਲੰਗਰ ਮਿਲੇ। ਰੱਜ ਭੋਜਨ ਖਾਓ ਮੇਰੇ ਭਾਈ, ਉਹਨੂੰ ਰੱਜ ਕੇ ਭੋਜਨ ਮਿਲੇ। ਵਾਹਿਗੁਰੂ ਜੀ ਬਿਲਕੁਲ। ਉਹ ਸੰਗਤ ਵਿੱਚ ਬੈਠੇ ਤੇ ਉਹਨੂੰ ਰੱਜ ਕੇ ਭਜਨ ਵੀ ਪ੍ਰਾਪਤ ਹੋਵੇ, ਨਾ ਭਜਨ ਵਿੱਚ ਕੋਈ ਰੁਕਾਵਟ ਹੋਵੇ, ਨਾ ਭੋਜਨ ਵਿੱਚ ਕੋਈ ਰੁਕਾਵਟ। ਬਿਲਕੁਲ ਬਿਲਕੁਲ ਜੀ। ਮੈਂ ਤਾਂ ਇੱਥੋਂ ਤੱਕ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਬਾਅਦ ਸਿੱਖ ਇਤਿਹਾਸ ਪੜ੍ਹਿਆ ਵੀ ਬਾਬਾ ਆਲਾ ਸਿੰਘ ਜੀ ਪਟਿਆਲੇ ਵਾਲੇ ਲੰਗਰ ਵਰਤਾ ਰਹੇ ਸਨ, ਤਾਂ ਉਹਨਾਂ ਦੇ ਘਰੋਂ ਧਰਮ ਸੁਪਤਨੀ ਮਾਤਾ ਫਤਿਹ ਕੌਰ ਜੀ ਦਾਲ ਵਰਤਾ ਰਹੇ ਸਨ ਜੀ। ਦਾਲ ਉਹਨਾਂ ਇੱਕ ਸਿੱਖ ਨੂੰ ਪਾਈ ਤਾਂ ਉਹਨਾਂ ਕਿਹਾ ਮਾਂ ਦਾਲ ਠੀਕ ਨਹੀਂ, ਇਹਦਾ ਮੈਂ ਕੀ ਕਰਾਂ ਜੀ। ਉਹਨਾਂ ਕਹਿਤਾ, ਕਹਿਣ ਲੱਗੇ ਮੇਰੇ ਸਿਰ 'ਚ ਪਾ ਦਿਓ। ਖਪਾ ਸੀ ਥੋੜੇ ਜਿਹਾ, ਉਹਨੇ ਚੱਕਿਆ ਕੌਲਾ ਤੇ ਮਾਂ ਦਾ ਸਿਰ 'ਚ ਪਾ ਦਿੱਤਾ ਜੀ। ਵਾਹਿਗੁਰੂ। ਉਹ ਜਾ ਕੇ ਸ਼ਿਕਾਇਤ ਬਾਬਾ ਜੀ ਕੋ ਗਈ। ਬਾਬਾ ਜੀ ਕਹਿੰਦੇ ਇਹ ਗੱਲ ਸ਼ੁਰੂ ਕਿੱਥੋਂ ਹੋਈ? ਕਹਿੰਦੇ ਸਿੱਖ ਨੇ ਕਿਹਾ ਸੀ ਦਾਲ ਠੀਕ ਨਹੀਂ, ਮੈਂ ਕਿਹਾ ਮੇਰੇ ਸਿਰ 'ਚ ਪਾ ਦੇ, ਇਹਨੇ ਚੱਕ ਕੇ ਸੱਜੀ ਪਾ ਦਿੱਤੀ ਜੀ। ਬਾਬਾ ਜੀ ਕਹਿੰਦੇ ਫਿਰ ਸਿੱਖ ਦਾ ਕਸੂਰ ਤੇ ਨਾ ਹੋਇਆ, ਮਤਲਬ ਤੂੰ ਮੰਗਿਆ ਤੈਨੂੰ ਪ੍ਰਾਪਤ ਹੋ ਗਿਆ ਜੀ। ਪਰ ਤੂੰ ਖਿਆਲ ਰੱਖਣਾ ਆ ਕਿ ਤੂੰ ਲੰਗਰ ਛਕਾਉਂਦਿਆਂ ਮਨ ਵਿੱਚ ਇੱਛਾ ਕੀਤੀ ਸੀ, ਲੰਗਰ ਦਾ ਨਿਰਾਦਰ ਕਰਨਾ ਚਾਹਿਆ ਸੀ ਤੂੰ। ਜੋ ਅੱਜ ਤੂੰ ਫਤਿਹ ਕੌਰ ਆ ਨਾ, ਤੇ ਇਹ ਵੀ ਖਾਲਸੇ ਦੀ ਬਦੌਲਤ ਆ। ਜੇ ਤੂੰ ਰਾਣੀ ਆ ਤੇ ਤਾਂ ਵੀ ਖਾਲਸੇ ਦੀ ਬਦੌਲਤ ਆ, ਕਿਉਂਕਿ ਤੈਨੂੰ ਤਾਂ ਉਹਨਾਂ ਨੇ ਜੰਮਦੇ ਨੱਪ ਦਿੱਤਾ ਸੀ ਘੜੇ ਵਿੱਚ ਪਾ। ਵਾਹਿਗੁਰੂ ਜੀ। ਜੇ ਤੂੰ ਖਾਲਸਾ ਨਾ ਕੱਢਦਾ ਤੂੰ ਫਤਿਹ ਕੌਰ ਕਿਵੇਂ ਬਣਦੀ, ਰਾਣੀ ਪਟਰਾਣੀ ਕਿਵੇਂ ਬਣਦੀ? ਜੀ ਜੀ ਜੀ। ਸਿੱਖ ਨਹੀਂ ਬੋਲ ਰਿਹਾ, ਉਹਦੇ ਵਿੱਚ ਗੁਰੂ ਬੋਲ ਰਿਹਾ। ਇਸ ਕਰਕੇ ਆਪਾਂ ਨੂੰ ਹੰਕਾਰ ਤੋਂ ਜਿਹੜਾ ਵਾ ਹਿਰਦੇ ਕਪਟ ਚਕਾਓ ਮੇਰੇ ਗੁਰਸਿੱਖੋ, ਨਾ ਕਪਟ ਕਮਾਵੋ ਹਰ ਕੀ ਹਰ ਕਾਲ, ਨਿਹਾਲ ਨਿਹਾਲ ਨਿਹਾਲ। ਆਪਾਂ ਨਿਰਾ ਕਪਟ ਹੋ ਕੇ ਗੁਰੂ ਕੀ ਸੇਵਾ ਕਰੀਏ,
ਤੇ ਫਿਰ ਸੇਵਾ 'ਚ ਗੁਰੂ ਕੀ ਖੁਸ਼ੀ ਮਿਲਦੀ ਹੈ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਵਾਹਿਗੁਰੂ ਜੀ, ਬਿਲਕੁਲ। ਇਸ ਪ੍ਰਕਾਰ ਮਹਾਰਾਜ ਨੇ ਇਸ ਸੇਵਾ ਦਾ ਮੁੱਢ ਆਪਣੇ ਜੀਵਨ ਕਾਲ ਵਿੱਚ ਬੱਧਾ। ਜੀ ਜੀ ਜੀ। ਤੇ ਅੱਜ ਜਿਵੇਂ ਮਹਾਮਾਰੀ ਪਈ ਹੋਈ ਆ ਸਾਰੇ ਸੰਸਾਰ ਵਿੱਚ ਜੀ। ਤੇ ਲੋਕੀ ਜਿਹੜੇ ਆ ਉਹ, ਕਿਉਂਕਿ ਦੇਖੋ ਜਿਹੜਾ ਭੁੱਖ ਆ ਨਾ, ਭੁੱਖ ਦਾ ਦੁੱਖ ਬਹੁਤ ਵੱਡਾ ਮੰਨਿਆ ਗਿਆ। ਬਿਲਕੁਲ ਜੀ। 4 ਪ੍ਰਕਾਰ ਦਾ ਸੰਸਾਰ ਵਿੱਚ 4 ਪ੍ਰਕਾਰ ਦਾ ਦੁੱਖ ਗੁਰੂ ਨਾਨਕ ਸਾਹਿਬ ਦੇ ਘਰ ਨੇ ਮੰਨਿਆ ਜੀ। ਜਿਹਦੇ ਵਿੱਚ ਸਭ ਤੋਂ ਵੱਡਾ ਦੁੱਖ ਭੁੱਖ ਦਾ ਮੰਨਿਆ। ਜਿੱਥੇ ਮਹਾਰਾਜ ਕਹਿੰਦੇ ਨੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਜੀ। ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ। ਜੀ। ਵੈਦ ਨਾ ਭੋਲਾ ਦਾਰੂ ਲਾਏ। ਉਹਦੇ ਵਿੱਚ ਦੁੱਖ ਜਿਹੜਾ ਭੁੱਖ ਦਾ ਸਭ ਤੋਂ ਵੱਡਾ ਦੁੱਖ ਆ। ਬਿਲਕੁਲ ਜੀ। ਜਦੋਂ ਏਦਾਂ ਦੀਆਂ ਮਹਾਮਾਰੀਆਂ ਫੈਲਦੀਆਂ ਨਾ, ਉਦੋਂ ਆਪਣੇ ਜਿਹੜੇ ਆਪਣੇ ਸਕੇ ਆ ਉਹ ਵੀ ਸਾਹ ਸੜ ਜਾਂਦੇ ਆ। ਬਿਲਕੁਲ ਜੀ। ਹਾਂਜੀ ਜੀ। ਤੇ ਦੇਖੋ ਆਪਣਾ ਤੇ ਢਿੱਡ, ਆਪਣਾ ਪਰਿਵਾਰ ਤੇ ਆਪਣਾ ਢਿੱਡ ਤੇ ਬੰਦਾ ਭਾਰੀ ਲੈਂਦਾ, ਆਪਣਾ ਪਰਿਵਾਰ ਦੀ ਪਾਲ ਹੀ ਲੈਂਦਾ, ਪਰ ਆਪਣੇ ਦੇ ਮੂੰਹ ਤੋਂ ਨਵਾਲਾ ਕੱਢ ਕੇ ਕਿਸੇ ਦੇ ਮੂੰਹ 'ਚ ਨਵਾਲਾ ਪਾਉਣਾ, ਇਹ ਕੇਵਲ ਗੁਰੂ ਕੇ ਖਾਲਸੇ ਦੇ ਹਿੱਸੇ ਆਇਆ। ਵਾਹਿਗੁਰੂ, ਬਿਲਕੁਲ ਜੀ। ਇਹ ਗੁਰੂ ਖਾਲਸੇ ਦੇ ਹਿੱਸੇ ਆਇਆ। ਤੇ ਦੇਖੋ ਇਹ ਕੋਈ ਇਹ ਸੋ ਕਰਕੇ ਨਹੀਂ, ਨਾ ਰੋਸ ਕਰਕੇ ਨਹੀਂ, ਖੁਸ਼ੀ ਨਾਲ ਜੀ। ਖੁਸ਼ੀ ਨਾਲ ਉਹਨਾਂ ਨੂੰ ਖੁਸ਼ੀ ਮਿਲਦੀ ਆ। ਪ੍ਰਸ਼ਾਦਾ ਤੁਸੀਂ ਛਕ ਰਹੇ ਹੁੰਦੇ ਆ, ਤੁਹਾਨੂੰ ਛਕਾ ਰਹੇ ਹੁੰਦੇ ਹੋ, ਖੁਸ਼ ਹੋ, ਉਹਨਾਂ ਨੂੰ ਖੁਸ਼ੀ ਮਿਲਦੀ ਹੁੰਦੀ ਆ। ਉਹ ਕੰਮ ਉਹੀ ਹੁੰਦਾ ਵਾ ਜਿਹੜਾ ਕਰਕੇ ਖੁਸ਼ੀ ਮਿਲੇ। ਮੰਨ ਲਓ ਤੁਸੀਂ 100 ਯੂਰੋ ਜਾਂ $100 ਦਾਨ ਕਰ ਆਏ, ਪਰ ਘਰੇ ਆ ਕੇ ਮਨੂਸ਼ ਹੋ ਗਿਆ ਵੀ ਯਾਰ ਕੀ ਕਰਾਂ, ਮੈਂ 100 ਰੁਪਇਆ ਦੇ ਆਇਆ ਕਿਸੇ ਨੂੰ, ਉਹ ਕਾਹਦਾ ਦਾਨ ਆ? ਬਿਲਕੁਲ ਜੀ, ਬਿਲਕੁਲ। ਤੁਸੀਂ ਘਰੇ ਆ ਕੇ ਕਹੋ ਅੱਜ ਮੈਂ 2 ਪ੍ਰਸ਼ਾਦੇ ਵੱਧ ਖਾਣੇ ਆ, ਕਿਉਂਕਿ ਅੱਜ ਮੈਂ ਪੁੰਨ ਦਾ ਕੰਮ ਕਰਕੇ ਆਇਆ ਤੇ ਇਹ ਖਾਲਸੇ ਦੇ ਹਿੱਸੇ ਆਇਆ। ਇਹ ਖਾਲਸੇ ਦੇ ਹਿੱਸੇ ਆਇਆ। ਬਿਲਕੁਲ ਜੀ, ਬਿਲਕੁਲ। ਕਿਉਂਕਿ ਆਪਣੇ ਘਰੋਂ ਦੇਣਾ। ਦੇਖੋ ਕੋਈ ਸਰਕਾਰ ਮਤ ਨਹੀਂ ਕਰ ਰਹੀ। ਸਰਕਾਰਾਂ ਨੂੰ, ਡੀਸੀਆਂ ਨੂੰ ਕਰੋੜਾਂ ਰੁਪਈਆ ਜਿਹੜਾ ਸਰਕਾਰ ਨੇ ਜਿਹੜਾ ਮੁਹੱਈਆ ਕਰਵਾਇਆ ਆ। ਜੀ। ਕਿਤੇ 3.5 ਕਰੋੜ, ਕਿਤੇ 2.5 ਕਰੋੜ, ਕਿਤੇ ਕਰੋੜ, ਕਿਤੇ 50 ਲੱਖ ਸਾਰਿਆਂ ਜ਼ਿਲ੍ਹਿਆਂ ਨੂੰ। ਜੀ। ਪਰ ਤੁਸੀਂ ਸਰਕਾਰ ਦੀ ਕਾਰਜਕਾਰੀ ਦੇਖ ਲਓ, ਉਹਨਾਂ ਦੀ ਕੋਈ ਹੈ ਕਿਸੇ ਪਾਸੇ ਰਤਾ ਵੀ 1% ਵੀ ਹੈ ਨਹੀਂ। ਨਹੀਂ ਜੀ, ਬਿਲਕੁਲ ਨਹੀਂ। ਜੇ ਕਿਤੇ ਪ੍ਰਸ਼ਾਦਾ ਲੈ ਕੇ ਜਾ ਰਿਹਾ ਤੇ ਨਾਲ ਪ੍ਰਸ਼ਾਸਨ ਆ, ਪਰ ਉਹ ਤਿਆਰ ਖਾਲਸੇ ਦਾ ਕੀਤਾ ਹੋਇਆ, ਸਾਡਾ ਗੁਰੂ ਨਾਨਕ ਦੀਆਂ ਸੰਗਤਾਂ ਦਾ ਕੀਤਾ ਹੋਇਆ, ਉਹਨੂੰ ਹੀ ਪ੍ਰਸ਼ਾਸਨ ਵਰਤਾ ਰਿਹਾ। ਆਪਣੇ ਕੋਲੋਂ ਪ੍ਰਸ਼ਾਸਨ ਕੁਛ ਨਹੀਂ ਵਰਤਾ ਰਿਹਾ। ਜੀ, ਬਿਲਕੁਲ ਬਿਲਕੁਲ ਜੀ। ਉਹਨੂੰ ਵੀ ਵਰਤਾ ਕੇ ਜਿਹੜਾ ਹੈ ਉਹ ਆਪਣਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਜ਼ਰੂਰ ਕਰ ਰਿਹਾ। ਜਿਹੜੀ TRP ਉਹ ਪ੍ਰਸ਼ਾਸਨ ਲੈਣੀ ਚਾਹੁੰਦਾ। ਬਿਲਕੁਲ ਜੀ। ਪਰ ਮੈਨੂੰ ਇੱਥੇ ਇੱਕ ਗੱਲ ਦਾ ਦੁੱਖ ਆ ਵੀ ਜਿੱਥੇ ਵੀਰ ਸਾਡੇ ਡਟ ਕੇ ਸੇਵਾ ਕਰ ਰਹੇ ਆ, ਉੱਥੇ ਇਸ ਗੱਲ ਦਾ ਮੈਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਦੁੱਖ ਲੱਗਾ ਆ ਜੀ ਕਿ ਜਦੋਂ ਅਸੀਂ ਆਪਸ ਵਿੱਚ ਸਾਡਾ ਕੋਈ ਇਕੱਤਰਤਾ ਨਹੀਂ ਹੁੰਦੀ, ਅਸੀਂ ਭਰਾਤਾ ਤੌਰ ਤੇ ਇੱਕ ਦੂਜੇ ਨੂੰ ਤੋਂ ਦੂਰ ਹੁੰਨੇ ਆ, ਉਦੋਂ ਮੈਨੂੰ ਇਸ ਗੱਲ ਦਾ ਕਿਤੇ ਨਾ ਕਿਤੇ ਡਰ ਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਲੰਗਰ ਦੀ ਜਿਹੜੀ ਪ੍ਰਪਾਠੀ ਆ ਬੜੀ ਪਵਿੱਤਰ ਆ। ਕਿਤੇ ਇਹਨੂੰ ਕਿਸੇ ਪ੍ਰਕਾਰ ਵੀ ਆਪਾਂ ਉਹਨਾਂ ਲੋਕਾਂ ਤੱਕ ਜਾਂ ਇਸ ਤਰ੍ਹਾਂ ਆਪਸ ਵਿੱਚ ਮੇਲ ਜੋਲ ਨਾ ਹੋਣ ਕਰਕੇ ਇਸ ਤਰ੍ਹਾਂ ਦਾ ਰੂਪ ਰੇਖਾ ਨਾ ਦੇ ਦਈਏ ਕਿ ਕੋਈ ਲੰਗਰ ਦੇ ਨਾਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਲੰਗਰ ਦੀ ਨਾਰਾਜ਼ਗੀ ਕਰ ਜਾਵੇ। ਬਿਲਕੁਲ ਜੀ। ਜਿਵੇਂ ਆ ਮੈਨੂੰ ਵੇਖਣ ਨੂੰ ਮਿਲ ਰਹੀ, ਇਹਦੇ ਵਿੱਚ 2 ਕਾਰਨ ਆ। ਅੱਜ ਤਾਂ ਸਰਕਾਰ ਆਪਣੀ ਬੱਲੇ ਬੱਲੇ ਕਰਵਾ ਰਹੀ ਆ ਤੇ ਪ੍ਰਸ਼ਾਦਾ ਲੈ ਕੇ ਆ ਰਿਹਾ ਵਾ ਗੁਰੂ ਕਾ ਖਾਲਸਾ, ਗੁਰੂ ਨਾਨਕ ਦੀਆਂ ਸੰਗਤਾਂ। ਬਿਲਕੁਲ ਜੀ। ਤੇ ਜਿੰਨਾ ਤੱਕ ਪਹੁੰਚ ਰਿਹਾ ਵਾ, ਉਹ ਤੁਸੀਂ ਆਏ, ਤੁਸੀਂ ਪਹੁੰਚਾ ਗਏ, ਮੈਂ ਆਇਆ, ਮੈਂ ਪਹੁੰਚਾ ਗਿਆ, ਉਹ ਲੋਕ ਆਫਰ ਗਏ ਆ ਮੋਰਿਓ ਜੀ। ਉਹ ਕਿਉਂਕਿ ਬੇਤਾਜ ਉਹਨਾਂ ਕੋਲੇ ਚਲ ਗਿਆ, ਉਹ ਉਹਨਾਂ ਕੋਲ ਜ਼ਿਆਦਾ ਜਾਣ ਕਰਕੇ ਉਹ ਅੱਜ ਕਹਿਣ ਲੱਗ ਪਿਆ ਵੀ ਯਾਰ ਅਸੀਂ ਤਾਂ ਨਹੀਂ ਇਹੋ ਜਿਹਾ ਪ੍ਰਸ਼ਾਦਾ ਖਾਂਦੇ ਹੁੰਦੇ। ਇਹ ਤਾਂ ਦੇਖੋ, ਇਹ ਤਾਂ ਪ੍ਰਸ਼ਾਦਾ ਵਾ, ਇਹ ਤਾਂ ਅੱਧਾ ਕੱਚਾ ਆ, ਚੌਲ ਕੱਚੇ ਆ, ਅਸੀਂ ਤਾਂ ਆਪਣੀਆਂ ਗਾਵਾਂ ਨੂੰ ਪਾ ਦਿੰਨੇ ਆ। ਬਿਲਕੁਲ ਬਿਲਕੁਲ ਜੀ। ਉਹ ਦੇਖੋ ਕਿਸ ਤਰੀਕੇ ਦੀ ਬਿਆਨਬਾਜ਼ੀ ਹੈ ਵੀ ਜਿਹੜਾ ਕਹਿੰਦੇ ਸੀ ਪ੍ਰਸ਼ਾਦਾ ਖਾ ਕੇ ਸਾਨੂੰ ਤਾਂ ਅਸੀਂ ਠੀਕ ਨਹੀਂ ਫੀਲ ਕਰਦੇ ਤੇ ਇਸ ਲਈ ਅਸੀਂ ਗਾਵਾਂ ਨੂੰ ਪਾ ਦਿੰਦੇ ਹਾਂ। ਅਸੀਂ ਗਾਵਾਂ ਨੂੰ, ਕੱਚਾ ਹੁੰਦਾ ਹੈ ਪੱਕਾ ਹੁੰਦਾ। ਉਹਦਾ ਕਾਰਨ ਇਹ ਆ ਵੀ ਪਹਿਲਾ ਗੱਲ ਤਾਂ ਭਾਈ ਮਲਕੀਤ ਸਿੰਘ ਜੀ ਵੀ ਗੁਰੂ ਕਾ ਲੰਗਰ ਪ੍ਰਸ਼ਾਦ ਆ। ਗੁਰੂ ਕਾ ਲੰਗਰ ਅਸੀਂ ਸਵਾਦ ਵਾਸਤੇ ਨਹੀਂ, ਭੁੱਖ ਮਿਟਾਉਣ ਵਾਸਤੇ ਕਰਦੇ ਹਾਂ। ਬਿਲਕੁਲ 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 ਜੀ। ਅਸੀਂ ਉਹ ਵੀ ਟਾਈਮ ਆਪਣੇ ਸਰੀਰ ਤੇ ਹੰਡਾਏ ਹੋਏ ਆ ਜਦੋਂ ਅਸੀਂ ਪੱਤਿਆਂ ਨੂੰ ਤੋੜ ਕੇ ਸਾਗ ਬਣਾ ਖਾਦੇ ਆ। ਦੇਖੋ ਇਹ ਪ੍ਰਸ਼ਾਦੇ ਦੀ ਇਹਨਾਂ ਨੂੰ ਲੋਕਾਂ ਨੂੰ ਕੀ ਪਤਾ, ਜਿਨ੍ਹਾਂ ਨੂੰ ਅਸੀਂ ਜਾ ਕੇ ਮਤਲਬ ਇੰਨਾ ਜ਼ਿਆਦਾ ਅਸੀਂ ਜਾ ਕੇ ਦੇ ਰਹੇ ਹਾਂ
ਬਿਨਾਂ ਮਤਲਬ ਤੋਂ ਦੇ ਰਿਹਾ। ਇਹ ਪ੍ਰਸ਼ਾਦਾ ਤੁਸੀਂ ਇਹਦੇ ਬਾਰੇ ਪੁੱਛਣਾ ਤੇ ਗੁਰੂ ਕੇ ਖਾਲਸੇ ਨੂੰ ਪੁੱਛੋ। ਜਿਹੜਾ 6 ਮਹੀਨੇ ਅਨੰਦਪੁਰ ਸਾਹਿਬ ਕਿਹੜਾ ਆਨੰਦਗੜ੍ਹ ਸਾਹਿਬ ਦੇ ਵਿੱਚ ਭੁੱਖੇ ਪਾਣੇ ਪੱਤੇ ਖਾ ਕੇ ਜਿਹਨੇ ਵੈਰੀ ਦਲ ਨਾਲ ਮੁਕਾਬਲਾ ਕੀਤਾ ਹੈ, ਉਹਨੂੰ ਪਤਾ ਹੈ। ਉਹਨੂੰ ਪਤਾ ਜੀ, ਬਿਲਕੁਲ। ਰੋਟੀ ਦੀ ਕੀਮਤ ਬਾਰੇ ਇਹਨਾਂ ਲੋਕਾਂ ਨੂੰ ਕੀ ਪਤਾ ਵੀ ਕੀ ਹੁੰਦਾ ਪ੍ਰਸ਼ਾਦਾ। ਕਈ ਗੁਰੂ ਕੇ ਖਾਲਸੇ ਜਦੋਂ ਰਾਤ ਨੂੰ ਜਾਂਦੇ ਸਨ ਅੰਨ ਪਾਣੀ ਇਕੱਠਾ ਕਰਨ ਵਾਸਤੇ ਤਾਂ ਸ਼ਹੀਦ ਹੋ ਗਿਆ ਸੀ ਖਾਲਸਾ ਕਈ। ਬਿਲਕੁਲ ਜੀ, ਬਿਲਕੁਲ। ਇੱਕ ਪਾਣੀ ਦੀ ਬੂੰਦ ਦੇ ਲਈ ਕਈ ਸਿੰਘਾਂ ਨੂੰ ਸ਼ਹਾਦਤ ਦੇਣੀ ਪੈਂਦੀ ਸੀ, ਸ਼ਹਾਦਤਾਂ ਦੇਣੀਆਂ ਪਈਆਂ। ਇਹ ਅੱਜ ਸਾਨੂੰ ਕਹਿ ਰਿਹਾ ਵੀ ਸਾਨੂੰ ਮੱਛੀ ਚਾਹੀਦੀ, ਸਾਨੂੰ ਮੀਟ ਚਾਹੀਦਾ, ਸਾਨੂੰ ਆਂਡੇ ਚਾਹੀਦੇ ਆ ਜੀ। ਤੇ ਕਈ ਲੋਕਾਂ ਨੇ ਦਿੱਤੇ ਵੀ। ਮੈਂ ਖਬਰਦਾਰ ਕਰਨਾ ਚਾਹੁੰਦਾ ਇੱਕ ਨੂਰ ਰੇਡੀਓ ਦੇ ਮਾਧਿਅਮ ਰਾਹੀਂ, ਬਈ ਦੇਖੋ ਇਹਨੂੰ ਤੁਸੀਂ ਲੰਗਰ ਦਾ ਹਿੱਸਾ ਨਾ ਕਦੀ ਬਣਾਇਓ। ਇਹ ਲੰਗਰ ਨਹੀਂ ਹੋ ਸਕਦਾ। ਇਹ ਆਪਾਂ ਦੇਖੀਏ ਕਿਤੇ ਗੁਰੂ ਨਾਨਕ ਸਾਹਿਬ ਜੀ ਦੀ ਬਰਕਤ ਤੋਂ ਵਾਂਝੇ ਨਾ ਹੋ ਜਾਈਏ। ਕੋਈ ਕਰੋੜਾਪਤੀ ਵੀ ਹੋਵੇ ਤੇ ਕੋਈ ਭਾਵੇਂ ਮੰਗਤਾ ਵੀ ਹੋਵੇ, ਕਿਸੇ ਬੰਦੇ ਨੂੰ ਕੋਈ ਹੱਕ ਨਹੀਂ ਉਹ ਗੁਰੂ ਨਾਨਕ ਸਾਹਿਬ ਦੇ ਲੰਗਰ ਦੀ ਪ੍ਰਪਾਟੀ ਦੀ ਨਰਾਦਰੀ ਕਰੇ। ਬਿਲਕੁਲ ਬਿਲਕੁਲ ਜੀ। ਜਿਹੜਾ ਇੱਥੇ ਮੈਂ ਇੱਕ ਬੇਨਤੀ ਹੋਰ ਵੀ ਕਰਨੀ ਚਾਹੁੰਦਾ, ਬਈ ਚਲੋ ਉਹ ਵਿਸ਼ਾ ਅਲੱਗ ਹੈ, ਆਪਾਂ ਫਿਰ ਕਦੀ ਉਹਨੂੰ ਵਿਚਾਰਾਂਗੇ, ਪਰ ਮੈਂ ਇੰਨੀ ਬੇਨਤੀ ਜ਼ਰੂਰ ਕਰਦਾ, ਜਦੋਂ ਆਪਾਂ ਘਰਾਂ ਦੇ ਵਿੱਚ ਵੀ ਕੋਈ ਪ੍ਰੋਗਰਾਮ ਕਰਵਾਉਂਦੇ ਹਾਂ, ਉੱਥੇ ਵੀ ਗੁਰੂ ਦਾ ਜਿਹੜਾ ਲੰਗਰ ਹੈ ਹਮੇਸ਼ਾ ਸਾਦਾ ਤੇ ਜਿਹੜਾ ਮਰਿਆਦਾ ਦੇ ਵਿੱਚ ਰਹੇ। ਗੁਰੂ ਦਾ ਲੰਗਰ ਉਹ ਹੈ। ਮੈਂ ਤੁਹਾਨੂੰ ਇੱਥੇ ਇੱਕ ਬੇਨਤੀ ਕਰਾਂ, ਮੈਂ ਨਾਲ ਹੀ ਆਪਣੀ ਗੱਲ ਚੱਲਦੀ ਤੇ ਵੀ ਭਾਈ ਫੇਰੂ ਜੀ ਫੇਰੀ ਲਾਉਂਦੇ ਹੁੰਦੇ ਸੀ ਜੀ, ਤੇ ਗੁਰੂ ਹਰਿਰਾਏ ਸਾਹਿਬ ਜੀ ਦੀ ਸ਼ਰਨ ਆਏ ਸੀ ਤੇ ਮਹਾਰਾਜ ਨੇ ਉਹਨਾਂ ਨੂੰ ਮਾਲਵੇ ਦੇਸ਼ ਦੀ ਇੱਧਰਲੇ ਪਾਸੇ ਦੇ ਲੰਗਰੀ ਦੇ ਇੰਚਾਰਜ ਬਣਾਤਾ ਸੀ, ਉਹਨਾਂ ਨੂੰ ਜਹੇਦਾਰ ਬਣਾਤਾ ਸੀ ਜੀ। ਉਹਨਾਂ ਬੜੀਆਂ ਖੁਸ਼ੀਆਂ ਲਈਆਂ ਗੁਰੂ ਹਰਿਰਾਏ ਸਾਹਿਬ ਜੀ ਦੀਆਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਉਹ ਸੇਵਾ ਕਰਦੇ ਰਹੇ ਜੀ। ਮੁੜ ਕੇ ਉਹਨਾਂ ਨੇ ਭਜਨ ਦਾ ਲੰਗਰ ਵੀ ਵਰਤਾਇਆ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਕਹਿ ਦਿੱਤਾ ਸੀ ਵੀ ਹੁਣ ਤੁਸੀਂ ਨਾਲ ਗਾਰਾ ਲਵੋ, ਪੋਥੀ ਸਾਹਿਬ ਲਵੋ ਤੇ ਹੱਥ ਵੀ ਤੁਹਾਡਾ ਤੇ ਗੀਸ਼ਾ ਵੀ ਮੇਰਾ, ਅੱਗੇ ਜਾ ਕੇ ਕਿਹਾ ਸੀ, ਤੇ ਲੰਗਰ ਵੀ ਚਲਾਓ ਤੇ ਸ਼ਬਦ ਦਾ ਲੰਗਰ ਵੀ ਚਲਾਓ ਜੀ। ਬਾਬਾ ਫੇਰੂ ਜੀ ਨੂੰ ਗੁਰੂ ਹਰਿਰਾਏ ਸਾਹਿਬ ਜੀ ਨੇ ਕਹਿਤਾ ਸੀਗਾ ਵੀ ਗੀਸ਼ਾ ਤੁਹਾਡੇ ਮੇਰਾ ਤੇ ਹੱਥ ਤੇਰਾ ਜੀ। ਤੇ ਬਾਬਾ ਜੀ ਮਾਲਵੇ ਚ ਲੰਗਰ ਚਲਾ ਰਹੇ ਸੀਗੇ ਤੇ ਸੰਗਤਾਂ ਆ ਗਈਆਂ ਕਾਬਲ ਤੋਂ ਜੀ। ਜਾਂ ਦੂਰ ਦਰਾਡੇ ਤੋਂ ਸੰਗਤਾਂ ਆ ਗਈਆਂ ਤੇ ਅੱਧੀ ਰਾਤ ਦਾ ਸਮਾਂ ਸੀ। ਕਹਿੰਦੇ ਵੀ ਭੁੱਖ ਲੱਗੀ ਅਸੀਂ, ਕਿਉਂਕਿ ਉਦੋਂ ਚੱਲ ਕੇ ਆਉਂਦੇ ਸੀ, ਕੋਈ ਬੱਸਾਂ ਟ੍ਰੇਨਾਂ ਦਾ ਤਾਂ ਟਾਈਮ ਹੈ ਨਹੀਂ ਸੀ ਜੀ। ਕਾਫਲਾ ਚੱਲਿਆ, ਰਾਤ ਵੀ ਪੈ ਜਾਂਦੀ ਸੀ, ਸਵੇਰੇ ਵੀ ਆ ਜਾਂਦਾ ਸੀ ਕਾਫਲਾ ਜੀ। ਉਹਨਾਂ ਕਿਹਾ ਭੁੱਖ ਲੱਗੀ ਆ ਤੇ ਭਾਈ ਸਾਹਿਬ ਜੀ ਅਸੀਂ ਲੰਗਰ ਛਕਣਾ, ਤੇ ਭਾਈ ਸਾਹਿਬ ਨੇ ਕਿਹਾ ਵੀ ਲਾਓ ਪੰਗਤਾਂ। ਕੁਝ ਸਿੰਘਾਂ ਨੂੰ ਕਿਹਾ ਵੀ ਤੁਸੀਂ ਪਕਾਓ, ਦਵਾ ਦਾ ਪਕਾਉਣ ਲੱਗ ਪਏ। ਕੁਝ ਪ੍ਰਸ਼ਾਦਾ ਜਿਹੜੇ ਮਿੱਠੇ ਪ੍ਰਸ਼ਾਦੇ ਸੀ ਉਹ ਜੋ ਵਰਤਾਤੇ ਜੀ। ਇੱਕ ਵਿੱਚੋਂ ਕੋਈ ਹੰਕਾਰੀ ਹੋਊਗਾ ਮੇਰੇ ਵਰਗਾ, ਤੋਂ ਉਹਨੇ ਪ੍ਰਸ਼ਾਦਾ ਪੜ ਕੇ ਕਿਹਾ, ਕਹਿੰਦਾ ਬਾਬਾ ਫੇਰੂ ਤੂੰ ਤੇ ਲੰਗਰ ਹੀ ਕਾਣਾ ਕਰਦਾ। ਵਾਹਿਗੁਰੂ ਜੀ। ਤੇ ਭਾਈ ਫੇਰੂ ਜੀ ਨੇ ਬੜੇ ਪਿਆਰ ਨਾਲ ਕਿਹਾ, ਕਹਿਣ ਲੱਗੇ ਗੁਰਸਿੱਖਾ ਲੰਗਰ ਕਾਣਾ? ਕਹਿੰਦੇ ਹਾਂ। ਕਹਿੰਦੇ ਮੇਰਾ ਜਿਹੜਾ ਲਾਗੇ ਬੈਠਾ ਹੈ ਉਹਨੂੰ ਤਾਜ਼ੇ ਪ੍ਰਸ਼ਾਦੇ ਦਿੱਤੇ, ਮੈਨੂੰ ਵਿਆਹ ਪ੍ਰਸ਼ਾਦਾ ਦੇ ਦਿੱਤਾ। ਵਾਹਿਗੁਰੂ ਜੀ। ਤੇ ਭਾਈ ਸਾਹਿਬ ਨੇ ਉਹਦੇ ਪੈਰ ਫੜ ਕੇ ਕਿਹਾ, ਕਹਿੰਦੇ ਗੁਰਮੁਖਾ ਦੇਖ ਤੂੰ ਠੀਕ ਕਹਿ ਰਿਹਾ, ਜੋ ਤੂੰ ਬੋਲ ਰਿਹਾ ਤੂੰ ਸੱਚ ਬੋਲ ਰਿਹਾ, ਪਰ ਗੁਰੂ का ਲੰਗਰ ਕਾਣਾ ਨਾ ਕਰ, ਕਸੂਰ ਮੇਰਾ ਵਾਕਿਆ ਭਾਈ ਫੇਰੂ ਕਾਣਾ ਹੋ ਜਾਏ। ਵਾਹਿਗੁਰੂ ਵਾਹਿਗੁਰੂ। ਬਿਲਕੁਲ ਜੀ, ਇਹ ਭਾਵਨਾ ਹੈ। ਭਾਈ ਫੇਰੂ ਦੀ ਇੱਕ ਅੱਖ ਜਲ ਗਈ ਸੀ। ਇਹ ਇਤਿਹਾਸ ਹੈ ਸਾਡਾ, ਤਵਾਰੀਖ ਗੁਰੂ ਖਾਲਸਾ ਪੜ੍ਹ ਕੇ ਦੇਖ ਲਓ ਜੀ। ਬਿਲਕੁਲ ਬਿਲਕੁਲ ਜੀ। ਇਹਨਾਂ ਅਦਬ ਦਿੱਤਾ ਗੁਰੂ ਕੇ ਲੰਗਰ ਨੂੰ। ਕਿਹਾ ਭਾਈ ਗੁਰੂ का ਲੰਗਰ ਕਾਣਾ ਨਹੀਂ ਕਹਿਣਾ। ਤੇ ਜਿਹੜਾ ਅਸੀਂ ਤੋਂ ਜੜਾਂ ਡਾਉਨੇ ਆ, ਜਿੱਥੇ ਅਸੀਂ ਕਹਿੰਦੇ ਵੀ ਸਾਡੇ ਕੋਲ ਤੇ ਚੌਂਕੜੀ ਵੱਜਦੀ ਕੋਈ ਨਹੀਂ ਜੀ, ਅਸੀਂ ਤਾਂ ਬਹਿ ਨਹੀਂ ਸਕਦੇ ਥੱਲੇ, ਸਾਨੂੰ ਤਾਂ ਕੁਰਸੀਆਂ ਚਾਹੀਦੀਆਂ, ਉੱਤੇ ਮੇਜ਼ ਚਾਹੀਦਾ, ਉੱਤੇ ਮੇਜ਼ ਤੇ ਅਸੀਂ ਜਾ ਕੇ ਲੰਗਰ ਛਕ ਦਿੰਦੇ ਆ। ਇਹ ਖਿਆਲ ਰੱਖੀਏ ਅਸੀਂ ਕਿਸੇ ਹੋਟਲ 'ਚ ਨਹੀਂ ਬੈਠੇ। ਖੁਸ਼ੀ ਉਹ ਲਵੇਗਾ ਗੁਰੂ ਕੀ ਜਿਹੜਾ ਗੁਰੂ ਕੀ ਮਰਜ਼ਾਦਾ 'ਚ ਰਹੇਗਾ। ਬਿਲਕੁਲ ਬਿਲਕੁਲ ਜੀ। ਇੱਥੇ ਮੈਂ ਸੰਗਤ ਦੇ ਨਾਲ ਇੱਕ ਗੱਲ ਵੀ ਸਾਂਝੀ ਕਰਦਾ ਚੱਲਾਂ, ਨਾਲ ਦੀ ਨਾਲ ਬੇਨਤੀ ਰੂਪ ਦੇ ਵਿੱਚ, ਬਈ ਖਾਲਸਾ ਜੀ ਜਦੋਂ ਜਾਗੀਏ ਉਦੋਂ ਹੀ ਸਵੇਰਾ। ਇਹ ਦਾਤੇ ਦਾ ਦਰ ਐਸਾ ਜਿੱਥੇ ਭੁੱਲਾਂ ਬਖਸ਼ੀਆਂ ਜਾਂਦੀਆਂ ਨੇ। ਤੇ ਦਾਸ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੋਂ ਜਦੋਂ ਨਹੀਂ ਸੀ ਸੂਝੀ ਸੀਗੀ ਤੇ ਉਦੋਂ ਜਿਹੜਾ ਸੀ ਉਹ ਟੇਬਲਾਂ ਦੇ ਉੱਤੇ ਛਕਾਇਆ ਲੰਗਰ, ਤੇ ਪਰ ਜਦੋਂ ਸਮਝ ਪਈ ਆ ਉਦੋਂ ਬਾਅਦ ਦੇ ਵਿੱਚ ਖਿਮਾ ਜਾਚਨਾ ਕਰ ਲਈ। ਸੋ ਜਿਹੜੇ ਵੀਰ ਆਪਾਂ ਵੀ ਘਰਾਂ ਦੇ ਵਿੱਚ ਅਖੰਡ ਪਾਠ ਵੀ ਕਰਾਉਂਦੇ ਹੋਏ ਆਪਾਂ ਕਹਿੰਦੇ ਟੇਬਲ ਕੁਰਸੀਆਂ ਚਾਹੀਦੀਆਂ ਨੇ, ਆਓ ਭਾਈ ਇਸ ਪ੍ਰੀਤ ਨੂੰ ਪਿੱਛੇ ਮੋੜਦੇ ਹੋਏ ਦੁਬਾਰਾ ਆਪਾਂ ਜਿਹੜਾ ਹੈ ਗੁਰੂ ਦੇ ਲੰਗਰਾਂ ਤੇ ਗੁਰੂ ਦੇ ਸਿਧਾਂਤਾਂ ਤੇ ਆਈਏ ਤੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਛਕੀਏ। ਸੋ ਜੇ ਆਪਾਂ ਗਲਤੀ ਕਰ ਰਹੇ ਹਾਂ ਤੇ ਆਪਾਂ ਉਹਨੂੰ ਜਿਹੜਾ ਸੁਧਾਰ ਸਕਦੇ ਹਾਂ, ਹਜੇ ਮੌਕੇ ਹੈ। ਹਾਂਜੀ ਬਾਬਾ ਜੀ। ਮੈਂ ਬੇਨਤੀ ਕਰ ਰਿਹਾ ਸੀ ਵੀ ਭਾਈ ਫੇਰੂ ਨੇ ਇੰਨੀ ਗੱਲ ਪ੍ਰਵਾਨ ਨਹੀਂ ਕੀਤੀ
ਇੰਨੀ ਵੱਡੀ ਗੱਲ ਕਹਿ ਤੀ ਵੀ ਗੁਰਮੁਖਾ ਗੁਰੂ ਘਰ ਲੰਗਰ ਖਾਣਾ ਨਾ ਕਰ, ਗੁਰੂ ਘਰ ਲੰਗਰ ਸਦਾ ਪਵਿੱਤਰ ਰਹਿਣਾ ਚਾਹੀਦਾ ਆ। ਜੀ ਮੇਰਾ ਪੂਜਾ ਕਿ ਤੂੰ ਮੈਨੂੰ ਖਾਣਾ ਤੇ ਭਾਈ ਸਾਹਿਬ ਦੀ ਅੱਖ ਚਲ ਗਈ ਸੀ। ਇਹ ਵੱਖਰੀ ਗੱਲ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੁੜ ਕੇ ਆਪਣੇ ਕੋਲ ਸੱਦਿਆ, ਖੁਸ਼ੀਆਂ ਦਿੱਤੀਆਂ, ਉਹ ਸਤਿਗੁਰਾਂ ਜੀ ਨੇ ਬਖਸ਼ਾਂ ਵੰਡੀਆਂ। ਇਹ ਗੁਰੂ ਦਾ ਸੁਭਾਅ ਆ, ਗੁਰੂ ਵੰਡਦਾ ਹੀ ਰਹਿੰਦਾ ਹੈ, ਉਹ ਵੰਡਦਾ ਹੈ। ਬਿਲਕੁਲ ਬਿਲਕੁਲ। ਅੱਜ ਜਿਹੜਾ ਵਾ ਅੱਜ ਆ ਵੀ ਤੁਸੀਂ ਵੀ ਲੰਗਰ ਲਾ ਲਿਆ, ਮੈਂ ਵੀ ਲਾ ਲਿਆ, ਤੇ ਇੱਕ ਟਰਾਲੀ ਇਧਰੋਂ ਭਰ ਕੇ ਆ ਗਈ, ਉਹ ਆਫਰ ਗਿਆ ਇਸ ਪ੍ਰਕਾਰ। ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਉੱਠੇ ਗਲਾਲ ਜਗਤ ਵਿੱਚ ਵਰਤੇ ਪਾਪ ਭ੍ਰਿਸ਼ਟ ਸੰਸਾਰਾ। ਜੀ ਉਹਨਾਂ ਨੂੰ ਹੁਣ ਬੋ ਆਉਂਦੀ ਆ, ਬੋ ਇਸ ਕਰਕੇ ਆਉਂਦੀ ਵੀ ਕਰਨਾ ਕੋਈ ਨਹੀਂ ਪੈ ਰਿਹਾ, ਤੁਸੀਂ ਆਓ ਦੇ ਗਏ। ਜਦੋਂ ਆਪਾਂ ਦੁਰਵਰਤੋਂ ਕਰਦੇ, ਯੋਗ ਵਰਤੋਂ ਨਹੀਂ ਹੋ ਰਹੀ, ਦੁਰਵਰਤੋਂ ਹੋ ਰਹੀ ਆ। ਜੀ 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 ਤੁਸੀਂ ਆ ਗਏ, ਤੁਸੀਂ ਦੇ ਗਏ। ਮੈਂ ਦੇਖਿਆ ਕੂੜੇ ਦੇ ਢੇਰ ਕਿੱਡੇ, ਪ੍ਰਸਾਦੇ ਪਏ ਹੋਏ, ਦਾਲ ਪਈ ਹੋਈ ਆ, ਜਿਹੜੇ ਦੇ ਕੇ ਗਏ ਹੋਏ ਬੰਦੇ ਉੱਥੇ ਪਈ ਹੋਈ ਆ। ਮੈਂ ਸਮਝਦਾ ਵੀ ਉੱਥੇ ਲੋਕੀ ਢੇਰ ਤੋਂ ਲੱਭ ਕੇ ਵੀ ਝਾੜ ਕੇ ਪ੍ਰਸ਼ਾਦਾ ਛਕ ਲੈਂਦੇ ਆ। ਬਿਲਕੁਲ ਬਿਲਕੁਲ ਜੀ। ਕਾਸ਼ ਉਸ ਸਮੇਂ ਉਸ ਭੈਣ ਨੂੰ ਮਿਲੇ ਹੁੰਦੇ ਜਿਹਨੇ ਆਪਣੇ ਬੱਚਿਆਂ ਦੇ ਨਾਲ ਖੁਦਕੁਸ਼ੀ ਕੀਤੀ ਹੈ। ਦੇਖੋ ਉਹਨੂੰ ਪੁੱਛੋ ਦੇਖੋ ਕੀਮਤ, ਜਦੋਂ ਕਿਸੇ ਚੀਜ਼ ਦੀ ਕੀਮਤ ਪੁੱਛਣੀ ਆ ਨਾ, ਉਹਨੂੰ ਪੁੱਛੋ। ਇੱਕ ਵਾਰੀ ਰਾਜੇ ਨੇ ਅਕਬਰ ਨੇ ਬੀਰਬਲ ਨੂੰ ਕਿਹਾ ਵੀ ਰਾਜ ਕੀ ਹੁੰਦਾ ਹੈ ਜੀ, ਰਾਜ ਵਰਗਾ ਵੀ ਕੋਈ ਚੀਜ਼ ਹੁੰਦੀ ਹੈ ਸੰਸਾਰ ਤੇ ਜੀ। ਉਹ ਕਹਿੰਦੇ ਨੇ ਰਾਜ, ਮੈਂ ਹੁਣ ਤੈਨੂੰ ਕਿੱਦਾਂ, ਕਹਿੰਦੇ ਉਹ ਬੀਰਬਲ ਨੇ ਕਿਹਾ ਵੀ ਮੈਂ ਤੁਹਾਨੂੰ ਕਿੱਦਾਂ ਸਮਝਾਵਾਂ। ਉਹ ਕਹਿੰਦੇ ਨਹੀਂ, ਮੈਨੂੰ ਤੂੰ ਦੱਸ ਵੀ ਰਾਜ ਬੜਾ ਵਿਸ਼ਾਲ ਆ, ਰਾਜ ਦੇ ਬਰਾਬਰ, ਰਾਜ ਦੇ ਤੁੱਲ ਕੋਈ ਚੀਜ਼ ਨਹੀਂ। ਹਲੇ ਕਿ ਗੁਰਬਾਣੀ ਨੇ ਤੈਨੂੰ ਕੁਛ ਵੀ ਨਹੀਂ ਮੰਨਿਆ ਰਾਜ ਨੂੰ, ਵੀ ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮੋ ਫਾਰਾ, ਸੇਜ ਸੋਹਣੀ ਚੰਦਨ ਚੋਵਾ, ਨਟ ਘੋਰ ਕਾ ਦੁਆਰਾ। ਜੀ ਗੁਰੂ ਤਾਂ ਕੁਛ ਵੀ ਨਹੀਂ ਮੰਨਦਾ ਵੀ ਮਹਾਰਾਜ ਕੀ ਕਹਿੰਦੇ, ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਜੀ ਤੇ ਮਹਾਰਾਜ ਤੈਨੂੰ ਕੋਈ ਬਹੁਤਾ ਵੱਡੀ ਗੱਲ ਮੰਨਦੇ ਨਹੀਂ। ਜੀ ਜੀ ਮਹਾਰਾਜ ਕਹਿੰਦੇ ਆ ਵੀ ਕਾਨਪੁਰ ਵਰਗਾ ਤਾਂ ਕੋਈ ਹਰ ਸਮਾਨ ਨਹੀਂ ਰਾਜਾ, ਵਾਹਿਗੁਰੂ ਵਰਗਾ ਤਾਂ ਕੋਈ ਨਹੀਂ। ਬਿਲਕੁਲ ਜੀ। ਉਹ ਕਹਿੰਦੇ ਜੀ ਤੈਨੂੰ ਮੈਂ ਤੁਹਾਨੂੰ ਦੱਸਦਾ, ਕਹਿੰਦੇ ਵੀ ਮੰਨ ਲਓ, ਕਹਿੰਦੇ ਰਾਜਨ ਤੁਸੀਂ ਕਿਸੇ ਬੀਆਬਾਨ ਇਲਾਕੇ ਚ ਨਿਕਲੇ ਹੋ, ਤੁਹਾਡਾ ਰਾਜ ਠੀਕ ਆ, ਪਰ ਜਿਹੜੀਆਂ ਪ੍ਰਮਾਤਮਾ ਨੇ ਆਪਾਂ ਨੂੰ ਚੀਜ਼ਾਂ ਦਿੱਤੀਆਂ ਨਾ, ਉਹਨਾਂ ਦਾ ਸੰਸਾਰ ਤੇ ਕੋਈ ਮੁੱਲ ਨਹੀਂਗਾ। ਮੁੱਲ ਉਦੋਂ ਪੈਂਦਾ ਜਦੋਂ ਬੰਦੇ ਦੀ ਅੱਖ ਖੁੱਲਦੀ ਹੈ। ਬਿਲਕੁਲ ਜੀ। ਉਹ ਕਹਿੰਦੇ ਉਹ ਕਿਵੇਂ? ਕਹਿੰਦੇ ਦੇਖੋ ਹਵਾ ਆ, ਪਾਣੀ ਆ, ਇਹ ਅੰਨ ਆ, ਇਹ ਜਿਹੜੀਆਂ ਚੀਜ਼ਾਂ ਸਾਨੂੰ ਰੱਬ ਮੁਫਤ ਦੇ ਰਿਹਾ ਵਾ, ਪਰ ਆਪਾਂ ਨੂੰ ਇਹਨਾਂ ਦੀ ਕੋਈ ਕਦਰ ਨਹੀਂ ਆ। ਬਿਲਕੁਲ ਜੀ, ਇਹਨਾਂ ਦੀ ਕਦਰ ਨਹੀਂ ਹੈ ਜੀ। ਕਹਿੰਦੇ ਜੀ ਉਹ ਕਿਵੇਂ? ਕਹਿੰਦੇ ਤੁਸੀਂ ਕਿਤੇ ਇਲਾਕੇ ਚ ਨਿਕਲ ਜਾਓ ਜਿੱਥੇ ਪਾਣੀ ਨਾ ਹੋਵੇ ਤੇ ਤੁਹਾਨੂੰ ਪਿਆਸ ਲੱਗੇ, ਤੁਸੀਂ ਕੋਈ ਪਾਣੀ ਦਾ ਡੋਲੂ ਭਰ ਕੇ ਲੈ ਆਵੇ। ਵਾਹਿਗੁਰੂ। ਜੀ ਜੀ ਜੀ। ਕਹਿੰਦੇ ਠੀਕ ਹੈ। ਕਹਿੰਦੇ ਉਹ ਕਵੇ ਮੈਂ ਤੈਨੂੰ ਪਾਣੀ ਦੇਵਾਂ, ਜਿਹੜਾ ਮੇਰੀ ਵੀ ਇੱਕ ਸ਼ਰਤ ਆ। ਤੂੰ ਪੁੱਛੇ ਕੀ? ਤੂੰ ਉਹਨੂੰ ਕਵੇ ਵੀ ਚੱਲ ਮੈਂ ਤੈਨੂੰ 10,000 ਸਰਫੀ ਦੇ ਦਿੰਦਾ, ਮੈਨੂੰ ਪਾਣੀ ਦੇ ਦੇ। ਉਹ ਕਵੇਗਾ ਮੈਂ ਨਹੀਂ ਤੈਨੂੰ ਪਾਣੀ ਦਿੰਦਾ। ਜੀ। ਤੂੰ ਉਹਨੂੰ ਕਵੇਗਾ ਚੱਲ 2 ਘੁੱਟਾਂ ਪਾਣੀ ਦੀਆਂ ਦੇ ਦੇ, ਮੈਂ ਤੈਨੂੰ ਆਪਣਾ ਵਜ਼ੀਰ ਬਣਾ ਲੈਂਦਾ। ਜੀ। ਉਹ ਕਹੂਗਾ ਮੈਂ ਤੈਨੂੰ ਪਾਣੀ ਨਹੀਂ ਦੇ ਸਕਦਾ, ਮੈਂ ਨਹੀਂ। ਉਹ ਨਹੀਂ ਮੰਨੇ। ਤੂੰ ਉਹਨੂੰ ਕਵੇਂ ਯਾਰ ਮੈਨੂੰ ਪਾਣੀ ਦੇ ਦੇ, ਮੈਂ ਆਪਣਾ ਤੈਨੂੰ ਰਾਜ ਵੀ ਦੇ ਦਿੰਦਾ, 1 ਘੁੱਟ ਪਾਣੀ ਦੀ ਦੇ ਦੇ। ਵਾਹਿਗੁਰੂ। ਜੀ। ਤੂੰ ਕਹਿੰਦੇ ਤੈਨੂੰ 1 ਘੁੱਟ ਪਾਣੀ ਦੇ ਦੇਵੇ, ਤੂੰ ਹੁਣ ਮੈਨੂੰ ਦੱਸ ਤੇਰੇ ਰਾਜ ਦਾ ਮੁੱਲ 1 ਘੁੱਟ ਪਾਣੀ ਹੈ। ਇਹ ਵੀ ਉਹਦੀ ਖੁਸ਼ੀ ਹੈ, ਚਾਹੇ ਦੇਵੇ ਚਾਹੇ ਨਾ ਦੇਵੇ। ਚਾਹੇ ਨਾ ਦੇਵੇ। ਬਿਲਕੁਲ ਬਿਲਕੁਲ ਜੀ। ਤੇ ਕੀ ਮੁੱਲ ਰਹਿ ਗਿਆ ਤੇਰੇ ਜੀਵਨ ਦਾ? ਬਿਲਕੁਲ ਬਿਲਕੁਲ ਜੀ। ਆਪਾਂ ਇਹਨੂੰ ਹੋਰ ਵੀ ਜੇ ਸੌਖਿਆਂ ਕਰਕੇ ਜਾਣ ਲਈਏ ਤੇ ਅੱਜ ਜਿਹੜਾ ਕਰੋਨਾ ਵਾਇਰਸ ਆ, ਜਦੋਂ ਉਹ ਆਪਣਾ ਸਾਹ ਲੈਣਾ ਔਖਾ ਕਰ ਦਿੰਦਾ, ਉਹੀ ਆਕਸੀਜਨ ਆਪਾਂ ਫ੍ਰੀ ਲੈ ਰਹੇ ਹਾਂ। ਉਸੇ ਆਕਸੀਜਨ ਲੈਣ ਦੇ ਲਈ ਲੋਕੀ ਹਾੜੇ ਕੱਢ ਰਹੇ ਨੇ ਡਾਕਟਰ ਦੇ, ਤੇ ਡਾਕਟਰ ਅੱਗੇ ਕਹਿ ਰਿਹਾ ਕਿ ਮੇਰੇ ਕੋਲ ਬੈੱਡ ਨਹੀਂ ਆ। ਤੇ ਜੀ 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 ਜੀ। ਤੁਹਾਡੇ ਇਟਲੀ ਦੀ ਮੈਂ ਇੱਕ ਖਬਰ ਸਾਂਝੀ ਨਾਲ ਕਰਦਾ ਚੱਲਾਂ ਕਿ ਡਾਕਟਰ ਨੇ ਇਹ ਰੋਂਦੇ ਹੋਏ ਨੇ ਇਹ ਗੱਲ ਕਹੀ ਸੀ ਕਿ ਉਹਨੂੰ ਕਾਲ ਲੈਣੀ ਪਈ। ਇੱਕ ਪਾਸੇ ਜਿਹੜਾ ਸੀ ਉਹ 60-70 ਸਾਲ ਦਾ ਬਜ਼ੁਰਗ ਸੀ, ਤੇ ਦੂਸਰੇ ਪਾਸੇ 30-32 ਸਾਲ ਦਾ ਜਿਹੜਾ ਸੀ ਨੌਜਵਾਨ ਸੀ, ਤੇ ਉਹਨੇ ਫਿਰ ਇਹ ਕਾਲ ਲਈ ਵੀ ਮੈਂ 30-32 ਸਾਲ ਇਹਨਾਂ ਨੂੰ ਬਚਾ ਲੈਂਦਾ। ਇੱਦਾਂ ਦੇ ਹਾਲਾਤਾਂ 'ਚ ਜਾ ਕੇ ਉਸ ਆਕਸੀਜਨ ਜਿਹੜੀ ਆਪਾਂ ਫ੍ਰੀ ਲੈ ਰਹੇ ਹਾਂ, ਉਹਦੀ ਕੀਮਤ ਪਤਾ ਲੱਗਦੀ ਵੀ ਕੀ ਆ। ਮੇਰਾ ਮਤਲਬ ਆ ਵੀ ਕੀਮਤ ਨਹੀਂ, ਜਿੱਥੇ ਉਹਨਾਂ ਨੂੰ ਇਹ ਪਤਾ ਨਹੀਂ ਵੀ ਅੱਜ ਅਸੀਂ ਬੈਠੇ ਹੋਏ ਸਾਨੂੰ ਲੰਗਰ ਮਿਲ ਰਿਹਾ ਤੇ ਸਤਿਕਾਰ ਕਰਕੇ ਛਕੀਏ, ਉਹ ਕੂੜਿਆਂ 'ਚ ਸੁੱਟ ਰਹੇ ਆ। ਕੋਈ ਕਹਿ ਰਿਹਾ ਸਾਨੂੰ ਮੀਟ ਮੱਛੀ ਤੋਂ ਬਿਨਾਂ ਰੋਟੀ ਨਹੀਂ ਚੰਗੀ ਲੱਗਦੀ। ਤੇ ਇਹ ਬੇਲੋੜੇ ਲੋਕ ਆ, ਇਹ ਗਰੀਬ ਨੇਗੇ। ਜੀ ਬਿਲਕੁਲ ਬਿਲਕੁਲ। ਬਹੁਤ ਸਾਰੇ ਐਸੇ ਲੋਕ ਹੋਣਗੇ ਜਿੱਥੇ ਖਾਲਸੇ ਦੀ ਗੁਰੂ ਨਾਨਕ ਦੀਆਂ ਸੰਗਤਾਂ ਦੀ ਲੋੜ ਆ, ਉਹ ਉੱਥੇ ਪਹੁੰਚਾ ਸਕਦੀਆਂ ਵਾ। ਮੈਂ ਇਸ ਮਾਧਿਅਮ ਰਾਹੀਂ ਇਤਨੂਰ ਰੇਡੀਓ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਹਾਂ
ਵੀ ਗੁਰੂ ਨਾਨਕ ਸਾਹਿਬ ਦੇ ਲੰਗਰ ਦੀ ਨਰਾਦਰੀ ਨਾ ਕੀਤੀ ਜਾਵੇ। ਸਾਰੇ ਆਪਾਂ ਇਸ ਪਾਸੇ ਅੱਜ ਹੋ ਗਏ ਆ ਵੀ ਲੰਗਰ ਵਰਤਾਓ ਚੰਗੀ ਗੱਲ ਆ, ਮੈਂ ਇਸ ਪਰ ਪਾਰਟੀ ਦੀ ਨਿੰਦਾ ਨਹੀਂ ਕਰਦਾ, ਪਰ ਜਦੋਂ ਕੋਈ ਚੀਜ਼ ਦੁਰਵਰਤੋਂ ਹੁੰਦੀ ਆ ਨਾ ਉਹ ਆਊਟ ਆਫ ਮਾਰਕੀਟ ਹੋ ਜਾਂਦੀ ਹੈ। ਇਹ ਸਵਾਲ ਨਹੀਂ ਹੈ ਵੀ ਆਪਾਂ ਸੇਵਾ ਨਹੀਂ ਕਰਨੀ, ਸਾਡਾ ਇਹ ਜ਼ਰੂਰ ਹੈ ਕਿ ਸੇਵਾ ਜਿਹੜੀ ਆ ਉਹ ਇੱਕ ਲਹਿਜੇ 'ਚ ਕੀਤੀ ਜਾਵੇ ਔਰ ਏਕਤਾ ਜਿਹੜੀ ਉੱਤੇ ਜ਼ੋਰ ਦਿੱਤਾ ਜਾਵੇ। ਹਾਂ, ਉਹ ਸੇਵਾ ਜਿਹੜੀ ਆ ਨਾ ਉਹ ਸੰਜਮ 'ਚ ਹੋਵੇ। ਬਿਲਕੁਲ। ਅੱਜ ਆਪਾਂ ਕਹਿੰਦਾ ਲੰਗਰਾਂ ਵਾਲੇ ਪਾਸੇ ਨਾਲ ਜ਼ੋਰ ਲਾ ਦਈਏ। ਦੇਖੋ ਆਪਾਂ ਵੱਡੀਆਂ ਜਿਹੜੀਆਂ ਸਾਡੀਆਂ ਸੰਸਥਾ ਨੇ ਨਾ ਉਹ ਲੰਗਰ, ਜੇ ਕੱਲ ਨੂੰ ਰੱਬ ਨਾ ਕਰੇ ਕੋਈ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਤੇ ਤੁਹਾਡੇ ਨਾਲ ਕਿਸੇ ਨੇ ਨਹੀਂ ਖਲੋਣਾ। ਬਿਲਕੁਲ। ਇਹ ਤੁਸੀਂ ਦੇਖ ਲਿਓ, ਨਾ ਤੁਹਾਡੇ ਨਾਲ ਅੱਜ ਤੱਕ ਕੋਈ ਖਲੋਤਾ ਆ, ਨਾ ਤੁਹਾਡੇ ਨਾਲ ਕਿਸੇ ਨੇ ਖਲੋਣਾ ਆ। ਜਿਸ ਮਾੜੇ ਸਿਸਟਮ ਦੀ ਭੇਟਾ ਭਾਈ ਨਿਰਮਲ ਸਿੰਘ ਜੀ ਚੜਿਆ, ਮੈਨੂੰ ਉਸ ਪਰਿਵਾਰ ਦੇ ਨਾਲ ਦੁੱਖ ਆ, ਮੈਂ ਹਮਦਰਦੀ ਪੈਦਾ ਕਰਦਾ ਆ। ਧਨੰਤਰ ਵਿਦਵਾਨ ਸੀ, ਉਹ ਰਾਗੀ ਸੀ ਸਾਡੇ ਜੀ। ਉਹ ਮਾੜੇ ਸਿਸਟਮ ਦੀ ਭੇਟਾ ਚੜਿਆ। ਅੰਮ੍ਰਿਤਸਰ ਸਾਹਿਬ ਵਰਗਾ ਡਿਸਟ੍ਰਿਕਟ ਹੋਵੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸੁਭਾਇਮਾਨ ਹੋਣ, ਇੰਟਰਨੈਸ਼ਨਲ 에ਅਰਪੋਰਟ ਹੋਵੇ, ਇਹ ਸਰਕਾਰੀ ਹਸਪੀਟਲ ਦੀ ਖਸਤਾ ਹਾਲਤ, ਜਿੱਥੇ ਪਾਟੇ ਉਹਨਾਂ ਦੇ ਗੱਤੇ ਤੇ ਨਾ ਕੋਈ ਉਹਨਾਂ ਕੋਲੇ ਜਿਹੜੀਆਂ ਸੇਫਟੀ ਕਿੱਟਾਂ, ਨਾ ਕੋਈ ਸੈਨੀਟਾਈਜ਼ਰ, ਨਾ ਕੋਈ ਉਹਨਾਂ ਕੋਲੇ ਬੈੱਡ, ਨਾ ਕੋਈ ਉਹਨਾਂ ਕੋਲੇ ਦਵਾਈਆਂ, ਨਾ ਉਹਨਾਂ ਕੋਲੇ ਕੋਈ ਡਾਕਟਰ। ਤੇ ਜੇ ਕੱਲ ਨੂੰ ਇਹੋ ਜਿਹੀ ਮਹਾਮਾਰੀ ਭਿਆਨਕ ਰੂਪ ਧਾਰ ਗਈ ਤੇ ਕਰਨਾ ਕੀ ਆ? ਬਿਲਕੁਲ ਜੀ। ਕਿੱਧਰ ਜਾਣਾ ਫਿਰ? ਬਿਲਕੁਲ ਬਿਲਕੁਲ ਜੀ। ਲੰਗਰ ਤੇ ਤਾਂ ਨਾ ਜੇ ਸਾਡਾ ਸਰੀਰ ਚੱਲਦਾ ਆ, ਸਰੀਰ ਹੋਊਗਾ ਤੇ ਭੁੱਖ ਲੱਗੂਗੀ, ਸਰੀਰ ਹੀ ਨਾ ਹੋਊਗਾ ਤੇ ਭੁੱਖ ਕਿੱਥੋਂ ਲੱਗੂਗੀ? ਬਿਲਕੁਲ ਬਿਲਕੁਲ ਜੀ। ਸੋ ਮਹਾਰਾਜ ਨੇ ਦੋਵੇਂ ਚੀਜ਼ਾਂ ਬਰਾਬਰ ਰੱਖੀਆਂ ਵਾ, ਭਜਨ ਵੀ ਬਰਾਬਰ ਰੱਖਿਆ, ਭੋਜਨ ਵੀ ਬਰਾਬਰ ਰੱਖਿਆ। ਦੇਖੋ ਸਾਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ। ਇਹ ਨਹੀਂ ਵੀ ਅੱਜ ਜਿਵੇਂ ਕਈ ਗੱਲਾਂ ਕਰਦੇ ਵੀ ਦੇਖੋ ਜੀ ਹਸਪੀਟਲ ਹੋਣੇ ਚਾਹੀਦੇ ਆ ਜਾਂ ਆ ਹੋਣਾ ਚਾਹੀਦਾ ਜੀ। ਹਸਪੀਟਲ ਵੀ ਹੋਣੇ ਚਾਹੀਦੇ ਆ। ਗੁਰੂ ਨਾਨਕ ਦੇ ਘਰ ਦਵਾਈ ਖਾਨਾ ਵੀ ਸੀ, ਦਵਾਵਾਂ ਵੀ ਸੀ। ਬਿਲਕੁਲ ਜੀ। ਗੁਰੂ ਹਰਿਰਾਏ ਸਾਹਿਬ ਜੀ ਦਾ ਵੱਡਾ ਦਵਾਈ ਖਾਨਾ ਸੀ। ਹਿੰਦੁਸਤਾਨ 'ਚ ਉਹੋ ਜਿਹਾ ਕੋਈ ਦਵਾਈ ਖਾਨਾ ਨਹੀਂ ਸੀ, ਪਰ ਨਾਲ ਦਵਾਵਾਂ ਵੀ ਦਿੱਤੀਆਂ ਮਾਰੇ ਨੇ। ਬਿਲਕੁਲ ਬਿਲਕੁਲ ਜੀ, ਦੋਵਾਂ ਦਾ ਸੁਮੇਲ ਹੈ ਜੀ। ਗੁਰੂ ਨਾਨਕ ਦੇ ਘਰ ਦਾ ਕਿ ਜਨਮ ਜਨਮ ਕੇ ਦੁੱਖ ਨਿਵਾਰੇ, ਸੁੱਕਾ ਮਨ ਸੁਧਾਰੇ, ਦਰਸ਼ਨ ਭੇਟ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੇ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਓਖਦ ਮੁਖ ਦੇਵੇ, ਕਾਟੇ ਜਮ ਕੀ ਬੰਦਾ। ਵਾਹਿਗੁਰੂ ਵਾਹਿਗੁਰੂ। ਬਿਲਕੁਲ ਜੀ। ਇਹ ਵੀ ਗੁਰੂ ਨੇ ਨਾਲ ਦਿੱਤਾ ਸਾਨੂੰ। ਜੀ ਜੀ ਜੀ। ਹਨਾ ਤੋ ਆਪਾਂ ਪੜ੍ਹਦੇ ਵੀ ਜੇ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਜੀ। ਤੋ ਇਸ ਕਰਕੇ ਸਾਨੂੰ ਉਸ ਪਾਸੇ ਵੱਲ ਵੀ ਧਿਆਨ ਦੇਣਾ ਚਾਹੀਦਾ ਆ ਕਿ ਕਿਉਂਕਿ ਅੱਜ ਦੇਖੋ ਤੁਸੀਂ ਸ਼ਿਕਾਰਿਆਂ ਵਾਵਾ ਹੋ ਰਹੀ ਆ ਤੇ ਸਰਕਾਰਾਂ ਜਿਹੜੀਆਂ ਹੁੰਦੀਆਂ ਕੱਲ ਨੂੰ ਰੱਬ ਨਾ ਕਰੇ, ਕਿਉਂਕਿ ਇੱਕ ਤਾਂ ਜਿਹੜਾ ਵੀਰ ਲੰਗਰ ਲੈ ਕੇ ਆ ਰਿਹਾ ਉਹ ਆਪਣੀ ਜ਼ਿੰਦਗੀ ਖਤਰੇ 'ਚ ਪਾ ਰਹੇ ਆ। ਬਿਲਕੁਲ ਜੀ। ਸਭ ਤੋਂ ਜਿਹੜੀ ਵੱਡੀ ਗੱਲ ਇਹ ਆ ਵੀ ਅੱਜ ਜਦੋਂ ਹਨਾ ਬੰਦਾ ਇੱਕ ਦੂਜੇ ਦੇ ਕੋਲ ਲੰਘਣ ਤੋਂ ਵੀ ਡਰ ਰਿਹਾ ਆ, ਉਸ ਸਮੇਂ ਜਾ ਕੇ ਲੰਗਰ ਪ੍ਰਸ਼ਾਦੇ ਦੀ ਸੇਵਾ ਕਰਨੀ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਆ। ਦੇਖੋ ਉਹ ਵੀ ਪਰਿਵਾਰ ਵਾਲੇ ਆ, ਉਹਨਾਂ ਦੇ ਪਿੱਛੇ ਬੱਚੇ ਨੇ, ਉਹਨਾਂ ਦਾ ਸਾਰਾ ਪਰਿਵਾਰ ਆ ਜੀ। ਉਹ ਏਡੇ ਖਤਰੇ ਨੂੰ ਸੰਭਾਲਦੇ ਹੋਏ ਲੋਕਾਂ ਦੇ ਮੂੰਹ ਦੇ ਵਿੱਚ ਨਵਾਲਾ ਜਾ ਕੇ ਦੇ ਰਿਹਾ ਤੇ ਲੋਕੀ ਮੋਰਿਓ ਆਖਰੀ ਇਹ ਕਹਿਣ ਵੀ ਨਹੀਂ ਵੀ ਅਸੀਂ ਤਾਂ ਸਾਨੂੰ ਤਾਂ ਚੰਗਾ ਹੀ ਨਹੀਂ ਲੱਗਦਾ, ਦੇ ਦਿਓ ਜਾਂ ਤੁਸੀਂ ਅੱਜ ਕੀ ਬਣਾਇਆ, ਕੀ ਬਣਾਉਣ ਵਾਲੇ ਹੋ। ਤੇ ਮੈਂ ਸਮਝਦਾ ਵੀ ਭਈਏ ਜਿਹੜੇ ਆ ਨਾ, ਮਤਲਬ ਇਹਨਾਂ ਨੂੰ ਇਸ ਗੱਲ ਦੀ ਕਦਰ ਨਹੀਂ ਹੈ। ਕਿ ਮੈਂ ਉਹਨਾਂ ਵੀਰਾਂ ਨੂੰ ਕਹੂੰਗਾ ਵੀ ਵਰਤਾਓ ਜ਼ਰੂਰ, ਪਰ ਸੰਕੋਚ ਕਰੋ। ਗੁਰੂ ਕੇ ਲੰਗਰ ਦੀ ਕਿਸੇ ਪ੍ਰਕਾਰ ਨਰਾਦਰੀ ਨਾ ਹੋਵੇ, ਬਲਕਿ ਨਹੀਂ ਤਾਂ ਮੈਂ ਸਮਝਦਾ ਵੀ ਆਪੋ ਆਪਣੇ ਪਿੰਡਾਂ 'ਚ ਵਰਤਾ ਦਿਓ, ਨਾਲੇ ਤੁਹਾਨੂੰ ਪਿੰਡਾਂ 'ਚ ਪਤਾ ਲੱਗੂਗਾ ਵੀ ਕਿਹੜਾ ਬੰਦਾ ਕਮਜ਼ੋਰ ਹੈ ਤੇ ਕਿਹੜਾ ਨਹੀਂ ਕਮਜ਼ੋਰ। ਬਿਲਕੁਲ ਜੀ। ਹੁਣ ਮੰਨ ਲਓ ਮੈਂ ਭਰ ਕੇ ਟਰਾਲੀ 'ਚ ਤੁਹਾਡੇ ਅੰਮ੍ਰਿਤਸਰ ਲੈ ਆਵਾਂ, ਤੁਹਾਡੇ ਪਿੰਡ ਜਾਮਾਰਾ ਲੈ ਆਵਾਂ, ਮੈਨੂੰ ਕੀ ਪਤਾ ਤੁਹਾਡੇ ਪਿੰਡ 'ਚ ਵੀ ਤੁਸੀਂ ਕਿਹੜਾ ਬੰਦਾ ਤੁਹਾਡੇ 'ਚ ਕਮਜ਼ੋਰ ਹੈ ਕਿਹੜਾ ਕਮਜ਼ੋਰ ਨਹੀਂ ਜੀ। ਮੈਨੂੰ ਆਪਣੇ ਪਿੰਡ ਦਾ ਪਤਾ, ਆਪਣੇ 4 ਪਿੰਡਾਂ ਦਾ ਹੋਰ ਪਤਾ। ਮੈਂ ਇਲਾਕੇ ਦੇ 4 ਦਿਨਾਂ 'ਚ ਉਹ ਪਿੰਡਾਂ ਦੇ ਵਿੱਚ ਜਿੱਥੇ ਕੋਈ ਗਰੀਬ ਆ ਉਹਨੂੰ ਦੇਵਾਂ। ਮੈਂ ਭਰੀ ਟਰਾਲੀ 'ਚ 50 ਕਿਲੋਮੀਟਰ ਦੂਰ ਲੈ ਗਿਆ, ਮੈਨੂੰ ਕੀ ਪਤਾ ਉੱਥੇ ਕਿਹੜਾ ਕਮਜ਼ੋਰ ਹੈ ਕਿਹੜਾ ਨਹੀਂ ਕਮਜ਼ੋਰ। ਜੀ 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 ਜੀ। ਨਾਲੇ ਮੈਨੂੰ ਕੀ ਪਤਾ ਉੱਥੇ ਹੋਰ ਕਿੰਨੇ ਜਾਣੇ ਆਇਆ, ਕਿਉਂਕਿ ਅੱਜ ਮੈਂ ਦੇਖਿਆ ਪੁਲਿਸ ਨੇ ਵੀ ਪ੍ਰਸ਼ਾਸਨ ਨੇ ਵੀ 1-2 ਥਾਂ ਦੇਖਿਆ ਵੀ 112 ਨੰਬਰ ਤੇ ਕਾਲ ਗਈ ਆ ਤੇ ਜਦੋਂ ਉਹਨਾਂ ਜਾ ਕੇ ਚੈੱਕ ਕੀਤਾ ਰਸੋਈਆਂ ਤੇ ਅੰਦਰ ਦਾਲਾਂ ਨਾਲ ਚੌਲਾਂ ਨਾਲ ਤੇ ਮੀਟ ਦੇ ਪਤੀਲੇ ਭਰੇ ਪਏ ਤੇ ਉਹ ਕਹਿ ਰਹੇ ਸਾਡੇ ਕੋਲ ਕੁਛ ਹੈ ਨਹੀਂ। ਜੀ 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 ਬਿਲਕੁਲ। ਸਾਡੇ ਸਮਾਜ ਦਾ ਪਤਾ ਕੀ ਹਾਲਤ ਹੈ ਭਾਈ ਮਲਕੀਤ ਸਿੰਘ ਜੀ, ਇੱਕ ਛੋਟੀ ਜਿਹੀ ਗੱਲ ਕਹਿ ਰਿਹਾ ਜੀ।
ਭਈ ਉਹ ਕੋਈ ਪਰਿਵਾਰ ਸੀਗਾ ਤੋਂ ਪਰਉਪਕਾਰੀ ਸੁਭਾਅ ਸੀ ਉਹਨਾਂ ਦਾ ਜੀ। ਵੀ ਰਾਤ ਹਨੇਰਾ ਸਨੇਰਾ ਕਿਸੇ ਨੂੰ ਹੋ ਜਾਣਾ ਤੇ ਉਹਨਾਂ ਕਹਿਣਾ ਵੀ ਇਲਾਕੇ 'ਚ ਕਿਹਾ ਸੀ ਵੀ ਸਾਡੇ ਕੋਲ ਲੈ ਜਾਓ, ਇੱਕ ਘਰ ਸਾਡਾ ਘਰ ਹੀ ਨੀਗਾ, ਇੱਕ ਸ਼ਰਾਂ ਆ, ਕੋਈ ਰਾਤ ਕੱਟੇ ਸਾਨੂੰ ਖੁਸ਼ੀ ਮਿਲਦੀ ਹੈ ਜੀ। ਤੇ ਚੋਰਾਂ ਨੇ ਸੋਚਿਆ ਵੀ ਇਦਾਂ ਦਾ ਨਹੀਂ ਲੱਗਣਾ, ਤਾਂ ਉਹਨਾਂ ਨੇ ਇੱਕ ਆਪਣਾ ਸਾਥੀ ਉਹਨੂੰ ਮੁਸਾਫਰ ਬਣਾ ਕੇ ਤੇ ਉਹਨਾਂ ਦੇ ਘਰ ਛੱਡ ਆਇਆ ਵੀ ਇਹ ਵਿਚਾਰਾ ਰਾਜ ਸੀਗਾ ਤੇ ਤੁਹਾਡੇ ਘਰ ਛੱਡਣਾ ਹੈ। ਉਹਨਾਂ ਕਿਹਾ ਜੀ ਧੰਨ ਭਾਗ, ਅਸੀਂ ਸੇਵਾ ਕਰਦੇ ਹਾਂ। ਜਲ ਪਾਣ ਉਹਨੂੰ ਛਕਾਇਆ ਤੇ ਲੰਗਰ ਪਾਣੀ ਛਕਾਇਆ, ਉਹਨੂੰ ਬਿਸਤਰਾ ਦਿੱਤਾ। ਉਹਨਾਂ ਦਾ ਸੁਭਾਅ ਸੀ ਜੀ। ਉਹਨੇ ਹੌਲੀ ਜਿਹੀ ਅੱਧੀ ਰਾਤ, ਹੁਣ ਉਹ ਕਿਹੜਾ ਮਤਲਬ ਮੁਸਾਫਰ ਸੀ, ਉਹ ਤਾਂ ਚੋਰ ਸੀ, ਉਹਨੇ ਅੱਧੀ ਰਾਤ ਉੱਠ ਕੇ ਸਮਾਨ ਸਾਰਾ ਬੰਨ ਲਿਆ। ਜੀ। ਜਦੋਂ ਸਮਾਨ ਉਹਨੇ ਸਾਰਾ ਇਕੱਠਾ ਕਰ ਲਿਆ ਤਾਂ ਉਹਨਾਂ ਦੇ ਵੱਡੇ ਬਜ਼ੁਰਗ ਨੇ ਉੱਠ ਕੇ ਕਿਹਾ, ਕਹਿਣ ਲੱਗੇ ਭਾਈ ਵੀਰਾ ਲੈ ਜਾ, ਕੋਈ ਗੱਲ ਨੀ, ਤੈਨੂੰ ਕੋਈ ਰੋਕਦਾ ਨਹੀਂ ਜੀ। ਪਰ ਤੂੰ ਇੱਕ ਕੰਮ ਕਰ ਰਿਹਾ, ਤੂੰ ਰਸਤਾ ਬੰਦ ਕਰ ਰਿਹਾ ਜੀ। ਤੈਨੂੰ, ਤੂੰ ਤਾਂ ਬੇਲੋੜਾ ਆ, ਪਰ ਅਸੀਂ ਕਿਸੇ ਲੋੜ ਵਾਲੇ ਦੀ ਸੇਵਾ ਵੀ ਨਹੀਂ ਕਰਾਂਗੇ। ਵਾਹਿਗੁਰੂ ਜੀ। ਤੂੰ ਰਸਤਾ ਬੰਦ ਕਰਦਾ। ਉਹਨੇ ਕਿਹਾ ਹਾਂ ਬਈ, ਇਹ ਤਾਂ ਗੱਲ ਮੈਂ ਸੋਚੀ ਰਹੀ, ਔਰ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਇਸ ਗੱਲ ਦਾ ਖਿਆਲ ਰੱਖਦੇ ਨੇ ਕਿ ਕਮ ਸੇ ਕਮ ਅਸੀਂ ਉਸ ਉਹਦਾ ਰਾਹ ਬੰਦ ਨਾ ਕਰੀਏ। ਇਹ ਲੋਕ ਸਹੀ ਵਿੱਚ ਉਸ ਲੋੜ ਦਾ ਰਾਹ ਬੰਦ ਕਰ ਰਹੇ ਆ। ਰੱਬ ਨਾ ਕਰੇ ਕੱਲ ਨੂੰ ਕਿਸੇ ਭੁੱਖੇ ਤੱਕ ਵਾਲਾ ਨਹੀਂ ਹੋਣਾ ਜੇ ਆਹ ਹਾਲ ਇਹਨਾਂ ਲੋਕਾਂ ਦਾ ਰਹੇ। ਹਾਂ ਬਿਲਕੁਲ ਜੀ। ਮੰਨ ਲਓ ਇੱਕ ਨੇ ਵੀਡੀਓ ਪਾਤੀ ਤਾਂ ਉਹਦੇ ਲਾਗੇ ਦੂਜਾ ਜਿਹੜਾ ਉਹ ਭੁੱਖਾ ਬੈਠਾ ਹੋਵੇ ਤੇ ਉਹ ਉਡੀਕਣ ਡਿਆ ਹੋਵੇ। ਹਾਂ ਜੀ। ਇਹ ਆਪਣੇ ਲੋਕ ਰਾਹ ਬੰਦ ਕਰ ਰਹੇ ਆ। ਕਿਉਂਕਿ ਮੇਰੀ ਨਾ ਇੱਥੇ ਸਿੰਘਾਂ ਨਾਲ ਕੁਛ ਸਿੰਘ ਗਰੀਸ ਤੋਂ ਜਾ ਕੇ ਸੇਵਾ ਕਰ ਰਹੇ, ਮੈਂ ਉਹਨਾਂ ਨਾਲ ਗੱਲ ਹੋਈ। ਉਹ ਕਹਿੰਦੇ ਸਾਨੂੰ ਇਸ ਗੱਲ ਦਾ ਦੁੱਖ ਲੱਗਾ ਜੀ, ਔਰ ਅਸੀਂ ਉਹਨਾਂ ਲੋਕਾਂ ਨੂੰ ਪੁੱਛਾਂਗੇ ਵੀ ਭਾਈ ਜੇ ਤੁਹਾਨੂੰ ਮੀਟ ਮੱਛੀ ਚਾਹੀਦਾ ਤੇ ਤੁਸੀਂ ਸਰਕਾਰ ਕੋਲ ਲੈ ਲਓ। ਅਸੀਂ ਤਾਂ ਗੁਰੂ ਨਾਨਕ ਦੀਆਂ ਸੰਗਤਾਂ ਵਾਂ, ਗੁਰੂ ਨਾਨਕ ਦੇ ਘਰੇ ਦਾਲ ਫੁਲਕਾ ਹੁੰਦਾ। ਅਸੀਂ ਇਹ ਦੇਖੋ, ਪਹਿਲੋਂ ਸਿੰਘ ਕਿਹੜੇ ਵੇਲੇ ਉੱਠਦੇ ਆ, ਜਾ ਕੇ ਰਸ ਪਾਣੀ ਇਕੱਠਾ ਕਰਦੇ ਆ, ਫਿਰ ਸਿੰਘ ਉਹਨਾਂ ਦੀਆਂ ਭੈਣਾਂ, ਬੀਬੀਆਂ, ਬੱਚੀਆਂ, ਘਰ ਵਾਲੀਆਂ, ਉਹ ਸਾਰੀ ਦਿਹਾੜੀ ਚੁੱਲ੍ਹੇ ਤੇ ਬਹਿ ਕੇ ਪ੍ਰਸ਼ਾਦੇ ਤਿਆਰ ਕਰਦੀਆਂ। ਫਿਰ ਉਹ ਇਸ ਬਿਮਾਰੀ ਨਾਲ, ਦੇਖੋ ਇਸ ਸਮੇਂ ਖਤਰਾ ਬਣਿਆ ਹੋਇਆ, ਉਹ ਜੂਝ ਕੇ ਵਿਚਾਰੇ ਆ ਕੇ ਵਰਤਾਉਂਦੇ ਆ। ਤੇ ਉਤੋਂ ਅਸੀਂ ਇਹ ਕਹਿ ਰਹੇ ਹਾਂ ਵੀ ਇਹ ਤਾਂ ਕੱਚੇ ਆ ਜੀ। ਭਾਈ ਸਾਹਿਬ ਜੀ, ਮੈਂ ਆਪਣੀ ਗੱਲ ਸਾਂਝੀ ਕਰ ਲੈਣਾ, ਕਿਸੇ ਦੀ ਕੀ ਕਰਨੀ। ਮੈਂ ਘਰ ਦੀ ਗਰੋਸਰੀ ਕਰਨ ਗਿਆ ਸੀ ਤੇ ਪੂਰੇ ਜਿੱਦਾਂ ਵੀ ਕੱਪੜੇ ਚੇਂਜ ਕਰਕੇ ਸ਼ਾਵਰ ਲੈ ਕੇ ਤੇ ਫਿਰ ਘਰ ਦੇ ਜਿਹੜਾ ਫਸਟ ਬਾਥਰੂਮ ਤੋਂ ਅੰਦਰ ਗਿਆ, ਕਿਉਂ ਵੀ ਮੇਰਾ ਪਰਿਵਾਰ ਆ ਅੰਦਰ, ਬਜ਼ੁਰਗ ਪਿਤਾ ਆ ਅੰਦਰ, ਬੱਚਾ ਆ ਅੰਦਰ, ਵੀ ਕਿਤੇ ਉਹਨਾਂ ਨੂੰ ਨਾ ਹੋ ਜਾਵੇ। ਤੇ ਮੈਂ ਉਹ ਸੋਚ ਰਿਹਾ ਧੰਨ ਗੁਰੂ ਦੇ ਖਾਲਸੇ, ਮੈਂ ਤਾਂ ਇੱਕ ਦਿਨ ਇੰਨੇ ਦਿਨਾਂ ਬਾਅਦ ਘਰੋਂ ਬਾਹਰ ਗਿਆ, ਜਿਹੜੇ ਰੋਜ਼ ਹੀ ਪ੍ਰਸ਼ਾਦਾ ਤਿਆਰ ਕਰਕੇ ਗੱਠੜੀਆਂ ਬੰਨ੍ਹ ਕੇ ਚੱਲ ਪੈਂਦੇ ਨੇ। ਹਾਂ, ਇੱਥੇ ਇੱਕ ਬੇਨਤੀ ਕਰੀਏ, ਸਮਾਂ ਵੀ ਲਾਗੇ ਹੋ ਗਿਆ। ਜੀ ਜੀ ਜੀ। ਵੀ ਮਹਾਰਾਜ ਨੇ ਇਸ ਗੱਲ ਦਾ ਬੜਾ ਖਿਆਲ ਰੱਖਿਆ। ਮੈਂ ਇਹ ਬੇਨਤੀ ਇੱਥੇ ਕਰਾਂਗਾ, ਆਪਾਂ ਇਸ ਪਰ ਪਾਰਟੀ ਦੀ ਨਿੰਦਾ ਨਾ ਕਰਦੇ ਆ, ਨਾ ਕਰ ਸਕਦੇ ਆ, ਪਰ ਮੈਂ ਕਹੂੰਗਾ ਵੀ ਇਹਨੂੰ ਸੰਜਮ 'ਚ ਲਿਆਂਦਾ ਜਾਵੇ ਜੀ, ਤੇ ਇਹਦਾ ਖਿਆਲ ਰੱਖਿਆ ਜਾਵੇ ਵੀ ਗੁਰੂ ਨਾਨਕ ਸਾਹਿਬ ਦੇ ਘਰ ਦਾ ਇਹ ਲੰਗਰ ਦੀ ਮਰਜ਼ਾਦਾ ਮਹਾਰਾਜ ਨੇ ਆਪਣੇ ਮੁਖ ਤੇ ਚਪੇੜਾਂ ਖਾ ਕੇ ਚਲਾਈ ਆ। ਵਾਹਿਗੁਰੂ 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 ਜੀ। ਇਸ ਕਰਕੇ ਇਸ ਲੰਗਰ ਦੀ ਮਰਜ਼ਾਦਾ ਦਾ ਬੜਾ ਖਿਆਲ ਰੱਖਿਆ ਜਾਵੇ ਜੀ। ਇਹ ਜਿਹੜਾ ਭੁੱਖਾ ਉਹਦੇ ਤੱਕ ਪਹੁੰਚਾਇਆ ਜਾਵੇ। ਜਿਹੜਾ ਸਵਾਦ ਚਾਹੁੰਦਾ ਹੈ, ਸਵਾਦਾਂ ਨੂੰ ਭੋਜਨ ਦੀ ਲੋੜ ਨਹੀਂ ਗੀ, ਨਾ ਭਜਨ ਦੀ ਲੋੜ ਆ। ਉਹ ਸਵਾਦੀ ਜਿਹੜਾ ਬੰਦਾ, ਉਹ ਤਾਂ ਆਪੇ ਵਾਹਿਗੁਰੂ ਜਾਣੇ, ਉਹ ਸਰਕਾਰ ਕਰੇ, ਕਿਉਂਕਿ ਸਰਕਾਰ ਨੇ ਜਿਹੜਾ ਲਾਕਡਾਊਨ ਕੀਤਾ, ਸਰਕਾਰ ਦੀ ਜ਼ਿੰਮੇਵਾਰੀ ਹੈ। ਬਿਲਕੁਲ ਜੀ। ਔਰ ਬਾਕੀ ਜਿਹੜੀਆਂ ਸੰਸਥਾਵਾਂ ਕਿਸੇ ਪ੍ਰਕਾਰ ਦੀ ਹੋਣੀ ਨਹੀਂ ਚਾਹੀਦੀ। ਜੀ ਜੀ ਜੀ। ਜਿਹੜੀਆਂ ਸੰਸਥਾਵਾਂ ਸੇਵਾ ਕਰ ਰਹੀਆਂ ਨੇ, ਕਮ ਸੇ ਕਮ ਜਿਹੜੀਆਂ ਮੇਨ ਸੰਸਥਾਵਾਂ ਨੇ, ਉਹ ਇੱਕ ਦੂਸਰੇ ਦੇ ਨਾਲ ਜ਼ਰੂਰ ਸੰਪਰਕ ਕਰਕੇ ਤੇ ਉਹ ਜ਼ਰੂਰ ਇਸ ਗੱਲ ਦਾ ਧਿਆਨ ਰੱਖਣ ਵੀ ਇੱਕ ਪਿੰਡ, ਇੱਕ ਜਿੱਦਾਂ ਕਸਬੇ ਵਿੱਚ ਇੱਕ ਪਾਰਟੀ ਲੰਗਰ ਲੈ ਕੇ ਗਈ ਹੈ ਤੇ ਦੂਸਰੇ ਜਿਹੜੇ ਹੈਗੇ ਆ ਉਹ ਇਸ ਗੱਲ ਨੂੰ ਸਮਝਣ ਵੀ ਇੱਕ ਗਏ ਨੇ, ਉਹ ਸੇਵਾ ਕਰ ਰਹੇ ਨੇ। ਜੇ ਉਹਨਾਂ ਨੂੰ ਲੋੜ ਪੈਂਦੀ ਆ ਫਿਰ ਅਗਲੀ ਜਿਹੜੀ ਜਥੇਬੰਦੀ ਆ ਜਾਂ ਉਹ ਸੰਗਤਾਂ ਉਹ ਜਾਣ, ਆਪਸ ਵਿੱਚ ਉਹ ਤਾਲਮੇਲ ਪੈਦਾ ਕਰਨ ਜੀ, ਤਾਲਮੇਲ ਬਣਾ ਕੇ ਸੇਵਾ ਕਰਨ। ਬਾਕੀ ਸਾਡਾ ਇਹ ਨਾ ਹੋਵੇ ਵੀ 2 ਮਹੀਨੇ ਹਜੇ ਤੱਕ ਲੋਕਡਾਊਨ ਆ ਤੇ ਸਾਨੂੰ ਇੰਨਾ ਕੁ ਸਰਕਾਰ ਹੰਭਾ ਦੇਵੇ, ਜਿੱਦਣ ਸਾਡਿਆਂ ਦੀ ਆਪਣੀ ਵਾਰੀ ਆ ਜਾਏ ਤੇ ਸਾਡੇ ਦਰਵਾਜ਼ੇ ਬੰਦ ਹੋ ਜਾਣ। ਵੈਸੇ ਹੋ ਨਹੀਂ ਸਕਦੇ, ਪਰ ਮੈਂ ਸਮਝਦਾ ਵਾਂ ਫਿਰ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਵਾ, ਕਿਉਂਕਿ ਸਾਡਿਆਂ ਵਾਰੀ ਕਿਸੇ ਨੇ ਨਹੀਂ ਖਲੋਣਾ। ਸਾਡੇ ਵਾਰੀ ਕਿਸੇ ਨੇ ਨਹੀਂ ਖਲੋਣਾ। ਬਿਲਕੁਲ ਬਿਲਕੁਲ ਜੀ। ਇੱਥੇ ਇੱਕ ਮੈਂ ਹੋਰ ਨਾਲ ਬੇਨਤੀ ਜੋੜ ਦਿਆਂ ਕਿ ਦੇਖੋ ਮਹਾਰਾਜ ਨੇ ਕਿੰਨਾ ਸਤਿਕਾਰ ਕੀਤਾ ਆਪਾਂ, ਕਿਉਂਕਿ ਆਪਾਂ ਰਹਿਣਾ ਇਤਿਹਾਸ ਤੇ ਗੁਰਬਾਣੀ ਦੇ ਵਿੱਚ ਹੀ ਆ। ਜੀ ਜੀ। ਮੈਂ ਪੜਿਆ ਸੀਗਾ ਵੀ ਬੇਅੰਤ ਲੰਗਰ ਚੱਲਦੇ ਸੀ ਅਨੰਦਪੁਰ ਸਾਹਿਬ ਦੇ ਇਲਾਕੇ ਦੇ, ਅਨੰਦਪੁਰ ਸਾਹਿਬ ਵਿੱਚ ਜੀ। ਤੇ ਮਹਾਰਾਜ ਨੂੰ ਕਿਸੇ ਨੇ ਸ਼ਿਕਾਇਤ ਵੀ ਕੀਤੀ ਸੀ ਵੀ ਮਹਾਰਾਜ ਲੰਗਰ ਠੀਕ ਨਹੀਂ ਚੱਲਦੇ ਜੀ। ਤੇ ਸੱਚੇ ਪਾਤਸ਼ਾਹ ਜੀ ਨੇ ਆਪ ਹੀ, ਦਾਤਾ ਜੀ ਨੇ
ਭੇਸ਼ ਬਣਾ ਕੇ ਤੇ ਲੰਗਰ ਟੈਸਟ ਕੀਤੇ। ਕਿਸੇ ਕੋਲੇ ਗਏ ਤਾਂ ਉਹਨਾਂ ਕਿਹਾ ਨਹੀਂ ਹਜੇ ਤਿਆਰ ਹੀ ਨਹੀਂ ਹੋਇਆ, ਅਸੀਂ ਛਕਾ ਹੀ ਨਹੀਂ ਸਕਦੇ, ਪਹਿਲਾਂ ਸਾਡੇ ਜਥੇਦਾਰਾਂ ਨੇ ਛਕਣਾ ਆ ਜੀ। ਦੂਜੇ ਕੋ ਗਏ ਉਹਨੇ ਹੋਰ ਬੋਲਿਆ, ਤੀਜੇ ਨੇ ਹੋਰ, ਤੇ ਭਾਈ ਨੰਦ ਲਾਲ ਸਾਹਿਬ ਜੀ ਦੇ ਲੰਗਰਾਂ ਚ ਆਏ ਜੀ। ਤੇ ਭਾਈ ਨੰਦ ਲਾਲ ਸਾਹਿਬ ਜੀ ਕੋ ਪ੍ਰਸ਼ਾਦਾ ਤਿਆਰ ਨਹੀਂ ਸੀ ਤੇ ਭਾਈ ਸਾਹਿਬ ਕਹਿਣ ਲੱਗੇ ਪਤਾ ਨਹੀਂ ਕੌਣ ਹੋਵੇਗਾ, ਕੈਸੇ ਰੂਪ ਹੋਵੇਗਾ। ਕਹਿਣ ਲੱਗੇ ਇੰਜ ਕਰੋ ਇਹ ਮਹਾਰਾਜ ਜੀ ਤੁਸੀਂ ਨਾ 2 ਮਿੰਟ ਰੁਕੋ, ਦਾਲ ਕੱਚੀ, ਆਟਾ ਮੈਂ ਗੁੰਨਣ ਡਿਆ ਜੀ। ਤੇ ਮਹਾਰਾਜ ਦਾ ਬੋਲ ਦੇਖ ਕੇ ਉਹਨੇ ਕਿਹਾ ਸੀ, ਬੋਲ ਪਛਾਣ ਕੇ ਉਹਨੇ ਸੋਚਿਆ ਵੀ ਇਹ ਤਾਂ ਕੋਈ ਆਪਣਾ ਲੱਗਦਾ ਹੈ, ਆਪਣੇ ਦਾ ਬੋਲ ਆ ਜੀ। ਤੇ ਮਹਾਰਾਜ ਕਹਿੰਦੇ ਜਿੱਦਾਂ ਦਾ ਹੈਗਾ ਉਦਾਂ ਦਾ ਦੇ ਦੇ। ਉਹਨੇ ਥੋੜਾ ਜਿਹਾ ਆਟਾ ਜਾਂ ਕੱਚੇ ਪ੍ਰਸ਼ਾਦੇ ਜੋ ਵੀ, ਥੋੜੀ ਜਿਹੀ ਦਾਲ ਮਹਾਰਾਜ ਦੇ ਕਲਮੰਡਲ ਚ ਪਾਤੀ ਤੇ ਮਹਾਰਾਜ ਆ ਗਏ। ਦਾਤਾ ਜੀ ਨੇ ਐਲਾਨ ਕੀਤਾ ਸੀ ਵੀ ਕੱਲ ਨੂੰ ਅਸੀਂ ਲੰਗਰਾਂ ਵਾਲਿਆਂ ਨੂੰ ਇਨਾਮ ਦੇਣਾ ਆ ਜੀ। ਤੇ ਸਾਰੇ ਲੈਣ ਚ ਲੱਗੇ ਸੀ ਵੀ ਲੈ ਵੀ ਅੱਜ ਇਨਾਮ ਮਿਲਣਾ ਆ। ਤੇ ਭਾਈ ਨੰਦ ਲਾਲ ਜੀ ਬੋਆ ਉਹਨਾਂ ਬੜੇ ਪਿਆਰ ਨਾਲ ਕਿਹਾ, ਕਹਿਣ ਲੱਗੇ ਗੁਰਮੁਖੋ ਨਾਮ ਦੀ ਗੱਲ ਛੱਡੋ, ਗੁਰੂ ਪ੍ਰਵਾਨ ਹੀ ਕਰ ਲੈ, ਇੰਨਾ ਹੀ ਬਹੁਤ ਆ। ਵਾਹਿਗੁਰੂ ਵਾਹਿਗੁਰੂ ਜੀ। ਅਸੀਂ ਤਾਂ ਪ੍ਰਵਾਨ ਹੀ ਹੋ ਜਾਈਏ, ਇੰਨਾ ਹੀ ਬਹੁਤ ਆ। ਤੇ ਮਹਾਰਾਜ ਨੇ ਸਾਰਿਆਂ ਨੂੰ ਝਿੜਕਿਆ ਸੀ, ਕਹਿਣ ਲੱਗੇ ਓਏ ਲੰਗਰ ਦਾ ਖਿਆਲ ਰੱਖੋ, ਮਰਜ਼ਾਦਾ ਨਾਲ ਛਕਾਵੋ, ਮਰਜ਼ਾਦਾ ਤੋੜ ਕੇ ਨਹੀਂ ਪਾਉਣੀ, ਮਰਜ਼ਾਦਾ ਤੋੜ ਕੇ ਛਕਾਓਗੇ ਤਾਂ ਕਦੀ ਗੁਰੂ ਕੀ ਖੁਸ਼ੀ ਨਹੀਂ ਮਿਲਣੀ। ਇਹ ਸਾਰਾ ਕੁਝ ਤੁਸੀਂ ਗੁਰੂ ਦੀ ਖੁਸ਼ੀ ਲੈਣ ਵਾਸਤੇ ਕਰ ਰਹੇ ਆ ਕਿ ਅਨਕ ਭਾਂਤ ਕਰ ਸੇਵਾ ਕਰੀਏ, ਜਿਉ ਪ੍ਰਾਣ ਧਨ ਆਗੇ ਧਰੀਏ, ਪਾਣੀ ਪੱਖਾ ਕਰੋ ਤਜ ਅਪਮਾਨ, ਅਨਕ ਬਾਰ ਜਾਈਏ ਕੁਰਬਾਨ। ਵਾਹਿਗੁਰੂ ਜੀ। ਆਪ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਵਾਹਿਗੁਰੂ ਜੀ। ਜੇ ਗੁਰੂ ਦਾ ਮਨ ਮੰਨ ਜਾਵੇ ਤੇ ਭਾਈ ਨੰਦ ਲਾਲ ਤੇ ਬਹੁਤ ਖੁਸ਼ ਹੋਏ ਸੀ। ਜੀ ਜੀ ਜੀ। ਤੋ ਸਾਨੂੰ ਅਸੀਂ ਜਿੱਥੇ ਛਕਾ ਰਹੇ ਹਾਂ ਉੱਥੇ ਗੁਰੂ ਕੀ ਖੁਸ਼ੀ ਵੀ ਲੈਣੀ ਆ। ਇਹ ਨਾ ਹੋਵੇ ਕਿ ਗੁਰੂ ਕੇ ਲੰਗਰਾਂ ਨੂੰ ਲੋਕੀ ਸੜਕਾਂ ਤੇ ਰੋਲਣ ਤੇ ਲੋਕਾਂ ਦੇ ਜੋੜਿਆਂ ਥੱਲੇ ਆਵੇ। ਖੁਸ਼ੀ ਲੈਂਦੇ ਅਸੀਂ ਗੁਰੂ ਕੇ ਨਰਾਦਰ ਦੇ ਪੱਖ ਵਿੱਚ ਜਾ ਖਲੋਈਏ। ਬਿਲਕੁਲ ਬਿਲਕੁਲ ਜੀ। ਜਿੱਥੇ ਸਾਡਾ ਲੋੜਵੰਦਾ ਤੱਕ ਮੂੰਹ ਹਿਲਾ ਕੇ ਵੀ ਇਹ ਤਾਂ ਲੰਗਰ ਛਕਾਉਣ ਵਾਲੇ ਆਏ ਸੀ, ਉਹ ਲੋਕਾਂ ਨੂੰ ਇਕੱਠਿਆਂ ਕਰਕੇ ਲੰਗਰ ਛਕਾਈ ਗਏ। 400 ਬੰਦੇ ਨੂੰ 400 ਬੰਦੇ ਦੀ ਲਾਈਨ ਬਣਾ ਕੇ ਤੇ ਕਰੋਨਾ ਤਾਂ ਫੈਲ ਗਿਆ ਕਿਉਂਕਿ ਅੱਗੇ ਵੀ ਨਾ ਗੱਲ ਚਲਾਤੀ। ਇਹ ਤਾਂ ਜੀ ਪ੍ਰਵੇਸ਼ੀ ਲੈ ਆਏ, ਇਹ ਤਾਂ NR ਲੈ ਆਏ ਜੀ ਕਰੋਨਾ ਸਾਡੇ ਦੇਸ਼ ਵਿੱਚ, ਇਹਨਾਂ ਚਲਾਈ ਨਹੀਂ ਅੱਗੇ ਗੱਲ। ਬਿਲਕੁਲ ਬਿਲਕੁਲ ਚਲਾਈ। ਦਿੱਲੀ ਗੁਰਦੁਆਰਾ ਸਾਹਿਬ ਦੇ ਉੱਤੇ ਜਿਹੜੇ ਸੀ ਪ੍ਰਬੰਧਕਾਂ ਦੇ ਉੱਤੇ ਕੇਸ ਵੀ ਕੀਤੇ ਇਸ ਗੱਲ ਦੇ, ਕਿਉਂਕਿ ਉੱਥੇ ਉਹਨਾਂ ਨੇ ਸ਼ਰਨਾਰਥੀਆਂ ਨੂੰ ਜਗ੍ਹਾ ਦਿੱਤੀ, ਉਹਦਾ ਕੇਸ ਵੀ ਹੋਇਆ ਬਕਾਇਦਾ। ਬਕਾਇਦਾ ਕੇਸ ਹੋਇਆ, ਉਹਨਾਂ ਦੇ ਕੇਸ ਕਰਦੇ ਤੇ ਕੱਲ ਨੂੰ ਇਹ ਮੂੰਹ ਲਾ ਕੇ ਅੱਜ ਤੇ ਇਹ ਕਹਿੰਦੇ ਆ ਨਾ ਵੀ ਬੜੀ ਪਰਉਪਕਾਰੀ ਹੈ ਤੇ ਗੁਰੂ ਦੀਆਂ ਗੋਲਕਾਂ ਜਿਹੜੀਆਂ ਵੇਲੀਆਂ ਕੀਤੀਆਂ ਜਾ ਰਹੀਆਂ ਇਸ ਕਰਕੇ ਵੀ ਲੰਗਰ ਛਕਾ ਦਿਓ। ਬਾਕੀ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਆ, ਪਰ ਗੁਰੂ ਕੀ ਗੋਲਕ ਦੀ ਦੁਰਵਰਤੋਂ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ। ਜੀ ਜੀ ਜੀ। ਇੱਥੇ ਬਾਬਾ ਜੀ ਆਪਾਂ ਨਾਲ ਦੀ ਨਾਲ ਗੱਲ ਇਹ ਵੀ ਕਰਦੇ ਚੱਲੀਏ, ਜਿਹੜੇ ਦੇਖੋ ਜਿਹੜੀ ਗੁਰੂ ਦੀ ਗੋਲਕ ਹੈ ਉਹ ਗਰੀਬ ਦਾ ਮੂੰਹ ਹੈ, ਪਰ ਉਹ ਜਿਹੜਾ ਹੈ ਉਹ ਖਾਲਸਾ ਵਰਤਦਾ ਆਇਆ ਹੈ, ਵਰਤਦਾ ਰਹੇਗਾ ਗਰੀਬਾਂ ਦੇ ਲਈ। ਪਰ ਜਿਹੜੀ ਇੱਕ ਪ੍ਰਸ਼ਾਸਨ ਆਣ ਕੇ ਗੋਲਕਾਂ ਖਿਲਾ ਰਿਹਾ ਨਾਲ, ਤੇ ਮੈਂ ਇਹ ਸਵਾਲ ਕਰਨਾ ਚਾਹੁੰਦਾ ਹਾਂ ਵੀ ਜਿਹੜੇ ਇਹ ਕਹਿ ਰਹੇ ਨੇ ਵੀ ਗੋਲਕਾਂ ਖੋਲ੍ਹਣੀਆਂ ਚਾਹੀਦੀਆਂ ਨੇ, ਤੇ ਉਹ ਇਹ ਕਿਉਂ ਨਹੀਂ ਕਹਿੰਦੇ ਵੀ ਭਾਈ ਤੁਹਾਨੂੰ ਸਰਕਾਰ ਨੂੰ ਇੰਨਾ ਅਸੀਂ ਟੈਕਸ ਦਿੰਦੇ ਹਾਂ, ਸਰਕਾਰ ਵੱਲੋਂ ਸਾਨੂੰ ਮਦਦ ਚਾਹੀਦੀ ਆ। ਉਹ ਇਹ ਕਿਉਂ ਨਹੀਂ ਕਹਿੰਦੇ ਵੀ ਆਹ ਠੇਕਿਆਂ ਦੇ ਉੱਤੇ ਇੰਨਾ ਜਿਹੜਾ ਪੈਸਾ ਅੱਜ ਸਾਰਾ ਕੁਝ ਬੰਦ ਕਰਵਾਇਆ ਜਾ ਰਿਹਾ, ਠੇਕੇ ਖੋਲ੍ਹੇ ਜਾ ਰਹੇ ਨੇ, ਉਹਨਾਂ 'ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ, ਕੋਈ ਸਰਕਾਰ ਨੂੰ ਸਵਾਲ ਨਹੀਂ ਕਰਦਾ। ਇਹਦੇ ਬਾਰੇ ਜ਼ਰੂਰ ਬਾਬਾ ਜੀ ਆਪਾਂ ਥੋੜ੍ਹੀਆਂ ਬੇਨਤੀਆਂ ਕਰ ਲਈਏ ਨਾ। ਨਹੀਂ ਦੇਖੋ, ਇਹ ਸਪਸ਼ਟ ਰੂਪ ਹੈ ਵੀ ਪ੍ਰਸ਼ਾਸਨ ਨੂੰ ਕੋਈ ਹੱਕ ਨਹੀਂ ਆ ਗੁਰੂ ਘਰ ਦੀਆਂ ਗੋਲਕਾਂ ਖਿਲਾਵੇ। ਜੀ ਬਿਲਕੁਲ। ਜੇ ਸੰਗਤ ਨੇ, ਜੇ ਦੇਖੋ ਨਗਰ ਨੇ ਜਾਂ ਕਮੇਟੀਆਂ ਨੇ ਇਸ ਪ੍ਰਕਾਰ ਉਹਨਾਂ ਨੂੰ ਲੱਗਦਾ ਆ ਵੀ ਐਸੇ ਲੋਕ ਨੇ ਜਿਨ੍ਹਾਂ ਤੱਕ ਇਸ ਪ੍ਰਕਾਰ ਉਹਨਾਂ ਨੂੰ ਸਾਡੀ ਅੱਜ ਦਵਾਈ ਦੀ ਲੋੜ ਆ, ਦਵਾਵਾਂ ਦੀ ਲੋੜ ਆ, ਲੰਗਰ ਦੀ ਲੋੜ ਆ, ਕੱਪੜੇ ਦੀ ਲੋੜ ਆ ਜੀ, ਤਾਂ ਗੁਰੂ ਨਾਨਕ ਦੇ ਘਰ ਦੀ ਗੋਲਕ ਸਦਾ ਹੀ ਉਹਨਾਂ ਲਈ ਵਰਤੀ ਜਾਂਦੀ ਆ ਤੇ ਵਰਤੀ ਜਾਂਦੀ ਰਹੇਗੀ। ਜੀ ਜੀ ਜੀ। ਪਰ ਕੇਵਲ ਨਿਸ਼ਾਨਾ ਇਹ ਨਹੀਂ ਹੋਣਾ ਚਾਹੀਦਾ ਵੀ ਜਦੋਂ ਗੋਲਕਾਂ ਖਿਲਾਉਣੀਆਂ ਵਾ ਉਦੋਂ ਗੁਰਦੁਆਰੇ ਦਿਸ ਪੈਂਦੇ ਨੇ ਤੇ ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨਾਲਿਆਂ 'ਚ ਸੁੱਟੇ ਜਾਂਦੇ ਆ ਉਦੋਂ ਪ੍ਰਸ਼ਾਸਨ ਨੂੰ ਕਿਉਂ ਨਹੀਂ ਦਿਸਦੇ? ਵਾਹਿਗੁਰੂ ਵਾਹਿਗੁਰੂ। ਬਿਲਕੁਲ ਜੀ। ਉਦੋਂ ਕਿਉਂ ਨਹੀਂ ਦਿਸਦੇ? ਬਲਕਿ ਖਿਲਾਉਣਾ ਤੇ ਕੀ ਹੁੰਦਾ ਹੈ, ਜਿਹੜੇ ਵਿਚਾਰੇ ਆਪਣੇ ਗੁਰੂ ਦੇ ਰੋਸ ਲਈ ਖੜੇ ਹੁੰਦੇ ਨੇ ਉਹਨਾਂ ਦੇ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕਰਕੇ ਤੇ ਅਣਪਛਾਤੀ ਗੋਲੀਆਂ ਦੱਸੀਆਂ ਜਾਂਦੀਆਂ। ਬਿਲਕੁਲ ਬਿਲਕੁਲ। ਜੋ ਪ੍ਰਸ਼ਾਸਨ ਨੂੰ ਇਹ ਵੀ ਨਹੀਂ ਪਤਾ ਲੱਗਦਾ ਸਾਡੀਆਂ ਗੋਲੀਆਂ ਕੌਣ ਚਲਾ ਗਿਆ। ਅਣਪਛਾਤੀ ਬੰਦੇ ਦੱਸੇ ਜਾਂਦੇ, ਪ੍ਰਸ਼ਾਸਨ ਵਿੱਚ ਵੀ ਅਣਪਛਾਤੇ ਲੋਕ ਦੱਸੇ ਜਾਂਦੇ ਆ ਵੀ ਉਹ ਅਣਪਛਾਤੇ ਸੀਗੇ, ਉਹ ਅਣਪਛਾਤੇ ਸੀ। ਬਿਲਕੁਲ ਬਿਲਕੁਲ। ਦੇਸ਼ ਦੀ ਪੁਲਿਸ ਵੀ ਅਣਪਛਾਤੀ ਹੋ ਜਾਂਦੀ ਹੈ। ਮਤਲਬ ਪੁਲਿਸ ਜਿਹੜੀ ਆ, ਜਿਹੜੀ ਰਿਕਾਰਡ ਆ, ਜਿਹੜੀਆਂ ਗੋਲੀਆਂ ਜਿਹੜੀਆਂ ਸਾਰਾ ਅਸਲਾ ਜਿਹੜਾ ਰਿਕਾਰਡ ਜਿਹੜਾ ਹੁੰਦਾ ਰਿਕਾਰਡ ਦੇ ਵਿੱਚ ਹੁੰਦਾ ਆ, ਬਿਲਕੁਲ ਜੀ, ਅਸਲਾ ਵੀ ਜਿਹੜਾ ਮਤਲਬ ਉਹ ਗੈਰ ਜ਼ਿੰਮੇਵਾਰ ਹੋ ਜਾਂਦਾ ਸਾਰਾ ਕੁਝ। ਬਿਲਕੁਲ ਬਿਲਕੁਲ। ਗੋਲਕਾਂ ਖਿਲਾਉਣ
ਬੋਲ ਰਹੇ ਹੁੰਦੇ ਆ ਵੀ ਇਹਦੇ ਵਰਗੀ ਪਰਉਪਕਾਰੀ ਕੋਈ ਨਹੀਂ। ਇਹ ਗੋਲ ਕੁਛ ਗੁਰੂ ਕਰਕੇ ਹੈ ਜਿਹੜਾ ਅੰਗ ਅੰਗ ਪੰਜਾਬ ਦੀਆਂ ਗਲੀਆਂ 'ਚ ਖਿਲ ਰਿਹਾ। ਵਾਹਿਗੁਰੂ ਵਾਹਿਗੁਰੂ ਜੀ ਜੀ ਜੀ। ਉਦੋਂ ਪ੍ਰਸ਼ਾਸਨ ਕਿੱਥੇ ਸੀ? ਇਸ ਬਿਲਕੁਲ ਕਰਕੇ ਬਿਲਕੁਲ ਸਾਡੀ ਕੌਮ ਨੂੰ ਜਿਹੜਾ ਸਚੇਤ ਹੋਣਾ ਚਾਹੀਦਾ। ਇਹ ਪ੍ਰਸ਼ਾਸਨ ਨੇ ਫਿਰ ਲੱਗਿਆ ਇੱਕ ਮਿੰਟ ਨਹੀਂ ਲਾਉਣਾ। ਇਹਨਾਂ ਕੱਲ ਨੂੰ ਕਹਿਣਾ ਜੀ ਇਹ ਟਰਾਲੀਆਂ ਭਰ ਲੰਗਰ ਲਿਆਉਂਦੇ ਸੀ, ਗੱਡੀਆਂ ਭਰ 400 ਬੰਦੇ ਨੂੰ ਛਕਾਉਂਦੇ ਸੀਗੇ। ਇਸ ਕਰਕੇ ਲਾਗੇ ਹੋਣ ਕਰਕੇ ਕਰੋਨਾ ਫੈਲ ਗਿਆ। ਫਲਾਇਆ ਸਿੱਖਾਂ ਨੇ ਆ। ਇਹ ਬੜੀ ਵੱਡੀ ਚਾਲ ਆ। ਇੱਕ ਪਾਸਿਓਂ ਸਾਡਾ ਧਨ ਵੀ ਲੁੱਟਿਆ ਜਾ ਰਿਹਾ ਤੇ ਦੂਜੇ ਪਾਸਿਓਂ ਕੱਲ ਨੂੰ ਰੱਬ ਨਾ ਕਰੇ ਸਾਡੇ ਤੇ ਲੰਛੜ ਵੀ ਇਹ ਲੋਕ ਲਾ ਦੇਣ। ਇਹਨਾਂ ਲਾਉਣ ਲੱਗਿਆ ਇੱਕ ਮਿੰਟ ਨਹੀਂ ਲਾਉਣਾ ਜੀ। ਬਿਲਕੁਲ ਬਿਲਕੁਲ ਜੀ। ਸੇਵਾ ਅਸੀਂ ਕਰੀਏ ਬਹੁਤ ਜ਼ਰੂਰੀ ਆ, ਪਰ ਉਹਦੇ ਨਾਲ ਨਾਲ ਸੋਝੀ ਵੀ ਰੱਖੀਏ। ਉਹ ਖਿਆਲ ਵੀ ਰੱਖੀਏ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਪ੍ਰਪਾਟੀ ਆ। ਕਿਉਂਕਿ ਅੱਜ ਅਮਰੀਕਾ ਵਰਗੇ ਦੇਸ਼, ਹੋਰ ਸਾਰੇ ਦੁਨੀਆ ਦੇ ਦੇਸ਼ ਅੱਜ ਉਹਨਾਂ ਨੂੰ ਜੋ ਉਹ ਅੱਜ ਕਹਿ ਰਹੇ ਆ ਵੀ ਜੋ ਸਾਨੂੰ ਸਿੱਖਾਂ ਤੋਂ ਮਿਲ ਸਕਦਾ, ਜੋ ਸਿੱਖ ਮਦਦ ਕਰ ਰਹੇ ਆ ਸਾਡੀ, ਇਹ ਕਾਬਲੇ ਤਾਰੀਫ ਆ। ਔਰ ਇਹਨਾਂ ਵਰਗਾ ਸੰਸਾਰ ਤੇ ਕੋਈ ਹੋਰ ਹੈ ਨਹੀਂ। ਇਹਨਾਂ ਦੇ ਲੰਗਰ, ਉਹ ਕਹਿੰਦੇ ਨੇ ਗੁਰਦੁਆਰੇ ਖੋਲੋ, ਲੰਗਰ ਚਲਾਓ। ਤੁਸੀਂ ਕਿਸੇ ਨੂੰ ਰੋਟੀ ਦੇ ਰਹੇ ਹੋ। ਵੱਡੇ ਆਲੇ ਆਫੀਸਰ ਜਿਹੜੇ ਆ, ਟਰੰਪ ਵਰਗੇ ਵੀ ਇਹ ਕਹਿ ਰਹੇ ਆ ਵੀ ਸਿੱਖਾਂ ਦਾ ਸਾਨੀ ਨਹੀਂ ਕੋਈ ਸੰਸਾਰ ਤੇ। ਬਿਲਕੁਲ ਜੋ ਕਹਿ ਰਿਹਾ ਕਿ ਗੁਰਦੁਆਰਾ ਸਾਹਿਬਾਨ ਜਿਹੜੇ ਹਰੇਕ ਦੇਸ਼ ਦੇ ਵਿੱਚ ਹੋਣੇ ਚਾਹੀਦੇ ਨੇ, ਤੇ ਸਾਡਾ ਦੇਸ਼ ਕਹਿ ਰਿਹਾ ਕਿ ਬੰਦ ਹੋਣੇ ਚਾਹੀਦੇ ਨੇ। ਸਿੱਖ ਪੰਥ ਦਾ ਕੋਈ ਸਾਨੀ ਨਹੀਂ ਹੈ ਸੰਸਾਰ ਤੇ। ਤੇ ਸਰਕਾਰਾਂ ਕਦੀ ਵੀ ਇਹ ਬਰਦਾਸ਼ਤ ਕਰਨਗੀਆਂ ਵੀ ਖਾਲਸਾ ਪੰਥ ਨੂੰ ਵਡਿਆਈ ਮਿਲ ਜਾਏ। ਬਿਲਕੁਲ ਬਿਲਕੁਲ ਜੀ। ਕਿਉਂਕਿ ਉਹਨਾਂ ਤੇ ਕਦੀ ਵੀ ਬਰਦਾਸ਼ਤ ਨਹੀਂ ਕੀਤਾ। ਅਸੀਂ 500 ਸਾਲ ਤੋਂ ਲਤਾੜੇ ਜਾ ਰਹੇ ਹਾਂ, ਮਾਰੇ ਜਾ ਰਹੇ ਹਾਂ, ਇਸੇ ਕਰਕੇ ਕਿਉਂਕਿ ਅਸੀਂ ਗਿਆਨ ਵਿੱਚ ਅੱਗੇ ਹਾਂ, ਵਿਗਿਆਨ ਵਿੱਚ ਅੱਗੇ ਹਾਂ, ਦਾਨ ਵਿੱਚ ਅੱਗੇ ਹਾਂ, ਬਹਾਦਰੀ ਚ ਅੱਗੇ ਹਾਂ। ਜੀ 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 ਬਾਬਾ ਜੀ, ਇੱਥੇ ਮੈਂ ਇੱਕ ਛੋਟੀ ਜਿਹੀ ਬੇਨਤੀ ਸੰਗਤਾਂ 'ਚ ਹੋਰ ਰੱਖਦਾ ਜਾਵਾਂ। ਜਦੋਂ ਟੀਵੀ ਦੇ ਉੱਤੇ ਪ੍ਰੋਗਰਾਮ ਕਰਦੇ ਨੇ ਪ੍ਰਵਾਸੀ ਜਿਹੜੇ ਆ ਉਹ ਨਾਲ ਬਿਮਾਰੀਆਂ ਲੈ ਕੇ ਆ ਗਏ ਆ, ਉਦੋਂ ਪੰਜਾਬ ਦੇ ਵਿੱਚ NRIਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਦੱਸੀ ਜਾਂਦੀ ਆ। ਅਤੇ ਜਦੋਂ ਇੰਗਲੈਂਡ ਇਹ ਗੱਲ ਕਹਿੰਦਾ ਕਿ ਮੈਂ ਆਪਣੀਆਂ ਜਿਹੜੀਆਂ ਫਲਾਈਟਾਂ ਆ ਉਹ ਭੇਜਣ ਲੱਗਾ ਅਤੇ ਮੈਨੂੰ ਇਹ ਜਗ੍ਹਾ ਦੱਸੀ ਜਾਵੇ ਜਿਸ ਜਗ੍ਹਾ ਦੇ ਉੱਤੇ ਮੈਂ ਫਲਾਈਟਾਂ ਭੇਜਾਂ, ਅਤੇ ਉੱਥੇ ਇਹ ਗੱਲ ਕਹੀ ਜਾਂਦੀ ਹੈ ਦਿੱਲੀ ਭੇਜੋ ਜਾਂ ਬੰਬੇ ਭੇਜੋ। ਅਤੇ ਨਾਲ ਦੀ ਨਾਲ ਇਹ ਵੀ ਐਲਾਨ ਕੀਤਾ ਜਾਂਦਾ ਵੀ ਜਿਹੜੇ ਉੱਥੇ ਫਲਾਈਟਾਂ ਦੇ ਵਿੱਚ ਆਉਣ, ਜੇ ਦਿੱਲੀ ਆ ਰਹੀ ਹੈ ਤਾਂ ਦਿੱਲੀ ਵਾਲੀਆਂ ਨੂੰ ਪਹਿਲ ਦਿੱਤੀ ਜਾਵੇ। ਸੋ ਉਸ ਸਮੇਂ ਇਹਨਾਂ ਨੂੰ ਇਹ ਨਹੀਂ ਦਿਖਦਾ ਵੀ ਜਿਹੜੇ NRIs ਆਏ ਨੇ ਉਹ ਸਭ ਤੋਂ ਜ਼ਿਆਦਾ ਪੰਜਾਬ 'ਚ ਆਏ ਨੇ। ਉਦੋਂ ਅੰਮ੍ਰਿਤਸਰ ਦਾ ਜਿਹੜਾ ਆਏਗਾ ਏਅਰਪੋਰਟ ਆ ਉਹਨਾਂ ਨੂੰ ਚੇਤਾ ਭੁੱਲ ਜਾਂਦਾ। ਸੋ ਇਸ ਗੱਲ ਦਾ ਵੀ ਜ਼ਰੂਰ ਧਿਆਨ ਰੱਖਿਆ ਜਾਵੇ। ਅਸੀਂ ਕਿਸੇ ਤੇ ਐਲੀਗੇਸ਼ਨ ਨਹੀਂ ਲਾ ਰਹੇ। ਦੇਖੋ ਗੱਲ ਭਾਈ ਮਲਕੀਤ ਸਿੰਘ ਦੀ ਆ ਵੀ ਕਿੱਡੇ ਦੁੱਖ ਦੀ ਗੱਲ ਆ ਕਿ ਦਿੱਲੀ ਦੇ ਵਿੱਚ ਡਾਕਟਰਾਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਲੋਕਾਂ ਨੇ ਆਪਣੇ ਘਰਾਂ ਦੇ। ਜੀ ਜੀ ਬਿਲਕੁਲ। ਦਿੱਲੀ ਕਮੇਟੀ ਨੇ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਦਾ ਅੱਜ ਜੋਤੀ ਜੋਤ ਵੀ ਆ ਜੀ। ਵਾਹਿਗੁਰੂ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਗੱਦੀ ਦਿਵਸ ਅੱਜ ਮਹਾਰਾਜ ਸਾਹਿਬ ਜੀ ਦਾ। ਵਾਹਿਗੁਰੂ ਵਾਹਿਗੁਰੂ। ਗੁਰਗੱਦੀ ਦਿਵਸ ਪੁਰਬ ਹੈ ਮਹਾਰਾਜ ਸਾਹਿਬ ਜੀ ਦੇ ਗੱਦੀ ਗੁਰਪੁਰਬ ਦੀਆਂ ਵਧਾਈਆਂ ਆਪ ਜੀ ਨੂੰ ਬਹੁਤ ਬਹੁਤ। ਜੀ ਜੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ। ਇਸ ਜੀ ਦੇ ਸਥਾਨ ਤੇ ਉਹ ਜਿਹੜੇ ਗੈਸਟ ਹਾਊਸ ਬਣਿਆ ਹੋਇਆ ਜੀ, ਉਹਦੇ ਦਰਵਾਜ਼ੇ ਦਿੱਲੀ ਕਮੇਟੀ ਨੇ ਖੋਲ ਕੇ ਬਹੁਤ ਸੋਹਣੇ ਜਿਹੜੇ ਆ ਏਸੀ ਅਟੈਚ ਬਾਥਰੂਮ ਕਮਰੇ ਉਹ ਡਾਕਟਰਾਂ ਨੂੰ ਦਿੱਤੇ ਵੀ ਡਾਕਟਰ ਇਸ ਵੇਲੇ ਪਹੁੰਚੀ ਆ, ਤੁਸੀਂ ਉਸ ਮਹਾਮਾਰੀ ਨਾਲ ਲੜੋ। ਬਿਲਕੁਲ ਬਿਲਕੁਲ ਜੀ। ਉਹਨਾਂ ਲਈ ਵਧੀਆ ਖਾਣਾ ਭੋਜਨ ਪ੍ਰਬੰਧ ਦਿੱਲੀ ਕਮੇਟੀ ਕਰ ਰਹੀ ਆ। ਯਾਰ ਸ਼ਾਬਾਸ਼, ਇੱਕ ਦੇ ਮੂੰਹ ਚੋਂ ਵੀ ਨਹੀਂ ਨਿਕਲੀ, ਬਲਕਿ ਜਿਹੜੇ ਲੋਕਾਂ ਦੇ ਮੂੰਹ ਚ ਨਵਾਲਾ ਪਾ ਰਹੇ ਆ ਉਹਨਾਂ ਉੱਪਰ ਕੇਸ ਕਰ ਦਿੱਤਾ। ਉਹਨਾਂ ਉੱਪਰ ਕੇਸ ਕਰਤਾ। ਬਿਲਕੁਲ ਬਿਲਕੁਲ ਜੀ। ਔਰ ਇਹ ਕੇਸ ਵੀ ਉੱਥੇ ਹੋਇਆ ਜਿੱਥੇ ਕਹਿ ਰਹੇ ਕਿ ਬਹੁਤ ਹਿੰਦੁਸਤਾਨ ਦੀ ਸਭ ਤੋਂ ਇਮਾਨਦਾਰ ਸਰਕਾਰ ਆ। ਜਦੋਂ ਅੱਜ ਤੁਸੀਂ ਥੋੜਾ ਸਮਾਂ ਹੋਇਆ ਵੀ ਮੁਸਲਮਾਨ ਵੀਰਾਂ ਤੇ ਅਤਿਆਚਾਰ ਜੀ 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 ਕੋਈ ਵੀ ਨਹੀਂ ਖਲੋਤਾ, ਉਹਨਾਂ ਦੀਆਂ ਮਸੀਤਾਂ ਤੱਕ ਢਾਹਤੀਆਂ, ਘਰ ਜਲਾਤੇ। ਖਾਲਸਾ ਏਡ ਹੋਵੇ ਚਾਹੇ ਆਮ ਸਿੱਖ ਹੋਣ, ਗੁਰੂ ਨਾਨਕ ਦੀ ਸੰਗਤ ਹੋਵੇ, ਸਾਰਿਆਂ ਨੇ ਵੀਰਾਂ ਘੱਤ ਕੇ ਉਹਨਾਂ ਨੂੰ ਆਪਣੇ ਗਲ ਨਾਲ ਲਾਇਆ ਤੇ ਉਹਨਾਂ ਨੂੰ ਇਹ ਕਿਹਾ ਅਸੀਂ ਆਪਣੇ ਘਰ ਤੋਂ ਬਾਹਰ ਸੌ ਜਾਾਂਗੇ, ਸਾਡੇ ਘਰ ਆਓ। ਵਾਹਿਗੁਰੂ ਵਾਹਿਗੁਰੂ। ਤੁਹਾਡਾ ਘਰ ਜੀ ਜੀ ਬਿਲਕੁਲ ਬਿਲਕੁਲ ਜੀ। ਸਾਡੇ ਨਾਲ ਕਿਸੇ ਨੇ ਕੀਤਾ। ਸਾਡੇ ਘਰ ਵੀ ਦਿੱਲੀ 'ਚ ਜਲਾਏ ਗਏ, ਸਾਡੀਆਂ ਧੀਆਂ ਭੈਣਾਂ ਨੂੰ ਵੀ ਮਾਰਿਆ ਗਿਆ, ਬੱਚਿਆਂ ਨੂੰ ਵੀ ਮਾਰਿਆ ਗਿਆ, ਟਾਇਰ ਪਾ ਕੇ ਸਾੜਿਆ ਗਿਆ, ਪਰ ਸਾਡੇ ਮੁੱਢ ਤੇ ਹੱਥ ਕਿਸੇ ਨੇ ਨਹੀਂ ਸੀ ਰੱਖਿਆ ਵੀ ਕੋਈ ਨਹੀਂ ਜਿੱਥੇ ਸਾਡਾ ਬੱਚਾ ਖਾਵੇਗਾ ਉੱਥੇ ਤੂੰ ਨਹੀਂ ਆਉਣਾ ਸਕਦਾ। ਵਾਹਿਗੁਰੂ ਵਾਹਿਗੁਰੂ। ਬਿਲਕੁਲ ਬਿਲਕੁਲ ਜੀ, ਸੱਚੀ ਗੱਲ ਹੈ। ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਸਾਡਿਆਂ ਭਰਾਵਾਂ ਨੇ ਫਿਰ ਵੀ ਜਾ ਕੇ ਖੜੇ ਹੋਏ। ਅੱਜ ਵੀ ਮਹਾਮਾਰੀ 'ਚ ਸਾਡੇ ਵੀਰ ਖੜੇ। ਉੱਪਰੋਂ ਗੌਰਮੈਂਟ ਸਾਡੇ ਤੇ ਕੇਸ ਕਰ ਰਹੀ ਆ ਵੀ ਤੁਸੀਂ ਪ੍ਰਸ਼ਾਦਾ ਛਕਾ ਕਿਉਂ ਰਹੇ ਆ। ਤੇ ਇਸੇ ਲਈ ਮੈਂ ਜਿਹੜੇ ਵੀਰ ਪੰਜਾਬ 'ਚ ਲੰਗਰ ਲਾ ਰਹੇ ਜਾਂ ਹਿੰਦੁਸਤਾਨ 'ਚ ਲਾ ਰਹੇ ਆ ਉਹਨਾਂ ਨੂੰ ਇੱਕ ਨੂਰ ਰੇਡੀਓ ਰਾਹੀਂ ਕਹਿਣਾ ਚਾਹੁੰਦਾ ਵੀ ਦੇਖਿਓ, ਇਹ ਗਿਰਗਟ ਵਾਂਗੂ ਰੰਗ ਬਦਲਦੀ ਹੈ ਸਰਕਾਰ। ਇਹ ਤੁਹਾਡੀ ਇਸ ਸੋਭਾ ਤੋਂ ਖੁਸ਼ ਨਹੀਂ ਹੁੰਦੇ ਬਲਕਿ ਦੁਖੀ ਨੇ। ਜੀ ਜੀ ਬਿਲਕੁਲ ਬਿਲਕੁਲ ਜੀ। ਇਸ ਗੱਲ ਤੋਂ ਦੁਖੀ ਨੇ
ਜੀ ਜੀ ਬਾਬਾ ਜੀ, ਇੱਥੇ ਆਪਾਂ ਹੁਣ ਆਪਣੇ ਕੋਲ ਟਾਈਮ ਵੀ ਤਕਰੀਬਨ ਜਿਹੜਾ ਹੈ ਉਹ ਨੇੜੇ ਆਈ ਜਾਂਦਾ, ਤੇ ਆਪਾਂ ਇੱਕ ਬੇਨਤੀ ਹੋਰ ਕਰ ਲਈਏ। ਜਿਹੜਾ ਮੈਨੂੰ ਇਹ ਪਤਾ ਚੱਲਿਆ ਸੀ ਥੋੜ੍ਹਾ ਜਿਹਾ ਵੀ ਜਿਹੜੇ ਆਪਣੇ ਸਿੱਖ ਕੈਦੀ ਨੇ ਉਹਨਾਂ ਵੱਲੋਂ ਵੀ ਇੱਕ ਸ਼ਿਕਵਾ ਲਾਇਆ ਗਿਆ ਕਿ ਉਹਨਾਂ ਦੇ ਪਰਿਵਾਰਾਂ ਤੱਕ ਜਿਹੜੀ ਹੈ ਉਹ ਪਹੁੰਚ ਨਹੀਂ ਕੀਤੀ ਗਈ। ਉਹਨਾਂ ਲਈ ਵੀ ਜ਼ਰੂਰ ਆਪਾਂ ਥੋੜ੍ਹੀ ਜਿਹੀ ਬੇਨਤੀ ਕਰ ਦਈਏ ਸਿੰਘਾਂ ਨੂੰ ਜਿਹੜੇ ਸੇਵਾ ਨਿਭਾ ਰਹੇ ਨੇ, ਵੀ ਉਹਨਾਂ ਪਰਿਵਾਰਾਂ ਤੱਕ ਜ਼ਰੂਰ ਆਪਾਂ ਪਹਿਲੇ ਨੰਬਰ ਦੇ ਉੱਤੇ ਉਹਨਾਂ ਤੱਕ ਪਹੁੰਚੇ ਜੇ। ਅੱਜ ਉਹਨਾਂ ਦੀ ਬਦੌਲਤ ਹੀ ਜਿਹੜਾ ਹੈਗਾ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ। ਉਹਨਾਂ ਨੇ ਆਪਣੀਆਂ ਜਵਾਨੀਆਂ ਜਿਹੜੀਆਂ ਸੀ, ਕੋਈ ਬਚਪਨ ਕੋਈ ਜਵਾਨੀ ਲੈ ਕੇ ਜੇਲ੍ਹ 'ਚ ਗਿਆ ਤਾਂ ਬੁਢਾਪੇ ਤੱਕ ਹਜੇ ਤੱਕ ਅੰਦਰ ਬੈਠੇ ਨੇ। ਸੋ ਇਹਦੇ ਬਾਰੇ ਜ਼ਰੂਰ ਆਪਾਂ ਬੇਨਤੀ ਥੋੜ੍ਹੀ ਜਿਹੀ ਕਰ ਦਈਏ। ਮਲਕੀਤ ਸਿੰਘ ਜੀ, ਮੇਰੇ ਕੋਲੇ ਕੋਈ ਸ਼ਬਦ ਨਹੀਂ ਹਨ ਜੀ। ਦੇਖੋ, ਅਸੀਂ ਜੋ ਸਾਡਾ ਮਾਨ ਸਨਮਾਨ ਹੈ ਖਾਲਸਾ ਪੰਥ ਦਾ ਜੀ, ਔਰ ਉਹ ਖਾਲਸੇ ਪੰਥ ਦੇ ਮਾਨ ਸਨਮਾਨ ਵਾਸਤੇ ਜੂਝ ਰਹੇ ਆ। ਬਿਲਕੁਲ ਜੀ। ਕੁਝ ਸਾਡੇ ਵੀਰ ਜਿਹੜੇ ਵੀਰ ਗਤੀ ਨੂੰ ਪ੍ਰਾਪਤ ਹੋਏ ਆ। ਦੇਖੋ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਵਾਹਿਗੁਰੂ ਜੀ। ਸਾਡਾ ਫਰਜ਼ ਬਣਦਾ ਆ ਸਭ ਤੋਂ ਪਹਿਲਾਂ ਜਿਹੜੇ ਵੀਰ ਦਾਨੀ ਵੀਰ ਨੇ, ਉਹ ਸਾਡਾ ਹਿਸਾਬ, ਮੇਰੇ ਵਰਗਾ ਦਾ ਤਾਂ ਹਿਸਾਬ ਇਹ ਆ ਵੀ ਆਪ ਨਾ ਦੇ ਚੂਰੂ ਭਰ ਪਾਣੀ ਤੇ ਨਿੰਦੇ ਜੇ ਗੰਗਾ, ਹਨਾ ਜੀ। ਮੈਂ ਬੇਨਤੀ ਕਰਾਂ ਵੀ ਸਾਡਾ ਫਰਜ਼ ਬਣਦਾ ਗੁਰਮੁਖੋ, ਪਹਿਲ ਦੇ ਆਧਾਰ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਖਲੋਣਾ। ਜਿੱਥੇ ਵੀ ਅੱਜ ਆ ਮਹਾਂਮਾਰੀ ਚੱਲ ਰਹੀ ਹੈ ਨਾ, ਉਹਨਾਂ ਦੇ ਨਾਲ ਤਾਂ ਖਲੋਣਾ ਹੀ ਆ। ਜਿੱਥੇ ਵੀ ਗੁਰੂ ਨਾਨਕ ਲੇਵਾ ਗੁਰੂ ਕਾ ਸਿੱਖ ਤੁਹਾਨੂੰ ਦਿਸਦਾ ਆ, ਉਹਦੇ ਪਰਿਵਾਰ ਨਾਲ ਖਲੋਣਾ ਸਾਡਾ ਫਰਜ਼ ਬਣਦਾ ਆ। ਉਹ ਚਾਹੇ ਗੈਰ ਸਿੱਖ ਹੈ ਚਾਹੇ ਗੁਰੂ ਕਾ ਸਿੱਖ ਹੈ। ਬਿਲਕੁਲ ਬਿਲਕੁਲ ਜੀ। ਸਾਡਾ ਫਰਜ਼ ਬਣਦਾ ਉਹਨਾਂ ਨਾਲ ਖਲੋਈਏ। ਕਿਉਂਕਿ ਮੈਂ ਇੱਥੇ ਇੱਕ ਬੇਨਤੀ ਕਰਦਾ ਵੀ ਉਹ ਕੋਈ ਮਹਾਂਪੁਰਖ ਜਾ ਰਹੇ ਸੀਗੇ ਤੇ ਉਹ ਕਿਸੇ ਲੁਹਾਰ ਵੀਰ ਦੀ ਦੁਕਾਨ ਤੇ ਚਲ ਗਏ ਜੀ, ਤੇ ਥੋੜੇ ਬੜੇ ਟੰਗੇ ਹੋਏ ਸੀਗੇ ਤੇ ਉਹਨਾਂ ਨੇ ਬੜੇ ਪਿਆਰ ਨਾਲ ਕਿਹਾ ਵੀ ਗੁਰਮੁਖਾ ਬੜੇ ਥੋੜੇ ਟੰਗੇ ਹੋਏ ਤੂੰ ਜੀ। ਤੇ ਉਹ ਕਹਿੰਦਾ ਬਾਬਾ ਜੀ ਇਹ ਥੋੜੇ ਅਸੀਂ ਖਾਨਦਾਨੀ ਲੁਹਾਰ ਆ, ਸਾਡੇ ਵਡੇਰਿਆਂ ਦੀਆਂ ਨਿਸ਼ਾਨੀਆਂ ਨੇ ਜੀ। ਤੇ ਉਹ ਕਹਿੰਦਾ ਆਹ ਥੋੜਾ, ਕਹਿੰਦਾ ਜੀ ਮੇਰੇ ਦਾਦੇ ਦਾ ਆ, ਮੇਰੇ ਪਰਦਾਦੇ ਦਾ ਆ, ਮੇਰੇ ਪਿਤਾ ਜੀ ਦਾ, ਤੇ ਆ ਮੇਰਾ ਆ ਜੀ। ਤੋ ਕਹਿੰਦੇ ਐਰਨਾ ਕਿੰਨੀਆਂ ਕਨੇ? ਕਹਿੰਦਾ ਜੀ ਐਰਨਾ ਕੋਈ ਨਹੀਂ ਬਦਲੀ ਜੀ। ਕਹਿੰਦੇ ਬਸ ਮੈਨੂੰ ਮੇਰਾ ਉੱਤਰ ਮਿਲ ਗਿਆ। ਜਿਹੜੇ ਚੋਟਾਂ ਮਾਰਦੇ ਸੀ ਉਹ ਤੁਰ ਗਏ, ਚੋਟਾਂ ਸਹਿਣ ਵਾਲੇ ਅੱਜ ਵੀ ਬਰਕਰਾਰ ਨੇ। ਵਾਹਿਗੁਰੂ ਵਾਹਿਗੁਰੂ ਜੀ 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 ਜੀ। ਚੋਟਾਂ ਮਾਰਦੇ ਸੀ, ਚੋਟਾਂ ਬੜੀਆਂ ਚੋਟਾਂ ਵੱਜੀਆਂ ਖਾਲਸੇ ਨੂੰ, ਪਰ ਚੋਟਾਂ ਮਾਰਨ ਵਾਲਾ ਰਿਹਾ ਕੋਈ ਨਹੀਂ। ਉਹ ਕੋਈ ਵੀ ਹੋਵੇ ਭਾਵੇਂ, ਪਰ ਚੋਟਾਂ ਸਹਿਣ ਵਾਲਾ ਅੱਜ ਵੀ ਦੁਨੀਆ 'ਚ ਮਹਾਂਮਾਰੀ ਪਈ ਆ। ਉਹ ਖਾਲਸਾ ਦਾ ਨਿਸ਼ਾਨ ਕੇਸਰੀ ਲਾ ਕੇ ਲੋਕਾਂ ਦੇ ਮੂੰਹ 'ਚ ਨਵਾਲਾ ਪਾ ਰਿਹਾ ਹੈ। ਇਹ ਗੁਰੂ ਨਾਨਕ ਸਾਹਿਬ ਦਾ ਘਰ ਆ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਬਿਲਕੁਲ ਜੀ। ਤੋ ਇਸ ਕਰਕੇ ਜਿਹੜਾ ਚੋਟਾਂ ਮਾਰਨੀਆਂ ਉਹਨੂੰ ਰਹਿਣਾ ਕੋਈ ਨਹੀਂ। ਪਰ ਮੈਂ ਇਹ ਬੇਨਤੀ ਜ਼ਰੂਰ ਕਰੂੰਗਾ ਵੀ ਸਾਨੂੰ ਸੰਜਮ ਤੋਂ ਤੇ ਭਰਾਈਵਾਤੇ ਤੋਂ, ਭਾਈਚਾਰੇ ਤੋਂ ਤੇ ਮਿਲ ਵਰਤ ਕੇ ਗੁਰੂ ਦੀਆਂ ਦਾਤਾਂ ਵਰਤਾਉਣੀਆਂ ਚਾਹੀਦੀਆਂ। ਰੱਬ ਨਾ ਕਰੇ ਕੋਈ ਮਹਾਂਮਾਰੀ ਕੋਈ ਭਿਆਨਕ ਰੂਪ ਧਾਰੇ ਤੇ ਸਾਨੂੰ ਇੱਧਰ ਹਸਪੀਟਲਾਂ ਵਾਲੇ ਪਾਸੇ, ਡਾਕਟਰਾਂ ਵਾਲੇ ਪਾਸੇ, ਦਵਾਈਆਂ ਵਾਲੇ ਪਾਸੇ, ਜਿੱਥੇ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਕਨ੍ਹਈਆ ਜੀ ਨੂੰ ਮੁਸ਼ਕ ਪਾਣੀ ਵਾਲੀ ਦਿੱਤੀ ਆ, ਉੱਥੇ ਮਹਾਰਾਜ ਨਾਲ ਮਲਮ ਪੱਟੀ ਵੀ ਦਿੱਤੀ ਆ। ਭਾਈ ਤੂੰ ਮਲਮ ਪੱਟੀ ਵੀ ਦਿੰਦਾ। ਬਿਲਕੁਲ ਬਿਲਕੁਲ ਜੀ। ਤੂੰ ਭਜਨ ਤੇ ਭੋਜਨ ਦੋਵੇਂ ਬਰਾਬਰ ਦਿੱਤੇ ਆ। ਇਹ ਸਾਨੂੰ ਬਰਾਬਰ ਲੈ ਕੇ ਚੱਲਣਾ ਚਾਹੀਦਾ ਵਾ। ਇਸ ਪ੍ਰਕਾਰ ਸਾਡੀ ਸੇਵਾ ਕਰਦਿਆਂ ਕੋਈ ਨਰਾਦਰ ਦਾ ਪੱਖ ਸਾਹਮਣੇ ਨਾ ਆਵੇ। ਬਹੁਤ ਸਾਰੀਆਂ ਸੰਸਥਾ ਸੇਵਾ ਕਰ ਰਹੀਆਂ ਨੇ, ਪਰ ਉਹ ਧਿਆਨ ਦੇ ਨਾਲ ਸੇਵਾ ਕਰਨ ਤਾਂ ਕਿ ਗੁਰੂ ਕੇ ਨੰਬਰ ਦੀ ਨਰਾਦਰੀ ਨਾ ਹੋਵੇ। ਬਿਲਕੁਲ ਬਿਲਕੁਲ ਜੀ। ਆਪਸ ਵਿੱਚ ਜਿਹੜੀ ਚੁਣੌਤੀ ਆਈ ਆ, ਹਮੇਸ਼ਾ ਹੀ ਆਪਾਂ ਦੇਖਦੇ ਹਾਂ ਇਤਿਹਾਸ ਦੇ ਵਿੱਚ, ਜਦੋਂ ਵੀ ਕੋਈ ਚੁਣੌਤੀ ਆਈ ਨਾ, ਉਹ ਤੋਂ ਅਸੀਂ ਬਹੁਤ ਕੁਝ ਪ੍ਰਾਪਤ ਕੀਤਾ ਆ। ਉਹਦੇ ਤੋਂ ਅਸੀਂ ਬਹੁਤ ਕੁਝ ਪ੍ਰਾਪਤ ਕੀਤਾ। ਇਹ ਜਿਹੜੀ ਅੱਜ ਆਪਣੇ ਮੂਹਰੇ ਆਣ ਕੇ ਚੁਣੌਤੀ ਖੜੀ ਹੈ, ਇਹ ਤੋਂ ਆਪਾਂ ਦੀ ਪ੍ਰਾਪਤੀ ਇਹ ਹੋਣੀ ਚਾਹੀਦੀ ਆ ਕਿ ਅਸੀਂ ਇੱਕ ਸੂਤਰ ਵਿੱਚ ਪਰੋ ਹੋ ਜਾਈਏ। ਹਾਂ ਬਿਲਕੁਲ ਜੀ। ਆਪਾਂ ਜਿਹੜਾ ਹੈ ਉਹ ਇੱਕ ਸੂਤਰ ਦੇ ਵਿੱਚ ਜਿਹੜਾ ਚੱਲੀਏ ਤੇ ਇੰਨੀਆਂ ਕੁ ਬੇਨਤੀਆਂ ਜ਼ਰੂਰ ਸੰਗਤਾਂ ਪ੍ਰਵਾਨ ਕਰਨ ਵੀ ਅਸੀਂ ਹਾਂਜੀ ਹਾਂਜੀ। ਇਤਿਹਾਸ ਜਿਹੜਾ ਆ ਭਾਈ ਮਲਕੀਤ ਸਿੰਘ ਜੀ, ਉਹ ਆਪਣੇ ਆਪ ਰਿਪੀਟ ਹੁੰਦਾ ਰਹਿੰਦਾ ਆ। ਬਿਲਕੁਲ ਜੀ। ਇਤਿਹਾਸ ਆਪਣੇ ਵਿੱਚ ਖੜਾ ਆ। ਅੱਜ ਉਹ ਸਮਾਂ ਨਹੀਂ ਆ। ਅੱਜ ਸਾਰੀ ਦੁਨੀਆ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਨਾ ਵੀ ਖਾਲਸਾ ਜਿਹੜਾ ਉਹ, ਜਿਵੇਂ ਮਹਾਰਾਜ ਸੁਖਮਨੀ ਸਾਹਿਬ 'ਚ ਵੀ ਕਹਿੰਦੇ ਆ ਵੀ ਜਿਹੜਾ ਹਰੀ ਦਾ ਭਗਤ ਹੁੰਦਾ ਨਾ, ਉਹ ਪ੍ਰਗਟ ਹੋ ਕੇ ਰਹੂਗਾ, ਛਪੂਗਾ ਨਹੀਂ। ਬਿਲਕੁਲ ਜੀ ਬਿਲਕੁਲ। ਵਾਹਿਗੁਰੂ। ਤੇ ਖਾਲਸੇ ਨੂੰ ਭਾਈ ਜੈਤੀ ਜੀ ਨੂੰ ਮਹਾਰਾਜ ਸੰਬੋਧਨ ਹੋ ਕੇ ਕਿਹਾ ਸੀ, ਜੈਤਿਆ ਤੂੰ ਕਹਿੰਦਾ ਸਿੱਖ ਨਹੀਂ ਸੀ, ਮੈਂ ਇਹੋ ਜਿਹਾ ਖਾਲਸਾ ਪੈਦਾ ਕਰ ਦਿਆਂਗਾ। ਮੇਰਾ ਖਾਲਸਾ ਕਰੋੜਾਂ 'ਚ ਖੜਾ ਹੋਵੇਗਾ, ਨਜ਼ਰ ਆਵੇਗਾ, ਖਾਲਸਾ ਛੁਪੇਗਾ ਨਹੀਂ। ਵਾਹਿਗੁਰੂ ਵਾਹਿਗੁਰੂ। ਬਿਲਕੁਲ ਬਿਲਕੁਲ ਜੀ। ਨਿਤਪਾਲ ਸਿੰਘ ਜੀ ਨੇ ਦੂਖ ਨਿਵਾਰਨ ਸਾਹਿਬ ਗੁਰਦੁਆਰੇ ਸਾਹਿਬ ਦੇ, ਮੈਂ ਕਹਿ ਕੇ ਸਮਾਪਤੀ ਕਰਾਂ ਜੀ। ਤੇ ਉਹ ਪਿੱਛੇ ਜਦੋਂ ਮਹਾਂਮਾਰੀ ਆਈ, ਜਦੋਂ ਤੁਸੀਂ ਕਹਿ ਕੇ ਹਟੇ ਨਾ ਵੀ ਹਰ ਮੁਸੀਬਤ ਵਿੱਚ ਖਾਲਸਾ ਡਟ ਕੇ ਖੜਾ ਹੋਇਆ ਜੀ। ਮਹਾਂਮਾਰੀ ਆਈ ਤੇ ਉਹ ਭੁਚਾਲ ਆਏ ਤੇ ਲੋਕਾਂ ਦੇ ਘਰ ਉੱਜੜ ਗਏ। ਇਸ ਪ੍ਰਕਾਰ ਘਰੋਂ ਬੇਘਰ ਹੋ ਗਏ ਜੀ।
ਟਰੱਕ ਭਰ ਕੇ ਕੁਝ ਕੱਪੜਿਆਂ ਦੇ, ਕੁਝ ਰਾਸ਼ਨ ਦੇ, ਲੋੜੀਂਦੀਆਂ ਚੀਜ਼ਾਂ ਦੇ ਲੈ ਕੇ ਗਏ ਤੇ ਲੰਗਰ ਲੱਗੇ ਸੀ। ਕਹਿੰਦੇ ਇੱਕ ਸੇਠ ਆਵੇ ਤੇ ਖਾਇਆ ਕਰੇ ਤੇ ਖਾਣ ਤੋਂ ਪਹਿਲਾਂ ਵੀ ਰੋਵੇ ਤੇ ਪ੍ਰਸ਼ਾਦਾ ਛਕ ਕੇ ਵੀ ਰੋਇਆ ਕਰੇ ਜੀ। ਤੇ ਕਹਿੰਦੇ ਵੀ ਬੜੇ ਪਿਆਰ ਨਾਲ ਪੁੱਛਿਆ ਵੀ ਤੁਸੀਂ ਕੋਈ ਨੁਕਸਾਨ ਜ਼ਿਆਦਾ ਹੋਇਆ ਤੁਹਾਡਾ? ਉਹ ਕਹਿੰਦਾ ਨੁਕਸਾਨ ਤਾਂ ਮੇਰਾ ਕੋਈ ਨਹੀਂ ਹੋਇਆ। ਜੀ ਜੀ ਜੀ। ਤੇ ਕਹਿੰਦੇ ਵੀ ਰੋਂਦੇ ਕਿਉਂ? ਕਹਿੰਦੇ ਮੈਂ ਆਪਣੇ ਹੱਥਾਂ ਵੱਲ ਵੇਖ ਕੇ ਰੋਣਾ ਆ ਕਿ ਕਿਹੜਾ ਉਹ ਨਰਕ ਹੋਵੇਗਾ ਜਿਹਦੇ ਵਿੱਚ ਤੈਨੂੰ ਥਾਂ ਮਿਲੇਗੀ। ਉਹਦਾ ਕਾਰਨ ਹੈ ਇਹਨਾਂ ਹੱਥਾਂ ਨਾਲ ਮੈਂ ਸਿੱਖਾਂ ਦੇ ਬੱਚੇ ਮਾਰੇ ਆ। ਵਾਹਿਗੁਰੂ ਵਾਹਿਗੁਰੂ। ਮੈਂ ਸਟੋਪਾਂ ਤੇ ਨਾਲਿਆਂ 'ਚ ਡਬੋ ਕੇ ਅੱਗ ਲਾ ਕੇ ਮਾਰੇ, ਟਾਇਰ ਪਾ ਕੇ। ਮੈਂ ਹੁਣ ਦੇਖਦਾ ਜਿਨ੍ਹਾਂ ਦੇ ਬੱਚੇ ਮਾਰੇ ਉਹ ਸਾਡੇ ਬੱਚਿਆਂ ਦੇ ਮੂੰਹ 'ਚ ਨਵਾਲਾ ਪਾਉਣ ਵਾਸਤੇ ਆ ਗਏ। ਵਾਹਿਗੁਰੂ ਵਾਹਿਗੁਰੂ, ਬਹੁਤ ਵੱਡੀ ਗੱਲ ਹੈ। ਉਹ ਸਾਡੇ ਬੱਚਿਆਂ ਨੂੰ ਰੋਟੀ ਖਵਾਉਣ ਵਾਸਤੇ, ਜੀਵਨ ਦੇਣ ਵਾਸਤੇ ਆ ਗਏ। ਤੇ ਉਹ ਭਾਈ ਸਾਹਿਬ ਕਹਿੰਦੇ ਮੈਂ ਮੋਢੇ ਤੇ ਹੱਥ ਰੱਖ ਕੇ ਕਿਹਾ ਸੀ, ਸੇਠ ਜੀ ਯਾਦ ਰੱਖਿਓ ਜਿਨ੍ਹਾਂ ਨੂੰ ਉਜਾੜਨਾ ਚਾਹੁੰਦੇ ਸੀ ਉਹ ਉਜੜੇ ਨਹੀਂ, ਉਹ ਅੱਜ ਵੀ ਮਾਲਕ ਹੈ ਤੇ ਲੰਗਰ ਵਰਤਾ ਰਹੇ ਆ। ਜਿਹੜੇ ਉਜਾੜਨ ਵਾਲੇ ਸੀ ਉਹ ਅੱਜ ਵੀ ਬੁੱਕ ਕਰਕੇ ਸਾਡੇ ਕੋਲ ਰੋਟੀ ਮੰਗ ਰਹੇ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਬਿਲਕੁਲ। ਬਾਦਸ਼ਾਹ ਬਣਾਇਆ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਨੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਇਹਨੂੰ ਜੇ ਚਾਰ ਬੰਦੇ ਉੱਠ ਕੇ ਕੋਈ ਢੱਡਰੀ ਛੱਡੀ ਉੱਠ ਕੇ ਕਹਿ ਦੇਵੇ ਇਹਨਾਂ ਨਾਲ ਗੁਰੂ ਕੇ ਲੰਗਰਾਂ ਨੇ ਬੰਦ ਨਹੀਂ ਹੋਣਾ, ਗੁਰੂ ਦੀਆਂ ਖਾਲਸੇ ਦੀਆਂ ਰਵਾਇਤਾਂ ਬੰਦ ਨਹੀਂ ਹੋਣੀਆਂ। ਹਾਂ, ਜਿੱਥੇ ਕਾਨੂੰਨ ਕਾਈ ਅਸੀਂ ਆਪਣੇ ਨੂੰ ਵੀ ਕਵਾਂਗੇ, ਭਾਵੇਂ ਸਾਡਾ ਕੋਈ ਆਪਣਾ ਵੀ ਕਿਉਂ ਨਾ ਹੋਵੇ, ਕਿਉਂਕਿ ਸੁਖੀ ਬਸੇ ਮੋਰੋ ਪਰਿਵਾਰਾ, ਸੇਵਕ ਸਿੱਖ ਸਭੇ ਕਰਤਾਰਾ। ਵਾਹਿਗੁਰੂ ਵਾਹਿਗੁਰੂ, ਬਿਲਕੁਲ 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 ਜੀ। ਅਸੀਂ ਸਾਰੇ ਵੀਰ ਭੈਣ ਭਰਾ ਹਾਂ। ਜੇ ਸਾਡੇ ਵਿੱਚ ਕਿਤੇ ਕੋਈ ਕਮੀ ਪੇਸ਼ੀ ਆਉਂਦੀ ਹੈ ਤੇ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਵੀਰ ਭੈਣ ਭਰਾ ਬਣ ਕੇ ਉਸ ਮਸਲਿਆਂ ਨੂੰ ਵਿਚਾਰ ਕੇ ਤੇ ਗਾਂ ਸੇਧ ਲੈ ਕੇ ਤੁਰੀਏ। ਸੋ ਇਹ ਖਾਲਸੇ ਨੂੰ ਸਤਿਗੁਰਾਂ ਦਾ ਹੁਕਮ ਵੀ ਹੈ। ਸਿਆਣੇ ਗੁਰਸਿੱਖਾਂ ਪਾਸੋਂ ਸੇਧ ਲੈਣੀ, ਉਹਦਾ ਇਹ ਫਰਜ਼, ਆਪਣਾ ਫਰਜ਼ ਬਣਦਾ ਇੱਕ ਦੂਸਰੇ ਦੇ ਕੋਲੋਂ ਸਾਰੇ ਆਪਾਂ ਸੇਧ ਲੈ ਕੇ ਤੇ ਫਿਰ ਅੱਗੇ ਚੱਲੀਏ ਤੇ ਆਪਣੇ ਲੋਕ ਪਰਲੋਕ ਦੋਨਾਂ ਨੂੰ ਸੁਹੇਲਾ ਕਰੀਏ। ਪਰਲੋਕ ਸੁਹੇਲੇ। ਬਹੁਤ ਬਹੁਤ ਧੰਨਵਾਦ ਗਿਆਨੀ ਜੀ। ਤੇ ਅਸੀਂ ਕਿਉਂਕਿ ਮੇਰੀ ਇੱਕ ਮੈਂ ਬੇਨਤੀ ਇਹ ਕਰਦਾ ਹੁੰਦਾ ਕਿ ਅਸੀਂ ਨਹੀਂ ਚਾਹੁੰਦੇ ਜਿਹੜਾ ਇਹ ਢੰਡਰੀਆਂ ਵਾਲਾ ਆ ਜਾਂ ਇਹਨਾਂ ਦੇ ਜਿੰਨੇ ਵੀ ਹੋਰ ਨੇ ਤੇ ਸਾਡੇ ਜਿਹੜੇ ਪਿਆਰੇ ਗੁਰਸਿੱਖ ਨੇ ਨਾ, ਅਸੀਂ ਉਹਨਾਂ ਪਾਸੋਂ ਨਹੀਂ, ਇਹਨਾਂ ਦੀ ਜਿਹੜੀ ਹੈ ਉਹ ਝਾੜ ਪੰਡ ਜਿਹੜੀ ਹੈ ਉਹ, ਕਿਉਂਕਿ ਮੈਂ ਇੱਕ ਗੱਲ ਜਾਣਦਾ ਹਾਂ ਕਿ ਜਿਹਦੇ ਕੋਲ ਗੁਰਬਾਣੀ ਹੈ ਨਾ ਉੱਥੇ ਵਿਦਵਾਨ ਜਿਹੜਾ ਆ ਉਹ ਵਿਚਾਰ ਕਰਦਾ ਸੋਭਦਾ ਆ ਜਿੱਥੇ ਗੁਰਬਾਣੀ ਹੈ। ਕਿਉਂਕਿ ਗੁਰਬਾਣੀ ਵਿਸ਼ਾ ਜਿਹੜਾ ਹੈ ਵਿਦਵਾਨਾਂ ਦਾ ਹੈ, ਸੰਗਤ ਦਾ ਜਿਹੜਾ ਵਿਸ਼ਾ ਹੈ ਉਹ ਸਰਵਣ ਕਰਨ ਦਾ ਹੁੰਦਾ। ਪਰ ਜਿੱਥੇ ਗੁਰਬਾਣੀ ਦੀ ਕੋਈ ਗੱਲ ਹੀ ਨਹੀਂ ਆ ਤੇ ਜੇ ਫਿਰ ਉਹਨੂੰ ਤਾਂ ਫਿਰ ਅਸੀਂ ਇੱਕੋ ਗੱਲ ਹੀ ਕਹਿੰਦੇ ਹੁੰਦੇ ਆ ਵੀ ਵਿਗੜੇ ਦਾ ਜਿਹੜਾ ਡੰਡਾ ਹੀ ਪੀ ਰਿਹਾ। ਤੇ ਨਾਲੇ ਭਾਈ ਮਲਕੀਤ ਸਿੰਘ ਜੀ ਵੀ ਖੁਲਾਸੇ ਬਹੁਤ ਹੋ ਗਏ ਆ ਜੀ। ਤੇ ਜੇ ਕੋਈ ਬੰਦਾ ਨਾ ਵੀ ਸਾਡੀ ਪੰਜਾਬੀ ਦੀ ਕਹਾਵਤ ਆ ਵੀ ਨੌ ਨੰਗੀ ਤੇ ਵਿਸਰਿਆ ਖਵਾਜਾ ਜੀ। ਜਿਹੜੀ ਚੀਜ਼ ਹੈ ਨਾ, ਜਿਹੜੀ ਚੀਜ਼ ਉਹਨੇ ਦੇਖੋ, ਜੇ ਤਰਕ ਕਰਨ ਨੂੰ ਤਰਕ ਜਿੰਨੀਆਂ ਮਰਜ਼ੀ ਕਰ ਲਓ, ਤੁਸੀਂ ਕਿੱਡੇ ਵੀ ਆਸਤਕ ਲੈ ਆਓ, ਨਾਸਤਕ ਲੈ ਆਓ, ਜਿਹੜਾ ਅੰਨਾ ਬੰਦਾ ਉਹਨੂੰ ਕਹੋ ਸੂਰਜ ਹੁੰਦਾ ਆ, ਪਰ ਉਹਨੇ ਕਹਿਣਾ ਮੈਂ ਨਹੀਂ ਵੇਖਿਆ। ਜੀ 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 ਜੀ, ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਉਹਨੂੰ ਅੰਨੇ ਨੂੰ ਕੀ ਪਤਾ ਵੀ ਸੂਰਜ ਹੁੰਦਾ ਹੈ। ਬਿਲਕੁਲ 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 ਜੀ। ਉਹ ਜਿਹੜਾ ਅੰਨਾ ਬੰਦਾ ਨਾ, ਅੰਨਾ ਹੋ ਕੇ ਜਿਹੜਾ ਅੰਧਾ ਹੋਇਆ ਤੇ ਦੂਜੇ ਨੂੰ ਰਾਹ ਦੱਸ ਰਿਹਾ ਵਾ, ਉਹ ਤੁਸੀਂ ਦੇਖੋ ਵੀ ਉਹਦੇ ਰਾਹ ਤੇ ਚੱਲਣ ਵਾਲਾ ਕਿੱਡਾ ਸੁਜਾਖਾ ਹੋਊਗਾ। ਬਿਲਕੁਲ ਬਿਲਕੁਲ ਜੀ, ਸੱਚੀ ਗੱਲ। ਜਿਨ੍ਹਾਂ ਦਾ ਗੁਰੂ ਵੀ ਅੰਨਾ ਵਾ ਤੇ ਆਪ ਨੂੰ ਇਹਨੇ ਗੁਰੂ ਜਿੰਨਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇ ਨੇ ਤੇ ਭਾਣੇ ਚਰਨ ਆਪਣੇ ਤੇ ਝੂਠੋ ਝੂਠ ਬੋਲੇ। ਵਾਹਿਗੁਰੂ, ਬਿਲਕੁਲ ਬਿਲਕੁਲ ਜੀ। ਜਿੱਥੇ ਆਪਾਂ ਕੁਝ ਨਹੀਂ ਕਰ ਸਕਦੇ, ਜਿਹੜਾ ਪਰਮਾਰ ਦੇ ਨੇਤਰਾਂ ਤੋਂ ਅੰਨਾ ਆ ਉਹਨੂੰ ਕੋਈ ਗੱਲ ਕਹਿਣ ਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ। ਤੋ ਇਹ ਸਮਾਂ ਜਿਹੜਾ ਹੁੰਦਾ, ਸਮਾਂ ਆਪਣੇ ਆਪ ਹੀ ਸਾਰਾ ਕੁਛ ਜਿਹੜਾ ਹੁੰਦਾ ਕੁਦਰਤ ਨੇ, ਪਰਮਾਤਮਾ ਨੇ ਆਪਣੇ ਆਪ ਹੀ ਤੁਹਾਡੇ ਸਾਹਮਣੇ ਦੁੱਧ ਦਾ ਦੁੱਧ ਕਰ ਦੇਣਾ, ਪਾਣੀ ਦਾ ਪਾਣੀ ਕਰ ਦੇਣਾ। ਹੋ ਗਿਆ ਤੁਹਾਡੇ ਸਾਹਮਣੇ, ਹੋ ਗਿਆ ਜੀ, ਹੋ ਗਿਆ। ਬਿਲਕੁਲ। ਅੱਜ ਜਿਹੜੇ ਪਿੰਡਾਂ ਦੇ ਵਿੱਚ ਇਹ ਕਹਿ ਰਹੇ ਸੀ ਨਾ ਵੀ ਅਸੀਂ ਇੱਥੋਂ ਟਰਾਲੀ ਭਰ ਕੇ ਘੱਲਾਂਗੇ, ਇੱਥੋਂ ਬੱਸ ਭਰ ਕੇ ਘੱਲਾਂਗੇ, ਅੱਜ ਉਹ ਵੀ ਜਦੋਂ ਜਾਂਦੇ ਨੇ ਤੇ ਉਹਨਾਂ ਨੂੰ ਵੀ ਗੁਰੂ ਨਾਨਕ ਦਾ ਦਰ ਹੀ ਖੁੱਲ੍ਹਾ ਮਿਲਦਾ ਪ੍ਰਸ਼ਾਦੇ ਛਕਣ ਨੂੰ। ਭਾਵੇਂ ਨੈੱਟ ਦੇ ਉੱਤੇ ਜਿੰਨਾ ਮਰਜ਼ੀ ਉਹ ਮੰਦਾ ਚੰਗਾ ਬੋਲ ਲੈਣ, ਪਰ ਜਦੋਂ ਉਹ ਜਾ ਕੇ ਇੱਕ ਪਖੰਡੀ ਦੇ ਡੇਰੇ ਵੱਲ ਨੂੰ ਮੂੰਹ ਕਰਦੇ ਨੇ, ਜਿਹਨੂੰ ਉਹ ਪਰਮੇਸ਼ਵਰ ਦੁਆਰ ਕਹਿੰਦਾ, ਉਹਦੇ ਬਾਹਰ ਵੀ ਇੱਕ ਜੰਦਾ ਲੱਗਾ ਹੋਇਆ ਤੇ ਅੰਦਰ ਵੀ ਇੱਕ ਜੰਦਾ ਲੱਗਾ ਹੋਇਆ। ਦੇਖੋ ਅਸੀਂ ਤਾਂ ਦੇਖੋ ਗੁਰੂ ਰਾਮਦਾਸ ਸਾਹਿਬ ਜੀ ਦਾ ਘਰ ਜੀ, ਉਹ ਸੱਚਖੰਡ ਆ ਗੁਰੂ ਰਾਮਦਾਸ ਸਾਹਿਬ ਜੀ ਦਾ ਘਰ। ਜੀ ਜੀ ਜੀ। ਗੁਰੂ ਰਾਮਦਾਸ ਸਾਹਿਬ ਦੇ ਘਰ ਦਾ ਕੀਰਤਨ ਟੀਵੀ ਤੇ ਆਉਂਦਾ, ਅਸੀਂ ਮੱਥਾ ਟੇਕਦੇ ਨੇ। ਵਾਹਿਗੁਰੂ, ਬਿਲਕੁਲ ਜੀ ਬਿਲਕੁਲ। ਅਸੀਂ ਤਾਂ ਦੋਵੇਂ ਵਾਰੀ ਆਖਦੇ ਆ ਧੰਨ ਧੰਨ ਰਾਮਦਾਸ ਗੁਰ। ਵਾਹਿਗੁਰੂ ਜੀ ਜੀ ਜੀ। ਮਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰੇ। ਵਾਹਿਗੁਰੂ ਜੀ। ਰਾਮਦਾਸ ਸਾਹਿਬ ਜੀ ਨੂੰ ਤਾਂ ਸਾਰਾ ਜਿਤਨਾ ਵੀ ਜੀਵਨ ਮਿਲੇ ਰੋਮ ਰੋਮ ਕਰਕੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਆ। ਏਦਾਂ ਦੇ ਬਥੇਰੇ ਤੁਰੇ ਫਿਰਦੇ ਆ, ਨਾ ਇਹਨਾਂ ਦੀਆਂ ਤਰਕਾਂ, ਨਾ ਇਹਨਾਂ ਦੀ ਲੌਜਿਕ,
ਨਾ ਇਹਨਾਂ ਦੇ ਦਲੀਲਾਂ ਨੂੰ ਅਸੀਂ ਨਹੀਂ ਮੰਨਦੇ, ਕੀ ਕਰਨਗੇ ਜੀ ਬਦਲੀ। ਜੀ ਜੀ ਜੀ, ਬਿਲਕੁਲ ਅਸੀਂ ਬਿਲਕੁਲ ਸੱਚਖੰਡ ਆਖਦੇ ਹਾਂ, ਅੰਮ੍ਰਿਤ ਸਰੋਵਰ ਆਖਦੇ ਹਾਂ, ਆਖਰੀ ਸਵਾਸ ਤੱਕ ਆਖਦੇ ਹੀ ਰਹਾਂਗੇ। ਬਿਲਕੁਲ ਬਿਲਕੁਲ ਜੀ। ਇਹ ਬਿਲਕੁਲ ਬਾਬਾ ਜੀ ਉਸੇ ਤਰੀਕੇ ਨਾਲ ਜਿਵੇਂ ਕੱਲ ਸਾਡੇ ਗੁਰਸਿੱਖ ਪਿਆਰੇ ਨੇ ਉਹ ਬਚਨ ਰੱਖ ਰਹੇ ਸੀ ਵੀ ਔਰੰਗਜ਼ੇਬ ਦਾ ਸਵਾਲ ਕੀ ਸੀ ਜਦੋਂ ਗੁਰੂ ਪਾਤਸ਼ਾਹ ਨੂੰ ਜਿਹੜਾ ਹੈਗਾ ਉਹ ਸ਼ਹੀਦ ਕੀਤਾ ਜਾਂਦਾ ਹੈ। ਤੇ ਇਹ ਗੱਲ ਤਾਂ ਉਹ ਕਹਿ ਰਿਹਾ ਸੀ ਵੀ ਜਾਂ ਤਾਂ ਕਰਾਮਾਤ ਮੈਨੂੰ ਦਿਖਾ ਲਓ, ਜਿਵੇਂ ਅੱਜ ਸਾਨੂੰ ਕਿਹਾ ਜਾ ਰਿਹਾ ਕਿ ਨਹੀਂ ਕਿਸੇ ਰੋਗੀ ਨੂੰ ਰੋਗ ਠੀਕ ਕਰਕੇ ਦਿਖਾ ਲਓ। ਤੇ ਔਰੰਗਜ਼ੇਬ ਵੀ ਤਾਂ ਇਹ ਗੱਲ ਹੀ ਕਹਿ ਰਿਹਾ ਸੀ ਵੀ ਕਰਾਮਾਤ ਸਾਨੂੰ ਵਰਤਾ ਕੇ ਦਿਖਾ ਲਓ। ਹਾਂ ਬਿਲਕੁਲ। ਸੋ ਇਹ ਤੇ ਹੁਣ ਸਾਡੇ ਜੀ ਇਹ ਜਹਾਂਗੀਰ ਕਹਿੰਦਾ ਸੀ, ਇਹ ਅਬਦੁਲ ਜਿਹੜਾ ਜ਼ਕਰੀਆ ਖਾਨ ਕਹਿੰਦਾ ਸੀ ਜੀ, ਇਹ ਮੀਰ ਮੰਨੂ ਕਹਿੰਦਾ ਸੀ, ਇਹ ਅਬਦਾਲੀ ਕਹਿੰਦਾ ਸੀ, ਇਹ ਕਹਿੰਦਾ ਕਾਟਾਗਰੀ ਉਹ ਹੀ ਆ। ਬਿਲਕੁਲ ਬਿਲਕੁਲ ਜੀ। ਵੀ ਜਿਹੜਾ ਇਹ ਗੱਲ ਕਹਿਣੀ ਵੀ ਕਰਾਮਾਤ ਸਾਨੂੰ ਕਰਕੇ ਦਿਖਾ ਲਓ ਤੇ ਅਸੀਂ ਮੰਨਾਂਗੇ। ਭਾਈ ਕਰਾਮਾਤ ਉਸ ਸਮੇਂ ਨਾ ਦਿਖਾਲੀ। ਉਹ ਅੰਨੇ ਸੀਗੇ ਭਾਈ ਮਲਕੀਤ ਸਿੰਘ ਜੀ, ਅੰਨੇ ਸੀ ਤੇ ਬੋਲੇ ਸੀਗੇ ਜੀ। ਅੰਨੇ ਸੀ, ਉਹਨਾਂ ਨੂੰ ਕਰਾਮਾਤ ਦਿਸੀ ਨਹੀਂ। ਕਰਾਮਾਤ ਇਹ ਨਹੀਂ ਹੁੰਦੀ ਵੀ ਮਦਾਰੀਆਂ ਦਾ ਤਮਾਸ਼ਾ ਹੁੰਦੀ, ਕੋਈ ਕਰਾਮਾਤ ਹੋ ਰਹੀ ਸੀ ਪਰ ਉਹਨਾਂ ਨੂੰ ਦਿਸਦੀ ਨਹੀਂ ਸੀ। ਫੱਟਿਆਂ ਦੇ ਵਿੱਚ ਫਿੱਟ ਕੀਤਾ ਹੋਇਆ ਭਾਈ ਮਤੀ ਦਾਸ ਗੁਰੂ ਨਾਨਕ ਸਾਹਿਬ ਦਾ ਜਪਜੀ ਸਾਹਿਬ ਗਾ ਰਿਹਾ ਸੀ, ਕਰਾਮਾਤ ਦਿਸੀ ਨਹੀਂ। ਰੂਹ ਨਾਲ ਬੰਨ੍ਹਿਆ ਹੋਇਆ ਭਾਈ ਸਤੀ ਦਾਸ ਸਾਰੀ ਦਿਹਾੜੀ ਛੱਡਦਾ ਰਿਹਾ, ਨਾ ਹਾਏ ਕਹੀ ਨਾ ਹੂੰ ਕਹੀ, ਗੁਰੂ ਦਾ ਭਾਣਾ ਮੰਨਿਆ, ਕਰਾਮਾਤ ਸੀ। ਦੇਗ ਚ ਗੁਰੂ ਦਾ ਪਿਆਰਾ ਪਾਣੀ ਆਲੂ ਵਾਂਗੂ ਉਬਲ ਗਿਆ, ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਪਰ ਇੱਕ ਵਾਰੀ ਮੂੰਹ ਦੀ ਛੀ ਨਹੀਂ ਕਹੀ। ਇਹ ਉਹ ਗੁਰੂ ਤੇਗ ਬਹਾਦਰ ਦੀ ਕਰਾਮਾਤ ਵਰਤ ਰਹੇ ਸੀ, ਉਹਨਾਂ ਅੰਨਿਆਂ ਨੂੰ ਦਿਸੀ ਨਹੀਂ। ਭਾਈ ਮਨੀ ਸਿੰਘ ਦਾ ਬੰਦ ਕੱਟ ਹੁੰਦਾ, ਕਰਾਮਾਤ ਵਰਤ ਰਹੀ ਸੀ। ਭਾਈ ਤਾਰੂ ਸਿੰਘ ਦਾ ਖੂਬਪੁਰ ਲੱਥਾ, ਕਰਾਮਾਤ ਵਰਤੀ 22 ਦਿਨ ਵਰਤ ਰਹੀ ਆ, ਅੱਜ ਵੀ ਵਰਤ ਰਹੀ ਆ, ਪਰ ਇਹਨਾਂ ਅੰਨਿਆਂ ਨੂੰ ਦੀਦੀ ਨਹੀਂ। ਬਿਲਕੁਲ ਬਿਲਕੁਲ ਜੀ। ਇੱਥੇ ਨਾਲ ਦੀ ਨਾਲ ਆਪਾਂ ਇੱਕ ਕਰਾਮਾਤ ਹੋਰ ਵੀ ਦੱਸਦੇ ਚੱਲੀਏ। ਕਰਾਮਾਤ ਅੱਜ ਵੀ ਵਰਤ ਰਹੀ ਹੈ, ਜਿੱਥੋਂ ਸਾਰੀਆਂ ਸੰਗਤਾਂ ਕੋਲ ਪੈਸਾ ਲੁੱਟ ਕੇ ਜਿਹੜੀ ਕੰਟਰੀ ਦੇ ਵਿੱਚ ਜਾ ਕੇ ਡੇਰਾ ਬਣਾਇਆ ਐਂਡ ਤੇ ਲੁਕਣ ਨੂੰ ਵੀ ਪੰਜਾਬ ਛੱਡ ਕੇ ਉੱਥੇ ਜਾ ਕੇ ਲੁੱਕ ਕੇ ਬਹਿ ਜਾਣਾ। ਉੱਥੋਂ ਦਾ ਰਾਸ਼ਟਰਪਤੀ ਇਹ ਗੱਲ ਕਹਿਣ ਡਿਆ ਵੀ ਮੈਂ ਸਿੱਖਾਂ ਦਾ ਧੰਨਵਾਦੀ ਹਾਂ, ਅਤੇ ਉਹ ਅਰਦਾਸ ਡੇ ਦੇ ਵਜੋਂ ਇੱਕ ਦਿਨ ਪੂਰਾ ਮਨਾਉਂਦਾ ਆ। ਮੈਂ ਇਹ ਨਹੀਂ ਕਹਿੰਦਾ ਸਿੱਖਾਂ ਦੀ ਅਰਦਾਸ ਕਰਦਾ, ਕਿਉਂਕਿ ਕਰ ਅਰਦਾਸ ਕਿਹਦੇ ਅੱਗੇ ਰਹੇ, ਅਸੀਂ ਵੀ ਇੱਕ ਦੇ ਅੱਗੇ ਕਰ ਰਹੇ, ਸਾਰੀ ਕਾਇਨਾਤ ਵੀ ਇੱਕ ਦੇ ਅੱਗੇ ਕਰ ਰਹੀ ਆ। ਸੋ ਇਹ ਵੀ ਇੱਕ ਕਰਾਮਾਤ ਜਿਹੜੀ ਵਰਤਦੀ ਦਿਖ ਨਹੀਂ ਰਹੀ ਆ ਵੀ ਮੈਂ ਜਿੱਥੇ ਲੁਕਣ ਨੂੰ ਥਾਂ ਬਣਾ ਕੇ ਆਪਣੇ ਚਿੱਤੋਂ ਨਾਸਤਕ ਲੱਭ ਕੇ ਜਾ ਰਿਹਾ ਸੀ, ਉੱਥੇ ਵੀ ਸਾਰੇ ਆਸਤਕ ਨਿਕਲੇ। ਬਿਲਕੁਲ ਜੀ। ਸੋ ਇਹ ਕਰਾਮਾਤਾਂ ਗੁਰੂ ਨਾਨਕ ਦੇ ਦਰ ਦੀਆਂ ਨੇ। ਤੇ ਇੱਕ ਦੋ ਜੀ ਗੁਰੂ ਦੀ ਕਰਾਮਾਤ ਵਰਤ ਰਹੀ ਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰਿਆ। ਵਾਹਿਗੁਰੂ ਵਾਹਿਗੁਰੂ ਜੀ। ਬਿਲਕੁਲ ਬਿਲਕੁਲ ਜੀ। ਸੋ ਕਿਰਪਾ ਕਰਨਾ, ਕਿਉਂਕਿ ਸਾਡਾ ਦੇਸ਼ ਜਿਹੜਾ ਨਾ, ਸਾਡਾ ਦੇਸ਼ ਵਿੱਚ ਜਿਹੜੀ ਆ ਨਾ ਬਹੁਮਤ ਬ੍ਰਾਹਮਣ ਦੀ ਆ, ਉਦੋਂ ਵੀ ਤੇ ਅੱਜ ਵੀ। ਜੀ ਜੀ ਜੀ। ਸਾਰੀਆਂ ਕੰਟਰੀਆਂ ਮਹਾਮਾਰੀ ਨਾਲ ਜੂਝ ਰਹੀਆਂ ਵਾ, ਤੇ ਉੱਥੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਆ ਉਹ ਥਾਲੀਆਂ ਵਜਾਓ, ਤੇ ਕਦੀ ਕਹਿ ਰਿਹਾ ਦੀਵੇ ਜਗਾਓ, ਤੇ ਦੀਵੇ ਜਗਾਉਂਦੇ ਜਗਾਉਂਦੇ ਘਰ ਸਾੜੇ ਲੋਕਾਂ ਨੇ। ਤੇ ਸਾਡੀਆਂ ਸਿੱਖਾਂ ਦੇ ਜਿਹੜੀਆਂ ਬੀਬੀਆਂ ਮਿਨਿਸਟਰ ਬਣੀਆਂ ਹੋਈਆਂ, ਬੀਬੀ ਹਰਸਿਮਰਤ ਕੌਰ ਜੀ, ਤੇ ਉਹ ਦੀਵੇ ਜਗਾ ਕੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਅਰਦਾਸ ਲਾ ਰਹੀਆਂ ਵੀ ਸ਼੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਤੇ ਬੀਬੀ ਜੀ ਨੂੰ ਇਹ ਨਹੀਂ ਪਤਾ ਵੀ ਖਾਲਸਾ ਕੇਵਲ ਸ਼ਬਦ ਦਾ, ਤੇ ਪੂਜਾ ਕਾਲ ਦੀ ਕਰਦਾ ਵਾ ਤੇ ਦੀਦਾਰ ਖਾਲਸੇ ਦੇ ਕਰਦਾ ਜੀ। ਤੇ ਉਹਨੂੰ ਇਹ ਨਹੀਂ ਪਤਾ ਵੀ ਜਾਗਤ ਜੋਤ ਜਪੇ ਨਿਤ ਬਾਸਰ, ਏਕ ਬਿਨਾ ਮਨ ਨੈਕ ਨਾ ਆਨੇ। ਵਾਹਿਗੁਰੂ। ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ, ਗੋੜ ਮੜੀ ਮਟ ਭੂਲ ਨਾ ਮੰਨੇ। ਬਿਲਕੁਲ ਬਿਲਕੁਲ ਜੀ। ਤੋ ਇਸ ਕਰਕੇ ਇਹ ਉਲਝਾਇਆ ਜਾ ਰਿਹਾ ਬੜੇ ਤਰੀਕੇ। ਬ੍ਰਾਹਮਣ ਕਹਿ ਰਿਹਾ ਵਾ, ਉਹ ਵੱਡੇ ਲੋਕਾਂ ਦੇ ਮੂੰਹ ਰਾਹੀਂ ਘੁਆਇਆ ਜਾ ਰਿਹਾ ਵਾ। ਦੀਵਿਆਂ ਦੇ ਨਾਲ ਕਰੋਨੇ ਨਹੀਂ ਜਾਂਦੇ, ਬਲਕਿ ਲੋਕਾਂ ਦੇ ਘਰ ਸੁੱਕ ਜਾਂਦੇ ਆ। ਅੱਜ ਵੀ ਅਸੀਂ 50 ਸਾਲ ਪਿੱਛੇ ਨਹੀਂ, ਬਲਕਿ ਹਜ਼ਾਰਾਂ ਸਾਲ ਪਿੱਛੇ ਆ। ਸਾਨੂੰ ਅਰਦਾਸ ਤੇ ਭਰੋਸਾ ਨਹੀਂ, ਗੁਰੂ ਕੇ ਸ਼ਬਦ ਤੇ ਭਰੋਸਾ ਨਹੀਂ, ਕਾਲ ਪੁਰਖ ਤੇ ਭਰੋਸਾ ਨਹੀਂ, ਦੀਵੇ ਤੇ ਭਰੋਸਾ ਹੈ। ਬਿਲਕੁਲ ਬਿਲਕੁਲ ਬਿਲਕੁਲ, ਬੜੀ ਵੱਡੀ ਗੱਲ ਆ ਜੀ। ਤਾਂ ਗੁਰੂ ਕਿਰਪਾ ਕਰੇ ਜੀ। ਸਤਿਗੁਰੂ ਤੁਹਾਡਾ ਧੰਨਵਾਦ ਜੀ। ਬੋਲਦੇ ਕੋਈ ਭੁੱਲ ਹੋ, ਮੇਰਾ ਕੋਈ ਰੰਜਿਸ਼ ਨਹੀਂ ਕਿ ਕਿਸੇ ਨਾਲ ਵੀ, ਮੈਂ ਕੋਈ ਵੀ ਜਿਹੜਾ ਕਿਸੇ ਦੀ, ਕਿਉਂਕਿ ਆਪ ਅਸੀਂ ਕੁਛ ਕਰ ਨਹੀਂ ਰਹੇ ਤੇ ਕਰਨ ਵਾਲਿਆਂ ਨੂੰ ਮੈਂ ਨਿੰਦਾ ਇਹ ਸ਼ੋਭਾ ਨਹੀਂ ਦਿੰਦਾ। ਕੇਵਲ ਇਹਨਾਂ ਕਿ ਮੇਰੇ ਮਨ 'ਚ ਦਰਦ ਸੀ ਵੀ ਅੱਜ ਆਪਾਂ ਉਹ ਸਾਡੇ ਕੋਲੇ ਆਂਡੇ ਤੇ ਮੱਛੀ ਪ੍ਰੋਵਾਈਡ ਕਰਨ ਨੂੰ ਕਹਿ ਰਹੇ ਆ, ਕੱਲ ਨੂੰ ਕੋਈ ਹੋਰ ਚੀਜ਼ ਮੰਗਣਗੇ ਵੀ ਆਪਾਂ ਦੇ ਦੇਵਾਂਗੇ ਉਹਨਾਂ ਨੂੰ। ਜੀ ਜੀ ਬਿਲਕੁਲ ਬਿਲਕੁਲ ਜੀ। ਇਹ ਸਾਡਾ ਜਿਹੜਾ ਹੈ ਬੇਨਤੀ ਹੈ ਉਹ ਇਹੀ ਆ ਕਿ ਆਪਾਂ ਇਕੱਠੇ ਹੋ ਕੇ ਚੱਲੀਏ, ਇੱਕ ਦੂਜੇ ਦੇ ਨਾਲ ਜਿਹੜੀ ਹੈ ਉਹ ਵਿਚਾਰਾਂ ਦੀ ਸਾਂਝ ਪਾ ਕੇ ਚੱਲੀਏ, ਸਾਨੂੰ ਪਤਾ ਹੋਵੇ ਕੌਣ ਕਿੱਥੇ ਸੇਵਾ ਨਿਭਾ ਰਿਹਾ। ਸਾਡੇ ਲੰਗਰ ਦਾ ਹਿੱਸਾ ਨਹੀਂਗਾ ਜੀ, ਇਹ ਸਾਡੇ ਲੰਗਰ ਦਾ ਹਿੱਸਾ ਨਹੀਂਗਾ। ਲੰਗਰ ਨਿਯਮ ਹੁੰਦਾ, ਸੱਚ ਸੁਚਮਤਾ ਹੁੰਦੀ ਹੈ ਲੰਗਰ 'ਚ। ਜਿਹਦੇ ਵਿੱਚ ਸੁਚਮਤਾ ਸੱਚ ਨਿਯਮ ਨਾ ਰਹਿ ਜਾਵੇ,
ਉਹ ਲੰਗਰ ਨਹੀਂ ਹੁੰਦਾ। ਬਿਲਕੁਲ ਬਿਲਕੁਲ ਜੀ, ਜਿਵੇਂ ਸੱਚ ਦੇ ਝੂਠ ਦੇ ਵਿੱਚ ਬੜਾ ਪਤਲਾ ਜਿਹਾ ਪੜਦਾ ਹੈ, ਇਸੇ ਤਰੀਕੇ ਨਾਲ ਖਾਲਸਾ ਜੀ ਆਪਣੀ ਜ਼ਿੰਮੇਵਾਰੀਆਂ ਬੜੀਆਂ ਭਾਰੀਆਂ ਨੇ। ਕੋਈ ਭੁੱਖਾ ਰਹਿ ਨਾ ਜਾਵੇ ਤੇ ਕੋਈ ਲੰਗਰ ਦੀ ਬਿਆਬਦੀ ਵੀ ਨਾ ਕਰੇ, ਇਹ ਫਰਜ਼ ਬੜਾ ਮੋਢਿਆਂ ਤੇ ਭਾਰਾ ਆ ਸਾਡੇ। ਸੋ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਆਪ ਮਿਹਰ ਭਰਿਆ ਹੱਥ ਰੱਖ ਕੇ ਜਿੰਨੇ ਵੀ ਸਿੰਘ ਜਿਹੜੇ ਨੇ ਉਹ ਸੇਵਾ ਕਰ ਰਹੇ ਨੇ, ਮੇਰੀ ਇਹ ਜਿੰਨੇ ਵੀ ਵੀਰ ਸੁਣ ਰਹੇ ਨੇ ਸਾਡੇ ਏਕ ਨੂਰ ਰੇਡੀਓ ਦੇ ਉੱਤੇ, ਮੈਂ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਇਹ ਆਪਾਂ ਜਿੰਨੇ ਦਿਨ ਇਹ ਭਿਆਨਕ ਬਿਮਾਰੀ ਚੱਲ ਰਹੀ, ਅਰਦਾਸ ਵੀ ਜ਼ਰੂਰ ਕਰੀਏ ਸੱਚੇ ਪਾਤਸ਼ਾਹ ਚਰਨਾਂ 'ਚ ਵੀ ਉਹ ਵੀ ਸਾਡੇ ਬੱਚਿਆਂ ਵਰਗੇ ਬੱਚੇ ਨੇ ਜਿਹੜੇ ਜਾ ਕੇ ਬਾਹਰ ਸੇਵਾ ਕਰ ਰਹੇ ਨੇ, ਤੇ ਉਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ। ਵਾਹਿਗੁਰੂ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਤੱਤੀ ਵਾਹ ਨਾ ਲੱਗੇ ਇਹਨਾਂ ਵੀਰਾਂ ਨੂੰ ਜੀ। ਬਿਲਕੁਲ ਗੁਰੂ ਰਾਮਦਾਸ ਦਇਆ ਮਾਇਆ ਕਰਨ, ਗੁਰੂ ਹਰਕ੍ਰਿਸ਼ਨ ਸਾਹਿਬ ਸਭਨਾ ਸ੍ਰਿਸ਼ਟੀ ਦੇ ਦੁੱਖਾਂ ਨੂੰ ਹਰਨ ਵਾਲੇ ਦਾਤਾ ਸਤਿਗੁਰੂ ਆਪਣੀ ਦਇਆ ਵਰਤਾਓ। ਵਾਹਿਗੁਰੂ ਬਹੁਤ ਬਹੁਤ ਧੰਨਵਾਦ ਗਿਆਨੀ ਜੀ। ਸੋ ਆਪ ਜੀ ਦਾ ਧੰਨਵਾਦ ਜੀ, ਤੇ ਭੁੱਲਾਂ ਦੀ ਖਿਮਾ ਜੀ। ਸਤਿਗੁਰੂ ਘੱਟ ਕਹਿ ਗਿਆ ਹੋਏ ਹੱਥ ਜੋੜ ਕੇ ਮਾਫੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਜੀ, ਸੋ ਵਾਹਿਗੁਰੂ ਜੀ ਉਹ ਗਿਆਨੀ ਸੁਰਜੀਤ ਸਿੰਘ ਜੀ ਹੁਣਾਂ ਨੇ ਬਹੁਤ ਜਿਹੜਾ ਹੈਗਾ ਵੀ ਸੁਚੱਜੇ ਢੰਗ ਦੇ ਨਾਲ ਸਾਰੀਆਂ ਬੇਨਤੀਆਂ ਕੀਤੀਆਂ ਨੇ। ਸੋ ਮੈਂ ਇੱਕ ਵਾਰੀ ਦੁਬਾਰਾ ਵੀ ਜਿਹੜਾ ਹੈਗਾ ਸੰਗਤਾਂ ਦੇ ਚਰਨਾਂ 'ਚ ਬੇਨਤੀ ਰੱਖਾਂ ਕਿ ਅਸੀਂ ਉਹਨਾਂ ਵੀਰਾਂ ਦੇ ਲਈ ਹਮੇਸ਼ਾ ਹੀ ਅਰਦਾਸ ਕਿ ਸੱਚੇ ਪਾਤਸ਼ਾਹ ਸੇਵਾ ਕਰਨ ਵਾਲੇ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ਣ। ਪਰ ਇਹ ਬੇਨਤੀ ਵੀ ਜ਼ਰੂਰ ਕਰਦੇ ਹਾਂ ਕਿਉਂਕਿ ਆਪਾਂ ਸਾਰੇ ਗੁਰਸਿੱਖ ਭੈਣ ਭਰਾ ਜਿਹੜੇ ਹੈ ਆਪਣਾ ਇੱਕੋ ਹੀ ਪਰਿਵਾਰ ਆ। ਸੋ ਇਹ ਪਰਿਵਾਰ ਦੇ ਵਿੱਚ ਬੇਨਤੀ ਜ਼ਰੂਰ ਕਰਦੇ ਹਾਂ ਵੀ ਆਪਣਾ ਇਸ ਤਰੀਕੇ ਦੇ ਕਰੀਏ ਇੱਕ ਦੂਜੇ ਦੇ ਨਾਲ ਜਿਹੜਾ ਹੈ ਉਹ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ, ਤਾਂ ਜੋ ਲੰਗਰ ਪ੍ਰਸ਼ਾਦਾਂ ਦੀ ਜਿਹੜੀ ਵਿਅਬਦੀ ਹੈ ਉਹ ਨਾ ਹੋਵੇ। ਅਤੇ ਆਪਾਂ ਨੂੰ ਸਫ਼ਰ ਵੀ ਦੇਖਣਾ ਪਵੇਗਾ ਕਿ ਆਪਣਾ ਕਿੱਡਾ ਕੁ ਲੰਬਾ ਆ। ਜਦੋਂ ਕੋਈ ਵੱਡੀ ਮੈਰਾਥਨ ਦੌੜ ਚੱਲਦੀ ਆ ਅਤੇ ਜਿਹੜੇ ਭੱਜ ਕੇ ਜਾਂਦੇ ਨੇ ਉਹ ਪਿੱਛੇ ਰਹਿ ਜਾਂਦੇ ਨੇ, ਜਿਹੜੇ ਹੌਲੀ ਹੌਲੀ ਸਟੈਮੀਨਾ ਬਣਾ ਕੇ ਚੱਲਦੇ ਨੇ ਉਹ ਲੰਬੀ ਰੇਸ ਤੱਕ ਜਿਹੜੇ ਉਹ ਚਲੇ ਜਾਂਦੇ ਨੇ, ਆਪਾਂ ਦੇਖਿਆ ਆ। ਸੋ ਆਪਾਂ ਜਿਹੜਾ ਹੈ ਉਹ ਇਸ ਤਰੀਕੇ ਦੇ ਨਾਲ ਚੱਲੀਏ ਕਿ ਸਾਡਾ ਸਫ਼ਰ ਲੰਬੇਰਾ ਹੈ। ਔਰ ਇਹ ਵੀ ਆਪਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਸਾਡੀ ਮੁੜ ਕੇ ਬਾਂਹ ਕਿਸੇ ਨੇ ਨਹੀਂ ਫੜਨੀ। ਅਤੇ ਨਾਲ ਦੀ ਨਾਲ ਖਾਲਸਾ ਜੀ ਇੱਕ ਗੱਲ ਆਪਾਂ ਜ਼ਰੂਰ ਰੱਖੀਏ ਕਿ ਆਪਾਂ ਆਪਣੇ ਜਿਹੜੇ ਗੁਰਸਿੱਖ ਨੇ ਉਹਨਾਂ ਵੱਲ ਜ਼ਰੂਰ ਧਿਆਨ ਦਈਏ। ਔਰ ਉਹਨਾਂ ਵਿੱਚੋਂ ਵੀ ਉਹ ਜਿਹੜੇ ਇਸ ਟਾਈਮ ਜੇਲ੍ਹਾਂ ਦੇ ਵਿੱਚ ਬੰਦ ਨੇ ਉਹ ਕਿਸੇ ਆਪਣੀ ਨਿੱਜੀ ਰੰਜਿਸ਼ ਦਾ ਕਰਕੇ ਨਹੀਂ ਗਏ, ਉਹਨਾਂ ਦਾ ਆਪਣਾ ਕੋਈ ਵੱਟ ਬੰਨੇ ਦਾ ਰੌਲਾ ਨਹੀਂ ਸੀ ਕਿਸੇ ਦੇ ਨਾਲ। ਉਹ ਕੇਵਲ ਅਤੇ ਕੇਵਲ ਗਏ ਸੀ ਤਾਂ ਕਰਕੇ ਗਏ ਕਿ ਸਾਡੇ ਬੱਚਿਆਂ ਦੇ ਜਿਹੜੇ ਸਿਰਾਂ ਦੇ ਉੱਤੇ ਦਸਤਾਰਾਂ ਨੇ ਉਹ ਕਾਇਮ ਰਹਿਣ। ਸੋ ਆਪਾਂ ਇਹਨਾਂ ਹੀ ਜਿਹੜਾ ਹੈਗਾ ਆ ਵੀ ਉਹ ਇਸੇ ਗੱਲ ਦੇ ਉੱਤੇ ਪਹਿਰਾ ਦਈਏ ਕਿ ਉਹਨਾਂ ਦੇ ਪਰਿਵਾਰਾਂ ਦੀ ਜਿਹੜੀ ਹੈ ਉਹ ਜ਼ਿੰਮੇਵਾਰੀ ਸਾਡੀ ਬਣਦੀ ਹੈ, ਆਪਾਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੀਏ। ਸੋ ਇਸ ਤਰੀਕੇ ਦੇ ਨਾਲ ਆਪਾਂ ਚੱਲੀਏ। ਬਾਕੀ ਜਿਹੜੇ ਕਹਿ ਰਹੇ ਸੀ ਬਈ ਅਸੀਂ ਗੁਰੂ ਨੂੰ ਆਮ ਮੰਨ ਕੇ ਅਤੇ ਗੁਰੂ ਵਾਂਗੂ ਚੱਲਾਂਗੇ, ਅਤੇ ਅੱਜ ਤੁਹਾਡੇ ਸਾਹਮਣੇ ਉਹਨਾਂ ਦੇ ਅੰਦਰ ਵੀ ਜਾਂਦੇ ਅਤੇ ਬਾਹਰ ਵੀ ਜਾਂਦੇ, ਅਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਜਿਹੜੇ ਕਿੰਤੂ ਪ੍ਰੰਤੂ ਕਰਨ ਦੀ ਕੋਸ਼ਿਸ਼ਾਂ ਕਰਨ ਦੇ ਪਏ ਸੀ, ਉਹਨਾਂ ਦੇ ਚਾਰੇ ਦੇ ਚਾਰੇ ਦਰਵਾਜ਼ੇ ਕੱਲ੍ਹ ਵੀ ਖੁੱਲ੍ਹੇ ਅਤੇ ਅੱਜ ਵੀ ਖੁੱਲ੍ਹੇ, ਅਤੇ ਗੁਰੂ ਦਾ ਖਾਲਸਾ ਜਿਹੜਾ ਆ ਉਹ ਸੇਵਾ ਕਰ ਰਿਹਾ ਆ। ਅਤੇ ਜਿਹੜੇ ਟੁਕੜਬੋਚ ਨੇ ਜਿਹੜੇ ਕਹਿੰਦੇ ਸੀ ਗੁਰੂ ਵਾਂਗੂ ਚੱਲਣਾ, ਉਹ YouTube ਦੇ ਉੱਤੇ ਵੀ ਦੁਹਾਈਆਂ ਦੇ ਰਹੇ ਨੇ ਵੀ ਜਿਹੜਾ ਦਿਲ ਵਾਲਾ ਬਟਨ ਉਹਨੂੰ 10,000 ਵਾਲੀ ਨੱਪ ਦਿਓ ਅਤੇ ਸਾਡਾ ਕੁਝ ਨਾ ਕੁਝ ਬਣ ਜਾਊਗਾ। ਸੋ ਇਹ ਗੁਰੂ ਦਾ ਖਾਲਸਾ ਇਹ ਜਿਹੜਾ ਕਹਿੰਦਾ ਭਾਈ ਤੁਸੀਂ ਪ੍ਰਸ਼ਾਦਾ ਛਕ ਕੇ ਨਾ ਕੇਵਲ ਅਤੇ ਕੇਵਲ ਇਸ ਪ੍ਰਸ਼ਾਦੇ ਦੀ ਤੋਹੀਨ ਨਾ ਕਰੋ, ਜਿੰਨੀ ਭੁੱਖ ਲੱਗੇ ਉਦੋਂ ਵਾਧੂ ਜਿਹੜਾ ਹੈਗਾ ਉਹ ਛਕਣ ਨੂੰ ਆ। ਸੋ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਸਾਡੇ ਨਾਲ 2 ਮਿੰਟ ਦੀ ਹਾਜ਼ਰੀ ਜ਼ਰੂਰ ਭਰਨਗੇ ਕਿਉਂਕਿ ਜਿਹੜੀ ਬਾਕੀ ਦੀ ਜਿਹੜੀ ਪਰਿਵਾਰ ਦੇ ਵਿੱਚ ਬੇਨਤੀ ਕਰਨੀ ਆ ਉਹ ਸਾਡੇ ਸਤਿਕਾਰਯੋਗ ਭਾਈ ਸੁਰਜੀਤ ਸਿੰਘ ਜੀ ਹੁਣੇ ਕਰ ਗਏ ਨੇ, ਅਤੇ ਜਿਹੜੇ ਇਹ ਕਿੰਤੂ ਪ੍ਰੰਤੂ ਵਾਲੇ ਨੇ ਸੋ ਇਹਨਾਂ ਨੂੰ ਆਪਾਂ ਜਿਹੜਾ ਹੈਗਾ ਭਾਈ ਸਾਹਿਬ ਜੀ ਦੇ ਨਾਲ ਰਲ ਕੇ ਥੋੜ੍ਹੇ ਜਿਹੇ ਜਵਾਬ ਆਪਾਂ ਦੇ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਕੀ ਹਾਲ ਚਾਲ, ਠੀਕ ਠਾਕ ਹੋ ਜੀ? ਕਿਰਪਾ ਜੀ, ਚੜ੍ਹਦੀ ਕਲਾ ਜੀ। ਬਸ ਪ੍ਰੋਗਰਾਮ ਕਰ ਰਹੇ ਸੀ ਅਤੇ ਮੈਂ ਸੋਚਿਆ ਵੀ ਭਾਈ ਸਾਹਿਬ ਜੀ ਹੁਣੀ ਪਰਿਵਾਰ ਦੇ ਵਿੱਚ ਤੇ ਬੇਨਤੀਆਂ ਕਰ ਗਏ ਨੇ, ਆਪਾਂ ਥੋੜ੍ਹੀ ਜਿਹੀ ਸ਼ਰੀਕਾਂ ਦੇ ਤਾਨੇ ਦਾ ਜਵਾਬ ਦੇ ਲਈਏ। ਏਦਾਂ ਵੀ ਜਿਹੜੇ ਨਪੁੰਸਕ ਲੋਕ ਹੁੰਦੇ ਆ ਜੀ ਉਹਨਾਂ ਦੇ ਕੋਲ ਬਿਨਾਂ ਤਾਨੇ ਮਿਹਣੇ ਦੇਣ ਨੂੰ ਹੋਰ ਕੁਝ ਨਹੀਂ ਹੈਗਾ ਜੀ। ਇੱਕ ਗੱਲ ਸਪਸ਼ਟ ਰੂਪ ਦੇ ਵਿੱਚ ਉਹਨਾਂ ਨੇ ਸਮੁੱਚੇ ਸਿੱਖ ਕੌਮ ਦੇ ਦਿਲਾਂ ਦੇ ਵਿੱਚ ਬਿਠਾਲ ਦਿੱਤੀ ਆ ਜੀ। ਉਹ ਗੱਲ ਉਹਨਾਂ ਨੇ ਇਹ ਰੱਖੀ ਆ ਕਿ ਜਿਸ ਤਰੀਕੇ ਦੀਆਂ ਪੋਸਟਾਂ ਉਹਨਾਂ ਨੇ ਗੁਰੂ ਕੇ ਲੰਗਰਾਂ, ਗੁਰੂ ਕੇ ਕੀਰਤਨੀਆਂ ਜਾਂ ਸਮੁੱਚੇ ਖਾਲਸਾ ਪੰਥ ਦੀ ਜਿਹੜੀ ਸੰਪत्ति ਆ ਜਾਂ ਖਾਲਸਾ ਪੰਥ ਦੀ ਜਿਹੜੀ ਮਰਿਆਦਾ ਆ ਉਹਨੂੰ ਇੱਕ ਪਾਸੇ ਖੜਾ ਕੀਤਾ ਆ ਤੇ ਭਾਈ ਰਣਜੀਤ ਸਿੰਘ ਹੁਣਾਂ ਨੂੰ ਇੱਕ ਪਾਸੇ ਧਿਰ ਬਣਾ ਕੇ ਖੜਾ ਕੀਤਾ ਆ। ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਆ ਨਾ ਤੁਹਾਡਾ ਆ, ਤੁਹਾਡਾ ਆ, ਤੁਹਾਡਾ ਆ, ਤੁਹਾਡਾ ਨਿਰਮਲ ਸਿੰਘ ਰਾਗੀ, ਤੁਹਾਡੇ ਸਰੋਵਰ, ਉਹ ਇਹ ਗੱਲ ਨੂੰ ਸੰਕੇਤ ਦਿੰਦੀ ਆ,
ਮਾਇਆ ਨਹੀਂ ਆਉਣੀ। ਬਿਲਕੁਲ ਜੀ। ਔਰ ਉਹ ਤਾਨੇ ਮਿਹਣੇ ਮਾਰ ਕੇ ਜਿਹੜੀਆਂ ਸੰਪਰਦਾਵਾਂ, ਜਿਹੜੀਆਂ ਜਥੇਬੰਦੀਆਂ, ਜਿਹੜੀਆਂ ਸਾਡੀਆਂ ਪੰਥਕ ਸ਼ਖਸੀਅਤਾਂ ਨੂੰ ਨਿੰਦਦੇ ਸਨ ਕਿ ਪੁਜਾਰੀ ਨੇ ਲੁੱਟ ਕੇ ਖਾ ਲਏ, ਪੁਜਾਰੀ ਨੇ ਲੁੱਟ ਕੇ ਖਾ ਲਏ, ਪੁਜਾਰੀ ਨੇ ਲੁੱਟ ਕੇ ਖਾ ਲਏ, ਜੀ ਅੱਜ ਉਹ ਸ਼ਖਸੀਅਤਾਂ ਜਿਹੜੀਆਂ ਹੱਥ ਦੇ ਵਿੱਚ ਦਾਲ ਵਾਲੀ ਬਾਲਟੀ ਤੇ ਕੱਛ ਦੇ ਵਿੱਚ ਪ੍ਰਸ਼ਾਦਿਆਂ ਵਾਲੀ ਜਿਹੜੀ ਪੋਟਲੀ ਫੜ ਕੇ ਦਰ-ਦਰ ਪੁੱਛਦੇ ਫਿਰਦੇ, ਕੋਈ ਭੁੱਖਾ ਦਾ ਨਹੀਂ ਸੁੱਤਾ, ਗੁਰੂ ਨਾਨਕ ਦਾ ਲੰਗਰ ਖੁੱਲਾ ਆ। ਵਾਹਿਗੁਰੂ ਵਾਹਿਗੁਰੂ। ਜਿਹੜੇ ਗੁਰੂ ਨਾਨਕ ਦੇ ਯਾਰ ਸੀ ਉਹਨਾਂ ਨੇ ਬੂਹਿਆਂ ਤੇ ਮਾਰੇ ਜਿੰਦੇ। ਉਹ ਕਹਿੰਦੇ ਬੰਦੇ ਦੇ ਪੁੱਤ ਬਣ ਕੇ ਚਾਹ ਦਾ ਕੱਪ ਬਾਹਰੋਂ ਪੀ ਕੇ ਦਫਾ ਹੋ ਜਾਓ, ਮੇਰੇ ਮੱਥੇ ਨਾ ਲੱਗਿਓ ਕੋਈ ਵੀ। ਇਹ ਮੇਰੀ ਪ੍ਰੈਕਟੀਕਲ ਲਾਈਫ ਆ। ਜੀ ਉਹ ਜਿਹੜੇ ਪਿੰਡੋਂ ਪਿੰਡ ਜਾ ਕੇ ਕਹਿੰਦੇ ਪਿੰਡੋਂ ਬੱਸ ਭਰ ਕੇ ਤੇ ਢੰਡਰੀਆਂ ਵਾਲੇ ਦੇ ਡੇਰੇ ਤੇ ਜਾ ਰਹੇ ਆ, ਤੇ ਉਹ ਵੀ ਜਦੋਂ ਕਿਤੇ ਮੇਰੇ ਖਿਆਲ ਨਾਲ ਪਰਮੇਸ਼ਵਰ ਦੁਆਰ ਦੇ ਬੂਹੇ ਮੋਰ ਦੀ ਲੰਘਦੇ ਹੋਣੇ, ਜਿੰਦਾ ਦੇਖ ਕੇ ਤੇ ਫਿਰ ਅਗਲੇ ਬੰਨੇ ਕੋਈ ਨਾ ਕੋਈ ਗੁਰੂ ਘਰ ਦੇਖ ਕੇ ਚਾਹ ਪ੍ਰਸ਼ਾਦਾ ਜਿਹੜਾ ਹੈਗਾ ਉੱਥੋਂ ਛੱਕ ਕੇ ਆਉਂਦੇ ਹੋਣੇ ਆ। ਬਿਲਕੁਲ। ਇੱਕ ਉਹ ਜਿਹੜੀ ਗੱਲ ਕਹਿ ਰਹੇ ਸੀ ਇਹਨਾਂ ਦੀ, ਭਾਈ ਸਾਹਿਬ ਨੇ ਸਾਨੂੰ ਅੱਖ 'ਚ ਅੱਖ ਪਾ ਕੇ ਸੱਚ ਦੀ ਗੱਲ ਕਹਿਣ ਤੇ ਕਰਨ ਦੀ ਜ਼ਰੂਰਤ ਦੇ ਦਿੱਤੀ ਆ। ਤੇ ਜਦੋਂ 10ਵੇਂ ਪਾਤਸ਼ਾਹ ਨੇ ਦਾਦੂ ਦੇ ਦੁਆਰੇ ਤੀਰ ਰੱਖ ਕੇ ਨਮਸਕਾਰ ਕੀਤੀ ਸੀ ਤੇ ਭਾਈ ਦਇਆ ਸਿੰਘ ਜੀ ਨੇ ਮੂਹਰੇ ਬਾਂਹ ਫੜ ਲਈ ਸੀ। ਤੇ ਮਹਾਰਾਜ ਇਹ ਗੱਲ ਹੁਣ ਏਦਾਂ ਨਹੀਂ ਹੋਣੀ। ਬਿਲਕੁਲ ਜਦੋਂ ਤੁਸੀਂ ਕਰ ਰਹੇ ਹੋ, ਤੁਸੀਂ ਸਾਨੂੰ ਕੋਈ ਹੋਰ ਸਿਖਾਇਆ ਆ। ਤੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਤੇ ਉਸ ਵੇਲੇ 10ਵੇਂ ਪਾਤਸ਼ਾਹ ਨੇ ਕਿਹਾ ਵੀ ਮੈਨੂੰ ਇਸ ਗੱਲ ਦਾ ਨਹੀਂ ਕਿ ਤੁਸੀਂ ਮੇਰੀ ਗੱਲ ਦਾ ਵਿਰੋਧ ਕੀਤਾ, ਮੈਨੂੰ ਇਸ ਗੱਲ ਦਾ ਬੜਾ ਚਾਅ ਹੋਇਆ ਵੀ ਮੇਰਾ ਖਾਲਸਾ ਚਾਪਲੂਸ ਨੀਗਾ, ਅਣਖੀਲਾ ਆ। ਵਾਹਿਗੁਰੂ। ਜੀ 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 ਜੀ। ਜਿਹੜੇ ਕਹਿੰਦੇ ਗੁਰੂ ਨਾਨਕ ਦੇ ਯਾਰ, ਜਿਹੜੇ ਕਹਿੰਦੇ ਭਾਈ ਸਾਹਿਬ ਨੇ ਅੱਖ 'ਚ ਅੱਖ ਪਾ ਕੇ ਗੱਲ ਕਰਨੀ ਸਿਖਾਈ, ਉਹ ਕੋਈ ਪੁੱਛ ਸਕਦਾ ਆ ਭਾਈ ਸਾਹਿਬ ਦੇ ਸਥਾਨ ਦੇ ਉੱਤੇ ਵੀ ਡੇਰਾ ਕਾਹਦੇ ਬੰਦ ਕੀਤਾ ਆ, ਡੋਰਾਂ ਕਾਹਦੇ ਬੰਦ ਕੀਤੀਆਂ ਆ? ਜੀ ਜੀ ਜੀ। ਚਮਕੀਲੇ ਦੀਆਂ ਦਰਜਾਂ ਤੇ ਕੀਰਤਨ ਕਰਕੇ ਅੰਦਰ ਕਿਉਂ ਤੁਸੀਂ ਇਹ ਸਭ ਕੁਝ ਕਰ ਰਹੇ ਹੋ? ਜੀ ਕਾਲੇ ਜੀ 3 ਰੰਗ ਉਹ ਅੰਦਰ ਹੁਣ ਜਿਹੜਾ ਉਹ ਹੋਰ ਸਿਖਾਉਣ ਡਏ ਨੇ ਵੀ 3 ਰੰਗ ਨਹੀਂ ਲੱਭਣੇ ਤੈਨੂੰ, ਕਾਲੇ ਵਾਲ ਜਵਾਨੀ ਮਾਪੇ। ਬਿਲਕੁਲ ਬਿਲਕੁਲ। ਹੁਣ ਦੇਖੋ ਜਿਹੜੇ ਜੋਨੀ ਬਾਬੇ ਨੂੰ ਇਹ ਪਾਣੀ ਪੀ ਪੀ ਕੇ ਕੋਸਦੇ ਸੀਗੇ ਜੀ, ਉਹ ਜੋਨੀ ਬਾਬਾ ਵੀ ਲੰਗਰ ਵਰਤਾ ਰਿਹਾ ਸੰਗਤ ਦੇ ਵਿੱਚ। ਜੀ 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 ਜੀ। ਜਿਹੜੇ ਜੋਨੀ ਬਾਬੇ ਨੂੰ ਅਮਲੀ ਕਹਿ ਕਹਿ ਕੇ ਟਿੱਚਰਾਂ ਕਰਦੇ ਸੀ, ਉਹ ਜੋਨੀ ਬਾਬਾ ਵੀ ਲੋਕਾਂ ਦੀ ਬਾਂਹ ਫੜ ਰਿਹਾ ਆ। ਹੁਣ ਆਪਾਂ ਆਪਣੇ ਆਪ ਨੂੰ ਦੇਖੀਏ ਵੀ ਅਸੀਂ ਕਿੱਥੇ ਖੜੋਤੇ ਆ। ਜੀ 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 ਜੀ। ਹਨਾ, ਹੁਣ ਪ੍ਰੈਕਟੀਕਲ ਲਾਈਫ ਜਿਹੜੀ ਹੈ ਨਾ, ਉਹ ਏਦਾਂ ਕਹਿੰਦੇ ਸੀਗੇ ਤਾਂ ਉਂਗਲ ਦੇ ਵਿੱਚ ਅੰਗੂਠੇ ਨਾਲ ਜੋੜ ਕੇ ਅੱਖ ਦੇ ਕੋਲ ਜਾਂ ਦੂਰਬੀਨ ਘੁਮਾਈ ਦੀ ਆ। ਮੇਰੀ ਗੱਲ ਪ੍ਰੈਕਟੀਕਲ ਹੈ ਤੇ ਗੱਲ ਦੱਸੋ, ਜੇ ਪ੍ਰੈਕਟੀਕਲ ਨਹੀਂ ਹੈਗੀ ਤੇ ਫੇਰ ਦੱਸੋ। ਹੁਣ ਦੱਸੋ ਵੀ ਪ੍ਰੈਕਟੀਕਲ ਇਹ ਹੁੰਦਾ ਆ ਕਿ ਲੋਕੀ ਭੁੱਖੇ ਮਰਦੇ ਹੋਣ ਤੇ ਗੁਰੂ ਨਾਨਕ ਦਾ ਯਾਰ ਜਿੰਦੇ ਲਾ ਕੇ ਅੰਦਰ ਵੜ ਜਾਵੇ। ਜੀ ਮੈਂ ਪਰਸੋਂ ਦਾ ਦੀਵਾਨ ਦੇਖ ਰਿਹਾ ਸੀ ਤੇ ਭਾਈ ਸਾਹਿਬ ਦੇ ਕੋਲ ਜਿਹਦਾ ਕੈਮਰਾ ਨਹੀਂ ਲਗਾਉਂਦੇ, ਮੈਨੂੰ ਲੱਗਾ ਇਹ ਪ੍ਰਤੀਤ ਹੋਇਆ ਮੈਨੂੰ। ਭਾਈ ਸਾਹਿਬ ਕਹਿੰਦੇ ਵੀ ਇੱਕ ਬੀਬੀ ਦੇ ਕੋਲ ਪ੍ਰਸ਼ਾਦਾ ਲੈ ਕੇ, ਬੀਬੀ ਕਹਿੰਦੀ ਹਜੇ 15 ਦਿਨਾਂ ਦਾ ਹੈਗਾ, ਮੈਨੂੰ ਫੇਰ ਦੇ ਦਿਓ। ਤੇ ਕਹਿੰਦੇ ਉੱਥੇ ਹਾਂਜੀ ਹਾਂਜੀ, ਤੇ ਕਹਿੰਦੇ ਵੀ ਉੱਥੇ ਹੀ ਜਿਹੜਾ ਸੀ ਉਹ ਕਹਿੰਦੇ ਵੀ ਜਦੋਂ ਗਏ ਤੇ ਇੱਕ ਪਰਿਵਾਰ ਉਹ ਨੇ ਜਿਹਨਾਂ ਦੇ ਭਾਂਡੇ ਭਰੇ ਹੋਏ ਨੇ, ਤੇ ਫਿਰ ਵੀ ਉਹ ਇਹ ਗੱਲ ਕਹਿ ਰਹੇ ਨੇ ਬਈ ਜਿਹੜਾ ਸਾਨੂੰ ਹੋਰ ਲੰਗਰ ਦੇ ਜਾਓ। ਤੇ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਜਿਹੜੇ ਸਿੰਘ ਨੇ ਉਹ ਸੇਵਾ ਕਰ ਰਹੇ ਨੇ। ਤੇ ਮੈਂ ਉਦੋਂ ਨਾ ਖਰੇ ਭਾਈ ਸਾਹਿਬ ਦੇ ਮੂਹਰ ਦੀ ਕੈਮਰੇ ਨਿਕਲਦੇ ਨੇ, ਭਾਈ ਸਾਹਿਬ ਨੂੰ ਆਪਦੀ ਫੋਟੋ ਦੇਖ ਪਈ ਤੇ ਭਾਈ ਸਾਹਿਬ ਤਾੜੀ ਮਾਰ ਕੇ ਹੱਸ ਪਏ। ਤੇ ਮੈਂ ਉਦੋਂ ਸੋਚਿਆ, ਮੈਂ ਕਿਹਾ ਹਾਸਾ ਐਵੇਂ ਨਹੀਂ ਨਿਕਲਦਾ ਭਾਈ ਸਾਹਿਬ ਦਾ, ਤਾਂ ਨਿਕਲਦਾ ਵੀ ਜਿੰਨੇ ਮੈਨੂੰ ਸੁਣਨ ਵਾਲੇ ਕੋਈ ਇਹ ਨਾ ਪੁੱਛ ਲਓ ਭਾਈ ਸਾਹਿਬ ਤੂੰ ਕਿੱਥੇ ਪ੍ਰਸ਼ਾਦਾ ਵਰਤਾ ਰਿਹਾ। ਉਹ ਦੇਖੋ ਚਲਾਕੀ ਕਿੱਡੀ ਮਰਤੀ। ਅਖੇ ਜੀ ਜਿਹੜੀ ਸੰਗਤ ਸਾਡੀ ਆ ਉਹਨਾਂ ਨੂੰ ਅਸੀਂ ਕਿਹਾ ਵੀ ਜੇ ਅਗਰ ਪ੍ਰਸ਼ਾਦੇ ਦਾ ਲੰਗਰ ਛਕਾਉਣਾ ਆ ਤਾਂ ਉਹਦੀ ਵੀਡੀਓ ਨਾ ਬਣਾਇਓ। ਦੇਖੋ ਵੀਰ ਦੇ ਨਾਲ 2 ਨਿਸ਼ਾਨੇ ਕਰ ਗਏ। ਇੱਕ ਤੇ ਜਿਹੜੇ ਵੀਰ ਵੀਡੀਓ ਬਣਾ ਕੇ ਸੰਗਤ ਦੀ ਸੇਵਾ ਕਰ ਰਹੇ ਆ, ਜਦੋਂ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰਦੇ ਆ ਤੇ ਉਹ ਚੀਜ਼ ਜਿਹੜੀ ਆ ਦੂਜੀ ਸੰਗਤ ਨੂੰ ਇਨਕਰਜ ਕਰਦੀ ਆ, ਇਨਕਰਜ ਕਰਦੀ ਇਸ ਚੀਜ਼ ਵਾਸਤੇ ਵੀ ਹੋਰ ਸੰਗਤਾਂ ਵੀ ਜਿਹੜੀਆਂ ਉੱਥੋਂ ਜੀ ਜੀ ਜੀ। ਗੁਰੂ ਕੇ ਲੰਗਰ ਦੇਖੋ ਭਾਈ ਸਾਹਿਬ ਜੀ ਮੈਂ ਇੱਕ ਹੋਰ ਤਰੀਕੇ ਨਾਲ ਇਹ ਗੱਲ ਨੂੰ ਥੋੜ੍ਹਾ ਜਿਹਾ ਰੱਖਣ ਦੀ ਕੋਸ਼ਿਸ਼ ਕਰਦਾ। ਮੰਨ ਲਓ ਆਪਾਂ 2 ਜਣੇ ਆ, ਹੈ ਨਾ। ਹੁਣ ਤੁਸੀਂ ਮੈਨੂੰ ਕਹਿੰਦੇ ਵੀ ਬਾਹਰ ਕੋਈ ਦਾਨੀ ਸੱਜਣ ਬੈਠਾ ਤੇ ਮੈਂ ਉਹਦੇ ਦਰ ਦਾ ਭਿਖਾਰੀ ਹਾਂ ਤੇ ਮੈਂ ਮੰਗ ਕੇ ਦੇਖਦਾ ਜੇ ਮੈਨੂੰ ਮਿਲ ਜਾਵੇ। ਮੈਂ ਕਹਿੰਦਾ ਉਹਦੇ ਨਾਲ ਦੇ ਬੰਨੇ ਮੇਰਾ ਬਾਪੂ ਬੈਠਾ ਤੇ ਮੈਂ ਉਹਦੇ ਕੋਲੋਂ ਲੈ ਕੇ ਆਉਣਾ। ਤੇ ਮੁੜ ਕੇ ਮੈਂ ਤੁਹਾਡੇ ਮੰਗਣ ਗਿਆ ਦਾ ਮਜ਼ਾਕ ਉਡਾਈ ਜਾਵਾਂ ਤੇ ਆਪ ਜਾਵਾਂ ਹੀ ਨਾ। ਭਾਈ ਸਾਹਿਬ ਆਪਾਂ ਇਹ ਗੱਲ ਕਹਿ ਰਹੇ ਹਾਂ ਵੀ ਅਸੀਂ ਗੁਰੂ ਦੇ ਦਰ ਦੇ ਮੰਗਤੇ ਹਾਂ, ਦਾਤਾ ਸਾਰਿਆਂ ਨੂੰ ਦਾਤਾ ਦਿੰਦਾ ਆ। ਜੇ ਉਹਨੂੰ ਭਾਇਆ ਤੇ ਉਹ ਸਾਨੂੰ ਦਾਤ ਦੇਵੇਗਾ, ਜੇ ਨਹੀਂ ਦਿੰਦੇ ਤੇ ਨਹੀਂ ਵੀ ਦਿੰਦਾ ਤਾਂ ਉਹ ਭਾਣਾ ਆ।
ਤੇ ਭਾਈ ਸਾਹਿਬ ਕਹਿ ਰਹੇ ਸੀ ਗਿਆਨ ਗੁਰੂ ਆ, ਗਿਆਨ ਡਾਕਟਰ ਕੋ ਆ। ਜੀ ਤੇ ਭਾਈ ਸਾਹਿਬ ਨੂੰ ਪੁੱਛੇ ਵੀ ਤੇਰਾ ਗੁਰੂ ਤਾਂ ਲਾਗੇ ਆ, ਸਾਡਾ ਤਾਂ ਚਲੋ ਤੂੰ ਦੂਰ ਮੰਨ ਲਾਇਆ, ਤੇ ਤੇਰਾ ਤਾਂ ਲਾਗੇ ਆ। ਤੇ ਭਾਈ ਸਾਹਿਬ ਨੂੰ ਹੁਣ ਇਹ ਚਾਹੀਦਾ ਸੀ ਵੀ ਗਠਲੀ ਪਾਉਂਦੇ, ਸੰਗਤਾਂ 'ਚ ਸੇਵਾ ਕਰਦੇ। ਜੇ ਉਹ ਰੱਬ ਦਾ ਜੀ ਜਿਹੜਾ ਪੁਜਾਰੀ ਵਾਲਾ ਜੀ ਆਇਆ ਹੋਇਆ, ਜੇ ਉਹ ਭਾਈ ਸਾਹਿਬ ਦੀਆਂ ਰਗਾਂ 'ਚ ਬਹਿ ਜਾਂਦਾ ਤੇ ਭਾਈ ਸਾਹਿਬ ਉਹਦੇ ਗੁਰੂ ਕੋਲ ਜਾਂਦੇ ਤੇ ਜੀ ਨੂੰ ਬਾਹਰ ਕੱਢ ਦਿੰਦੇ। ਤੇ ਭਾਈ ਸਾਹਿਬ ਨੇ ਆਪਣੇ ਗੁਰੂ ਤੇ ਯਕੀਨ ਨਹੀਂ ਕੀਤਾ, ਇੱਕ ਜਿੰਦਾ ਅੰਦਰ ਮਾਰ ਕੇ ਇੱਕ ਬਾਹਰ ਮਾਰ ਕੇ, ਫਿਰ ਉਹ ਜਿਹੜੀ ਉਹ ਕੱਚੀ ਬਣਾਈ ਹੋਈ ਹੈ ਜਿਹੜੀ ਸਰਾਂ, ਉਹਦੇ ਵਿੱਚ ਜਾ ਕੇ ਅਗਲੇ ਬੰਨੇ ਜਿਹੜੀ ਉਹ ਸਰਸੇ ਵਾਲੀ ਸਰਾਂ ਕੋ ਬਣਾਈ ਆ, ਉਹ 'ਚ ਜਿੰਦਾ ਮਾਰ ਕੇ ਬਹਿ ਗਏ ਬਿਲਕੁਲ ਵੀ ਕਿਤੇ ਰੱਬ ਦਾ ਜੀ ਇੱਥੇ ਨਾ ਆ ਜਾਏ। ਸਿਰਫ ਉਹ ਰੱਬ ਦੇ ਉਹ ਜਿਹੜਾ ਇਹ ਸਾਰਾ ਹੈ ਨਾ ਸਿਸਟਮ ਘੜਿਆ ਜਾ ਰਿਹਾ, ਜੋ ਖੜਾ ਕੀਤਾ ਜਾ ਰਿਹਾ ਆ, ਜੀ ਪਹਿਲਾਂ ਤੇ ਉਹਨਾਂ ਨੇ ਜਾਣੀ ਕਿ ਆਪਣਾ ਰੱਬ ਹੀ ਵੱਖਰਾ ਕਰ ਦਿੱਤਾ, ਆਪਣੀ ਹੋਂਦ ਵੱਖਰੀ ਕਰ ਦਿੱਤੀ, ਆਪਣੀ ਖੇਡ ਵੱਖਰੀ ਕਰ ਦਿੱਤੀ। ਕਿਉਂਕਿ ਜਦੋਂ ਉਹਨਾਂ ਨੇ ਇਸ ਸ੍ਰਿਸ਼ਟੀ ਇਸ ਕਾਇਨਾਤ ਦੇ ਪਿੱਛੇ ਵਰਤ ਰਹੇ ਪਰਮਾਤਮਾ ਦੀ ਹੋਂਦ ਨੂੰ ਮੁਨੱਕਰ ਕਰ ਦਿੱਤਾ, ਤੇ ਉਹਦੇ ਨਾਲ ਉਹਨਾਂ ਨੇ ਹਜ਼ਾਰਾਂ ਸਵਾਲ ਉਹਦੇ ਨਾਲ ਸੰਬੰਧਿਤ ਜਿਹੜੇ ਆ ਉਹ ਰੱਦ ਕਰ ਦਿੱਤੇ। ਜੀ 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 ਜਿੱਥੇ ਉਹਨਾਂ ਨੇ ਇਹ ਗੱਲ ਦੀ ਇਲਜ਼ਾਮ ਤਰਾਸ਼ੀ ਕੀਤੀ ਕਿ ਜੇ ਉਹ ਅਗੰਮੀ ਹੱਥ ਇਸ ਸ੍ਰਿਸ਼ਟੀ ਦੇ ਪਿੱਛੇ ਕਿਸੇ ਵਰਤਾਰੇ ਨੂੰ ਵਰਤਾ ਰਹੀ ਆ, ਜੀ ਜੇ ਅਗਰ ਉਹ ਹੁੰਦੀ ਤੇ ਫਿਰ ਹੁਣ ਉਹ ਪ੍ਰਗਟ ਹੋ ਕੇ ਸਾਹਮਣੇ ਕਿਉਂ ਨਾ ਆਈ। ਬਿਲਕੁਲ ਨਾਲ ਹੁਣ ਇਹ ਸਵਾਲ ਉਹਨਾਂ ਨੂੰ ਮੋੜਮਾ ਆ ਵੀ ਜਿਹੜੇ ਨੂੰ ਤੁਸੀਂ ਰੱਬ ਮੰਨਿਆ, ਜੀ ਬੁੱਧੀ ਵਾਲੇ ਮਨੁੱਖ ਨੂੰ, ਜੀ ਜਿਹਨੂੰ ਤੁਸੀਂ ਰੱਬ ਮੰਨਿਆ ਆ, ਉਹਦਾ ਵਰਤਾਰਾ ਕਦੋਂ ਨੂੰ ਪ੍ਰਗਟ ਹੋਣਾ। ਉਹ ਕਦੇ ਹੱਥ ਬੰਨ ਕੇ ਪੁਜਾਰੀ ਵਾਲੇ ਰੱਬ ਦੇ ਮੂਹਰੇ ਖੜੋਤਾ ਆ ਇਟਲੀ ਦੇ ਵਿੱਚ। ਜੀ 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 ਦੇਖੋ ਭਾਈ ਸਾਹਿਬ ਜੀ, ਇਹ 2-3 ਬੇਨਤੀਆਂ ਇਕੱਠੀਆਂ ਆਪਾਂ ਕਰ ਲੈਂਦੇ ਹਾਂ। ਚਲੋ ਹੁਣ ਟਾਈਮ ਕਾਫੀ ਹੋ ਗਿਆ, ਮੈਂ ਇੱਕ ਗੱਲ ਜਿਹੜੀ ਸਿੱਧੀ ਰੱਖ ਦਿੰਦਾ ਆ, ਸਿੰਪਲ ਲੱਗਦਾ ਵਿੱਚ। ਭਾਈ ਸਾਹਿਬ ਜੀ ਕਹਿੰਦੇ ਮੈਂ ਘਰੇ ਘਰੇ ਬ੍ਰਹਮ ਗਿਆਨੀ ਤਿਆਰ ਕਰੂੰਗਾ। ਬ੍ਰਹਮ ਗਿਆਨੀ ਕਿੱਦਾਂ ਤਿਆਰ ਕਰੂੰਗਾ? ਪੜ੍ਹਾਈ ਕਰਾ ਕੇ ਦੁਨਿਆਵੀ ਦੇ ਉੱਤੇ। ਹਾਲਾਂਕਿ ਗੁਰਮਤ ਇਸ ਗੱਲ ਨੂੰ ਨਹੀਂ ਮੰਨਦੀ, ਪਰ ਭਾਈ ਸਾਹਿਬ ਮੰਨਦਾ। ਤੇ ਮੈਂ ਭਾਈ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਭਾਈ ਸਾਹਿਬ ਜੀ, ਤੂੰ ਤੇ ਆਪਣੇ ਦੀਵਾਨ ਦੇ ਵਿੱਚ ਸੰਗਤ 'ਚ ਬਹਿਣ ਦੇ ਕਾਬਿਲ ਵੀ ਹੈ ਨਹੀਂਗਾ। ਤੂੰ ਉਹ ਪਰੇ ਜਾ ਕੇ ਬੈਠਾ ਕਰ, ਤੇ ਜਿਹੜਾ ਉੱਥੇ ਕੋਈ ਪੜ੍ਹਿਆ ਲਿਖਿਆ ਹੁੰਦਾ ਉਹਨੂੰ ਦੀਵਾਨ ਦੀ ਹਾਜ਼ਰੀ ਭਰਾਇਆ ਕਰ। ਕਿਉਂਕਿ ਜਿਹਦੇ ਕੋਲ ਵਿੱਦਿਆ ਜ਼ਿਆਦੀ ਆ ਉਹ ਜਾਣਕਾਰ ਆ, ਤੇ ਭਾਈ ਸਾਹਿਬ ਕੋਲ ਤਾਂ ਵਿੱਦਿਆ ਹੀ ਹੈ ਨਹੀਂ। ਕਿਉਂਕਿ ਧਾਰਮਿਕ ਵਿੱਦਿਆ ਤੇ ਕੰਮ ਹੀ ਨਹੀਂ ਆਉਣੀ ਨਾ। ਭਾਈ ਸਾਹਿਬ ਕੋਲ ਧਾਰਮਿਕ ਵਿੱਦਿਆ ਹੈਗੀ। ਚਲੋ ਆਪਾਂ ਸੰਸਾਰੀ ਵਿੱਦਿਆ ਦੀ ਕੇਵਲ ਗੱਲ ਕਰਾਂਗੇ, ਹਨਾ। ਤੇ ਜਿਹੜਾ ਫਿਰ ਇਹੋ ਜਿਹੀ ਵਿੱਦਿਆ ਦੀ ਗੱਲ ਕਰਦੇ ਆ, ਫਿਰ ਪੜਿਆ ਮੂਰਖ ਆਖੀ ਹੈ ਜਿੱਥੇ ਲੱਭ ਲੋਭ ਹੰਕਾਰ ਆ। ਜੀ ਜੀ ਨਹੀਂ, ਚਲੋ ਆਪਾਂ ਇਹਨਾਂ ਦੇ ਰੱਬ ਦੇ ਪ੍ਰਥਾਏ ਬੋਲਾਂਗੇ ਆਪਾਂ। ਚਲੋ ਪੁਜਾਰੀ ਵਾਲੋਂ ਆਪਾਂ ਸਾਈਡ ਤੇ ਰੱਖ ਲੈਂਦੇ ਅੱਜ। ਸੋ ਭਾਈ ਸਾਹਿਬ ਦੇ ਅਕੋਰਡਿੰਗ ਜ਼ਿਆਦਾ ਪੜਿਆ ਬ੍ਰਹਮ ਗਿਆਨੀ, ਤੇ ਬ੍ਰਹਮ ਗਿਆਨੀ ਥੱਲੇ ਬੈਠਾ, ਤੇ ਜਿਹੜੇ ਕੋਲ ਗਿਆਨ ਹੀ ਹੈ ਨਹੀਂ ਉੱਪਰ ਬੈਠਾ ਸਟੇਜ ਤੇ। ਬਿਲਕੁਲ ਐਬਸੋਲੂਟਲੀ। ਉਹ ਧਿਆਨ ਦਿਓ, ਜਿਹੜੇ ਸੰਗਤ ਦੇ ਵਿੱਚ ਉੱਥੇ ਡਾਕਟਰ ਵੀ ਹੈਗੇ ਆ, ਉੱਥੇ ਪ੍ਰੋਫੈਸਰ ਵੀ ਪੈ ਗਏ ਆ, ਉੱਥੇ ਬੜੇ ਤਰ੍ਹਾਂ ਦੇ ਲੋਕ ਹੈਗੇ ਜਿਹੜੇ ਭਾਈ ਸਾਹਿਬ ਹੁਣਾਂ ਨੇ ਜਿੰਨੀਆਂ ਜਮਾਤਾਂ ਕੀਤੀਆਂ ਉਹਦੇ ਨਾਲੋਂ 30-40 ਗੁਣਾ ਵੱਧ ਪੜ੍ਹੇ ਲਿਖੇ ਹੋਏ ਆ। ਇਹਦਾ ਮਤਲਬ ਫਿਰ ਜੇ ਵੱਧ ਪੜ੍ਹੇ ਦੇ ਆਧਾਰ ਦੇ ਉੱਤੇ ਤੁਸੀਂ ਉਹਨੂੰ ਸਿਆਣਾ ਮੰਨਦੇ ਆ, ਜਿਹਦੇ ਕੋਲ ਡਿਗਰੀਆਂ ਜਾਂ ਅਕਲ ਜ਼ਿਆਦਾ ਆ, ਤੇ ਭਾਈ ਸਾਹਿਬ ਦੇ ਨਾਲੋਂ ਵੱਧ ਸਿਆਣੇ ਲੋਕ ਥੱਲੇ ਬੈਠੇ ਜੀ। ਅੱਛਾ, ਇਹਨਾਂ ਦੇ 3 ਸਟਾਰ ਜਿਹੜੇ ਪ੍ਰਚਾਰਕ ਬਣਾਏ ਹੋਏ ਨੇ, ਆਪਾਂ ਉਹਨਾਂ ਦੀ ਗੱਲ ਕਰਦੇ, ਕਿਉਂਕਿ ਇਹਨਾਂ ਨੇ ਪੰਥ ਤੇ ਵੱਖਰਾ ਕਰ ਹੀ ਲਿਆ ਨਾ। ਆਪਾਂ ਕੇਵਲ ਹੁਣ ਇਹਨਾਂ ਦੀ ਗੱਲ ਹੀ ਕਰਕੇ ਖਿਮਾ ਦੀ ਜਾਚਨਾ ਕਰ ਲੈਣੀ। ਇਹਨਾਂ ਦਾ ਮੇਨ ਪ੍ਰਚਾਰਕ ਹੈਗਾ ਘੱਗਾ ਜੀ, ਤੇ ਘੱਗਾ ਜੀ ਜਿਹੜੇ ਪ੍ਰੋਫੈਸਰ ਦੀ ਡਿਗਰੀ ਚੱਕੀ ਫਿਰਦੇ ਨੇ, ਉਹ ਕਹਿੰਦੇ ਸਾਨੂੰ ਸ਼੍ਰੋਮਣੀ ਕਮੇਟੀ ਨੇ ਦਿੱਤੀ ਆ। ਸ਼੍ਰੋਮਣੀ ਕਮੇਟੀ ਬਾਦਲ ਦੀ ਕਹਿੰਦੇ ਆ। ਜੇ ਸ਼੍ਰੋਮਣੀ ਕਮੇਟੀ ਦੇ ਬਣਾਏ ਹੋਏ ਜਥੇਦਾਰ ਜਾਂ ਉਹਦੇ ਮੈਂਬਰਾਂ ਦੇ ਮੂਹਰੇ ਨਹੀਂ ਅਸੀਂ ਪੇਸ਼ ਹੋਣਾ, ਕਿਉਂਕਿ ਉਹ ਬਾਦਲ ਦੇ ਬਣਾਏ ਹੋਏ ਆ ਜੀ। ਤੇ ਜਿਹੜੇ ਢੰਡਰੀਆਂ ਵਾਲੇ ਦੇ ਪ੍ਰੇਰਨਾ ਸਰੋਤ ਆ, ਉਹਨਾਂ ਦੀ ਡਿਗਰੀ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀ ਦਿੱਤੀ ਹੋਈ ਕਿਦਾਂ ਹਾਜ਼ਮ ਹੋ ਜਾਂਦੀ ਹੈ। ਜੀ 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 ਤੇ ਤੀਜੀ ਬੇਨਤੀ ਵੀ ਚਲੋ ਜਿਹੜਾ ਬਾਕੀ ਦੀਆਂ ਜਿਹੜੀਆਂ ਚਲੋ ਆਪਾਂ ਬੇਨਤੀਆਂ ਕਰਦੇ ਚੱਲਾਂਗੇ। ਸੋ ਇਸ ਤਰੀਕੇ ਦੇ ਨਾਲ ਆ। ਤੇ ਜਿਹੜੀ ਆਪਣੇ ਕਹਿੰਦੇ ਸੀ ਵੀ ਅਸੀਂ ਗੁਰੂ ਵਾਂਗੂ ਚੱਲ ਕੇ ਦਿਖਾਉਣਾ ਆ, ਉਹ ਅੰਦਰ ਬਹਿ ਗਏ ਨੇ। ਤੇ ਇੱਕ ਮੈਂ ਹੋਰ ਭਾਈ ਸਾਹਿਬ ਜੀ ਤੁਹਾਡੇ ਨਾਲ ਗੱਲ ਸ਼ੇਅਰ ਕਰ ਦੇਵਾਂ। ਜਿਹੜੀ ਤੁਸੀਂ ਅੱਖ 'ਚ ਅੱਖ ਪਾਉਣ ਦੀ ਗੱਲ ਕੀਤੀ ਸੀ ਨਾ, ਉਹ ਸ਼ਾਇਦ ਇੱਕ ਬੰਦੇ ਨੇ ਥੋੜ੍ਹੀ ਗੌਰ ਨਾਲ ਸੁਣ ਲਈ ਇਹਨਾਂ ਦੇ ਵਿੱਚੋਂ। ਜਿਹੜਾ ਉਹ ਬੈਠਾ ਆ ਮੁੰਡਾ ਆਪਣੇ ਇੱਥੇ ਕੈਨੇਡਾ, ਵਿਕਰਮ ਨੇ ਕੱਲ ਥੋੜ੍ਹੀ ਜਿਹੀ ਅੱਖ 'ਚ ਅੱਖ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਤੇ ਉਹਨੇ ਇਹ ਗੱਲ ਕਹੀ ਵੀ ਪੈਸਿਆਂ ਦੇ ਲਾਲਚ ਨੂੰ ਤੁਸੀਂ ਜਿਹੜੀ ਮੇਰੇ ਵਾਲੀ ਪੋਸਟ ਸੀ ਉੱਪਰ ਪੇਜ ਦੇ ਪਾਈ, ਉਹ ਡਿਲੀਟ ਕਰਵਾਤੀ ਆ ਇਹਨਾਂ ਦੇ ਚੈਨਲ ਵੱਲੋਂ। ਤੇ ਇਹ ਹਿਸਾਬ ਲਾ ਲਓ ਵੀ ਉਹ ਕੱਲ ਦੇ ਵਿੱਚ ਹੀ ਜਿਹੜੀ ਸੀ ਪੋਸਟ ਉਹ ਤੋਂ ਡਿਲੀਟ ਕਰਵਾ ਦਿੱਤੀ ਗਈ ਆ। ਇੰਨੀ ਕਿ ਇਹਨਾਂ ਦੇ ਕਹਿੰਦੇ ਕਿ ਨਹੀਂ ਸਵਾਲ ਕਰ ਸਕਦੇ ਆ, ਸਵਾਲ ਕਿਉਂ ਨਾ ਕਰੀਏ। ਇਹਨਾਂ ਦੇ ਇੱਕ ਭੇਡ ਨੇ, ਕਿਉਂਕਿ ਸਾਡੇ ਲਈ ਤਾਂ ਉਹ ਭੇਡ ਹੀ ਆ ਜਿਹੜਾ ਗੁਰੂ ਅਸਥਾਨਾਂ ਦੀ ਨਿੰਦਿਆ ਕਰਦਾ।
ਤੇ ਉਹਨੇ ਇਹਨਾਂ ਦੇ ਮੂਹਰੇ ਸਿਰ ਚੱਕਣ ਦੀ ਕੋਸ਼ਿਸ਼ ਕੀਤੀ ਤੇ ਰਾਤੋਂ ਰਾਤ ਹੀ ਜਿਹੜਾ ਸਿਰ ਕਲਮ ਕਰਕੇ ਤੇ ਸਿਰ ਝੁਕਾ ਲਿਆ ਗਿਆ ਉਹਦਾ। ਜਿਹੜੇ ਇਹ ਗੱਲ ਕਹਿੰਦੇ ਸੀ ਨਾ ਵੀ ਜੋਨੀ ਬਾਬੇ ਦੇ, ਮੈਂ ਅਸੀਂ ਜੋਨੀ ਬਾਬੇ ਦੇ ਕੋਈ ਇਹ ਨਹੀਂ ਕਿ ਅਸੀਂ ਉਹਦੀ ਕੋਈ ਰਿਸਪੌਂਸਿਬਿਲਿਟੀ ਚੱਕ ਰਹੇ, ਜਿਹੜੇ ਸਵਾਲ ਉਹਦੇ ਹੋਣਗੇ ਉਹ ਜਵਾਬਦੇਹ ਆ। ਪਰ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਜਿਹੜੇ ਕੱਲ ਜੋਨੀ ਬਾਬੇ ਨੂੰ ਕਹਿੰਦੇ ਨਾ ਬੱਕਰਾ ਅਰਦਾਸਾਂ ਕਰਦਾ ਸੀ, ਤੇ ਉਹਨੂੰ ਅੱਜ ਪੁੱਛ ਲਓ ਵੀ ਆਹ ਜਿਹੜਾ ਭੀੜ ਰਾਤੀ ਝਟਕਾ ਕੇ ਤੇ ਸਵੇਰੇ ਪੋਸਟ ਡਿਲੀਟ ਕਰਵਾਤੀ ਆ, ਉਹ ਕਿਹਦੇ ਅੱਗੇ ਅਰਦਾਸਾਂ ਕਰਦੀ ਸੀ? ਉਹਨੇ ਤੇ ਦੁਸ਼ਮਣੀਆਂ ਵੀ ਜਿਹੜੀਆਂ ਖੱਟ ਲਈਆਂ ਉਹਨੇ, ਉਸ ਬੰਦੇ ਨੇ ਇਹਨਾਂ ਦੇ ਬਦਲੇ। ਜੀ ਜੇ ਉਹਨਾਂ ਦਾ ਨਹੀਂ ਸਕਾ ਤਾਂ ਸਕਾ ਹੈ ਕਿਹਦਾ? ਬਿਲਕੁਲ ਬਿਲਕੁਲ ਜੀ। ਇਹ ਸੰਗਤਾਂ ਹੁਣ ਆਪ ਜਿਹੜਾ ਹੈ ਉਹ ਨਿਰਣਾ ਕਰ ਸਕਦੀਆਂ। ਭਾਈ ਸਾਹਿਬ ਜੀ ਜੇ ਕੋਈ ਬੇਨਤੀ ਹੈ ਤਾਂ ਚਲੋ ਆਪਾਂ ਰੱਖ ਦਈਏ, ਹੁਣ ਸਮਾਂ ਕਾਫੀ ਹੋ ਗਿਆ ਆ। ਠੀਕ ਹੈ ਜੀ, ਤੁਸੀਂ ਹੋਰ ਕਿਸੇ ਸਰੋਤ ਦੀ ਕਾਲ ਲੈਣੀ? ਜੀ ਨਹੀਂ, ਅੱਜ ਆਪਾਂ ਕਾਲਾਂ ਨਹੀਂ ਲੈ ਪਾਉਣੀਆਂ। ਮੈਂ ਹੱਥ ਜੋੜ ਕੇ ਖਿਮਾ ਦਾ ਜਾਚਕ ਹਾਂ, ਕਿਉਂਕਿ ਕਾਲਾਂ ਆ ਤਾਂ ਰਹੀਆਂ ਸੀ ਪਰ ਆਪਣਾ 1.5 ਘੰਟੇ ਦਾ ਪ੍ਰੋਗਰਾਮ ਹੋ ਗਿਆ। ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਕਿ ਇਹਦੇ ਉੱਪਰ ਨਾ ਜਾਈਏ। ਆਖਰੀ ਸ਼ਬਦਾਂ ਦੇ ਵਿੱਚ ਇੱਕ ਵਾਰੀ ਫੇਰ ਕਵਾਂਗਾ ਜੀ ਵਿੱਚ ਥੱਲਾਂ ਦੇ ਛੜ ਗਈ ਸੱਤੀ ਪੈੜ ਖੁਰੇ ਤੇ ਰੋਈ, ਰੁੜ ਪੁੜ ਗਿਆ ਮਰ ਜਾਣਾ, ਕੱਜਲਾ ਸਾਥ ਨਾ ਛੱਡਿਆ ਮਹਿੰਦੀ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ, ਪੁਜਾਰੀ ਨੂੰ ਮੰਨਣ ਵਾਲੇ, ਪੁਜਾਰੀ ਨੂੰ ਮੰਨਣ ਵਾਲੇ, ਪੁਜਾਰੀ ਵਾਲੇ ਰੱਬ ਨੂੰ ਮੰਨਣ ਵਾਲੇ ਪੁਜਾਰੀਆਂ ਨੇ ਉਸ ਪੁਜਾਰੀ ਦੇ ਕੋਲੋਂ ਇੱਕ ਸ਼ਕਤੀ ਲਈ, ਔਰ ਜਿਸ ਵੇਲੇ ਸਾਰੀ ਦੁਨੀਆ ਜਿਹੜੀ ਤਰਾ ਹੋਈ ਆ, ਉਸ ਵੇਲੇ ਉਹਨਾਂ ਨੇ ਘਰ ਘਰ ਲੰਗਰ ਲਾ ਦਿੱਤੇ। ਵਾਹਿਗੁਰੂ। ਉਹਨਾਂ ਪੁਜਾਰੀ ਨੂੰ ਕਹਿ ਕੇ ਨਿੰਦਕ ਕਰਨ ਤੇ ਪੜ੍ਹਾਈ ਨੂੰ ਰੱਬ ਮੰਨਣ ਵਾਲਾ, ਕੁਦਰਤ ਨੂੰ ਰੱਬ ਮੰਨਣ ਵਾਲਾ ਵਿਅਕਤੀ ਜਿਹੜਾ ਆ ਜੀ, ਉਸ ਰੱਬ ਨੂੰ ਇਹਦੇ ਵਿੱਚ ਦੇਖਣ ਵਾਲਾ ਜਿਹੜਾ ਆ, ਉਹ ਜਿੰਦੇ ਕੁੰਡੇ ਲਾ ਕੇ ਅੰਦਰ ਵੜ ਗਿਆ। ਉਹਦੇ ਜੀਵਨ ਦੇ ਵਿੱਚੋਂ ਉਹਦੇ ਗਿਆਨ ਦਾ ਕੋਈ ਝਲਕਾਰਾ ਨਹੀਂ ਮਿਲਿਆ। ਜਿਵੇਂ ਅਕਸਰ ਕਰ ਬੀਤੇ ਸਮੇਂ ਦੇ ਵਿੱਚ ਸੈਂਕੜੇ ਵਾਰੀ ਅਜਿਹੀਆਂ ਘਟਨਾਵਾਂ ਘਟਿਤ ਹੋਈਆਂ, ਉਹਦੇ ਜੀਵਨ ਦੇ ਵਿੱਚੋਂ ਕੋਈ ਇੱਕ ਲਿਸ਼ਕਾਰਾ ਵੀ ਨਹੀਂ ਮਿਲਿਆ। ਜੋ ਸਟੇਜਾਂ ਦੇ ਬੈਠ ਕੇ ਮੂੰਹ ਰਾਹੀਂ 3-3 ਘੰਟੇ ਉਹਨੂੰ ਵਰਬਲ ਡਾਇਰੀਆ ਹੋਇਆ ਹੁੰਦਾ ਆ। ਲੋਕਾਂ ਨੂੰ ਡਾਇਰੀਆ ਜਿਹੜਾ ਆ ਪਿੱਠਾ ਹੀ ਹੁੰਦਾ ਹੈ, ਇਸ ਵਿਅਕਤੀ ਨੂੰ ਮੂੰਹ ਰਾਹੀਂ ਡਾਇਰੀਆ ਹੋਇਆ ਹੁੰਦਾ ਆ। ਤੇ ਜਿਹੜਾ 3 ਘੰਟੇ ਦਾ ਡਾਇਰੀਆ, ਉਹਦੀ ਪ੍ਰੈਕਟੀਕਲ ਲਾਈਫ ਦੇ ਵਿੱਚੋਂ ਕਿਤੇ ਇੱਕ ਨਿੱਕਾ ਜਿਹਾ ਝਲਕਾਰਾ ਨਹੀਂ ਦਿਖਦਾ, ਜਿੱਥੇ ਉਹ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਕਹਿੰਦਾ ਆ ਕਿ ਕਰੋੜਾਂ ਦੀ ਇਹ ਸੰਸਥਾ ਸਾਨੂੰ ਇੱਕ ਏਮਸ ਦੇ ਮਾਡਲ ਦਾ ਹਸਪੀਟਲ ਨਹੀਂ ਦੇ ਸਕੀ ਜੀ। ਕਿ ਉਹ ਇਹ ਗੱਲ ਸ਼੍ਰੋਮਣੀ ਕਮੇਟੀ ਨੂੰ ਤਾਂ ਨਹੀਂ ਕਹਿ ਰਿਹਾ ਕਿਉਂਕਿ ਉਹ ਆਪ ਕਰੋੜਾਂ ਅਰਬਾਂ ਖਾ ਕੇ ਡਗਾਰ ਵੀ ਨਹੀਂ ਮਾਰਿਆ। ਇਹਦਾ ਮਤਲਬ ਇਹ ਨਹੀਂ ਕਿ ਸ਼੍ਰੋਮਣੀ ਕਮੇਟੀ ਇਸ ਗੱਲ ਦੇ ਵਿੱਚ ਬਰੀ ਹੋ ਜਾਂਦੀ ਆ, ਪਰ ਕਿਤੇ ਇਹ ਤਾਂ ਨਹੀਂ ਵੀ ਅਸੀਂ ਆਪਣੇ ਗੁਨਾਹਾਂ ਨੂੰ ਲੁਕਾਉਣ ਵਾਸਤੇ ਦੂਜਿਆਂ ਦੇ ਉੱਤੇ ਉਂਗਲਾਂ ਚੱਕੀ ਤੁਰੇ ਜਾ ਰਹੇ ਆ। ਬਿਲਕੁਲ ਕਮੇਟੀ ਨੂੰ ਚਾਹੀਦੀ ਆ ਤੇ ਭਾਈ ਸਾਹਿਬ ਨੂੰ ਵੀ ਆਪਣੀ ਕਰਤੂਤ ਦਿਖਾਉਣੀ ਚਾਹੀਦੀ ਆ। ਸੰਤ ਬਾਬਾ ਕਰਮ ਸਿੰਘ ਜੀ ਭਿੱਖੀ ਵਾਲੇ ਮਹਾਂਪੁਰਖਾਂ ਦੇ ਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਕਰੋੜਾਂ ਦਾ ਮਾਲ ਡਕਾਰ ਕੇ ਇੱਕ ਵਾਰੀ ਡਗਾਰ ਵੀ ਨਹੀਂ ਮਾਰਿਆ, ਉਹਦਾ ਲੇਖਾ ਜੋਖਾ ਕੌਣ ਦੇਵੇਗਾ? ਭੋਲੇ ਮਾਂ ਪਿਓ ਜਾਂ ਇੱਕ ਚਲਾਕ ਪੁੱਤ ਦੇਵੇਗਾ? ਬਿਲਕੁਲ 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 ਜੀ 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 ਜੀ। ਹੁਣ ਮੇਰੇ ਖਿਆਲ ਦੇ ਨਾਲ ਕਾਫੀ ਜ਼ਿਆਦਾ ਜੀ ਇਸੇ ਲਈ ਆਪਾਂ ਹੋਰ ਜਿਹੜੀਆਂ ਕਾਲਾਂ ਉਹਨਾਂ ਨੂੰ ਸੰਕੋਚ ਦਿੱਤਾ। ਮੇਰੇ ਕੁਝ ਵੀਰਾਂ ਦੀਆਂ ਕਾਲਾਂ ਆਈਆਂ ਸੀ, ਉਹਨਾਂ ਦੇ ਚਰਨ 'ਚ ਸਿਰ ਰੱਖ ਕੇ ਖਿਮਾ ਦਾ ਜਾਚਕਾਂ, ਕਿਉਂਕਿ ਅੱਜ ਦਾ ਜਿਹੜਾ ਟੌਪਿਕ ਸੀ ਇਹ ਅਸੀਂ ਜ਼ਰੂਰ ਚਾਹੁੰਦੇ ਸੀ ਵੀ ਖੁੱਲ੍ਹ ਕੇ ਜਿਹੜਾ ਹੈ ਆਪਾਂ ਵਿਚਾਰ ਸਕੀਏ। ਸੋ ਅੱਜ ਕਾਲਾਂ ਨਹੀਂ ਲੈ ਪਾਏ, ਆਪਾਂ ਅਗਲੇ ਪ੍ਰੋਗਰਾਮ 'ਚ ਕਾਲਾਂ ਜ਼ਰੂਰ ਲਵਾਂਗੇ। ਪ੍ਰੋਗਰਾਮ ਕੱਲ ਦਾ ਹੋਵੇਗਾ ਬੁੱਕਲ ਦੇ ਸੱਪ, ਜਿਹਦੇ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਤੇ ਇਹਨਾਂ ਦੇ ਭੀਸ਼ਮ ਪਤਾਮਾ ਜਿਹੜੇ ਜੀ ਕਾਲਾ ਅਫਗਾਨਾ ਜੀ, ਕਾਲਾ ਅਫਗਾਨਾ, ਆਪਾਂ ਉਹਦਾ ਪੂਰਾ ਨਾਂ ਨਹੀਂ ਲੈਣਾ ਕਿਉਂਕਿ ਛੇਕ ਕਿਸੇ ਬੰਦੇ ਦਾ, ਤੇ ਪ੍ਰੋਫੈਸਰ ਦਰਸ਼ਨ, ਇਹਨਾਂ ਦੋਨਾਂ ਦੇ ਪਰਥਾਏ ਜਿਹੜਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਲੋਕਾਂ ਨੂੰ ਚਾਰਿਆ। ਬਿਲਕੁਲ ਬਿਲਕੁਲ ਜੀ, ਧੰਨਵਾਦ ਸਾਰਿਆਂ ਦਾ। ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜੇ ਵੀ ਵੀਰਾਂ ਨੇ ਹਾਜ਼ਰੀ ਭਰੀ ਆ, ਕਮੈਂਟ ਕੀਤੇ ਨੇ, ਬਹੁਤ ਬਹੁਤ ਧੰਨਵਾਦ ਆ ਜੀ। ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਤੇਜਪਾਲ ਸਿੰਘ ਜੀ ਹੁਣਾਂ ਨੇ ਵੀ ਹਾਜ਼ਰੀ ਲਵਾਈ ਆ। ਸੋ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਿਆਨੀ ਜੀ ਦੇ ਨਾਲ ਕੋਈ ਨਾ ਕੋਈ ਆਪਾਂ ਜਿਹੜਾ ਹੈ ਇਤਿਹਾਸ ਜਾਂ ਗੁਰਬਾਣੀ ਦੇ ਪਰਥਾਏ ਪ੍ਰੋਗਰਾਮ ਰੱਖੀਏ। ਸੋ ਗਿਆਨੀ ਜੀ ਪਹਿਲਾਂ ਵਿਦੇਸ਼ਾਂ ਦੇ ਟੂਰ 'ਤੇ ਸੀ ਅਤੇ ਹੁਣ ਵਾਪਸ ਗਏ ਨੇ। ਸੋ ਆਪਾਂ ਜ਼ਰੂਰ ਗਿਆਨੀ ਜੀ ਦੇ ਨਾਲ ਜਿਹੜੇ ਹੈ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਰੱਖਾਂਗੇ। ਹੋਰ ਵੀ ਜਿੰਨੇ ਗੁਰਸਿੱਖ ਵੀਰਾਂ ਭੈਣਾਂ ਨੇ ਹਾਜ਼ਰੀ ਭਰੀ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਜੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਜੇ ਕਿਤੇ ਕੋਈ ਗਲਤੀ ਗੁਸਤਾਖੀ ਹੁੰਦੀ ਹੈ ਅਤੇ ਜਿੱਥੇ ਚਰਨਾਂ ਵਿੱਚ ਸਿਰ ਰੱਖ ਕੇ ਅਸੀਂ ਖਿਮਾ ਦੇ ਜਾਚਕਾਂ,
ਉੱਥੇ ਝੋਲੀ ਅੱਡ ਕੇ ਇਹ ਵੀ ਆਪ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਵੀ ਤੁਸੀਂ ਗਲਤੀਆਂ ਜ਼ਰੂਰ, ਜਿਹੜੀ ਸੰਗਤ ਹੈ ਗੁਰੂ ਰੂਪ ਹੈ, ਅਤੇ ਸਾਡੀਆਂ ਗਲਤੀਆਂ ਜੋ ਹੈ ਉਹ ਜ਼ਰੂਰ ਸਾਡੇ ਨਾਲ ਸ਼ੇਅਰ ਕਰਿਆ ਕਰੋ ਜਿੱਥੇ ਆਪਾਂ ਗਲਤੀਆਂ ਨੂੰ ਸੁਧਾਰ ਸਕਦੇ ਹਾਂ, ਕਿਉਂਕਿ ਆਪਾਂ ਕੋਈ ਬੁਲਾਰੇ ਨਹੀਂ ਹਾਂ, ਸਾਰੇ ਕਿਰਤੀ ਸਿੱਖ ਹਾਂ। ਅਤੇ ਜੇ ਕੋਈ ਗਲਤੀ ਭੁੱਲ ਹੁੰਦੀ ਹੈ ਤਾਂ ਆਪ ਜੀ ਜ਼ਰੂਰ ਸਾਡੇ ਨਾਲ ਜਿਹੜੀ ਹੈ ਉਹ ਦੱਸਣਾ ਕਰਿਆ ਕਰੋ। ਸੋ ਇੰਨੀਆਂ ਕੁ ਬੇਨਤੀਆਂ ਦੇ ਨਾਲ ਹੀ ਖਿਮਾ ਦੇ ਜਾਚਕਾਂ ਜੀ। ਵਾਹਿਗੁਰੂ ਕਿਰਪਾ ਕਰਨ। ਦੁਬਾਰਾ ਤੋਂ ਇਹੀ ਬੇਨਤੀ ਹੈ ਵੀ ਆਪਾਂ ਸੇਵਾ ਕਰੀਏ, ਉਹ ਜਿਹੜਾ ਸੇਵਾ ਹੈ ਉਹ ਸਾਡਾ ਫਰਜ਼ ਹੈ। ਜੇ ਇੱਕ ਵੀ ਜੀ ਜਿਹੜਾ ਹੈ ਉਹ ਸਾਡੇ ਲਾਗੇ, ਬੇਸ਼ੱਕ ਉਹਨੇ ਬਾਅਦ 'ਚ ਸਾਡੇ ਡੰਗ ਮਾਰਨਾ ਹੋਵੇ, ਉਹ ਜੇ ਭੁੱਖਾ ਚਲਿਆ ਜਾਂਦਾ ਹੈ ਅਤੇ ਅਸੀਂ ਗੁਰੂ ਦੇ ਦੇਣਦਾਰ ਬਣਦੇ ਹਾਂ। ਇਸ ਲਈ ਸਾਡਾ ਇਹ ਲੰਗਰ ਚਲਾਉਣੇ, ਸੇਵਾ ਕਰਨੀ ਸਾਡਾ ਮੁੱਢਲਾ ਫਰਜ਼ ਹੈ, ਪਰ ਨਾਲ ਦੀ ਨਾਲ ਇਹ ਖਿਆਲ ਰੱਖਣਾ ਕਿ ਇਸ ਲੰਗਰ ਪ੍ਰਸ਼ਾਦੇ ਦੀ ਕੋਈ ਬੇਅਦਬੀ ਨਾ ਕਰੇ। ਸੋ ਇਹ ਵੀ ਸਾਡਾ ਫਰਜ਼ ਬਣਦਾ। ਇਸ ਆਈ ਹੋਈ ਚੁਣੌਤੀ ਨੂੰ ਅਸੀਂ ਇਸ ਤਰੀਕੇ ਦੇ ਨਾਲ ਲਈਏ ਕਿ ਅਸੀਂ ਇੱਕ ਮਾਲਾ ਦੇ ਵਿੱਚ ਪਰੋ ਹੋਣਾ ਆ, ਇੱਕ ਨਿਸ਼ਾਨ ਸਾਹਿਬ ਜੀ ਦੇ ਥੱਲੇ ਇਕੱਠੇ ਹੋਣਾ ਆ, ਅਤੇ ਇਕੱਠੇ ਹੋ ਕੇ ਅਸੀਂ ਜਿਹੜੀ ਹੈ ਉਹ ਗਾਂ ਸੇਵਾ ਕਰਨੀ ਆ। ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਗੁਰਸਿੱਖਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।